ਹਾਲੇਲੂਇਆ। ਖੁਦਾਵੰਦ ਯਿਸੂ ਮਸੀਹ ਦੇ ਜ਼ਿੰਦਾ ਨਾਮ 'ਚ ਤੁਹਾਨੂੰ ਸਭਨਾਂ ਨੂੰ ਸ਼ਾਂਤੀ ਮਿਲੇ ਜੋ ਅੱਜ ਦੀ ਇਬਾਦਤ ਨੂੰ ਸੁਣਦੇ ਨੇ, ਅੱਜ ਦੀ ਮੀਟਿੰਗ ਨੂੰ ਜਿਨ੍ਹਾਂ ਨੇ ਜੁਆਇਨ ਕੀਤਾ ਆ। ਖੁਦਾਵੰਦ ਉਹਨਾਂ ਸਭਨਾਂ ਦੀ ਜ਼ਿੰਦਗੀਆਂ ਦੇ ਉੱਪਰ ਆਪਣਾ ਸੱਜਾ ਹੱਥ ਵਧਾਵੇ ਔਰ ਤੁਹਾਨੂੰ ਬਰਕਤ ਦੇਵੇ, ਕਿਉਂਕਿ ਉਹਦੇ ਸੱਜੇ ਹੱਥ 'ਚ ਖੁਸ਼ੀਆਂ ਆ, ਬਰਕਤਾਂ ਆ, ਆਸ਼ੀਸ਼ਾਂ ਆ। ਔਰ ਮੈਂ ਚਾਹੁੰਦਾ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਜੋ ਬਰਕਤ ਪਾਈ ਆ, ਹੁਣ ਜੋ ਸਮਾਂ ਆ ਖੁਦਾਵੰਦ ਦੇ ਪਵਿੱਤਰ ਕਲਾਮ ਨੂੰ ਸੁਣਨ ਦਾ, ਸਮਝਣ ਦਾ ਤੇ ਉਹਦੇ ਅਨੁਸਾਰ ਚੱਲਣ ਦਾ। ਆਈਏ ਸਭ ਆਪਣੀ ਅੱਖਾਂ ਨੂੰ ਬੰਦ ਕਰੀਏ ਔਰ ਸਿਰਾਂ ਨੂੰ ਝੁਕਾਈਏ। ਖੁਦਾਵੰਦ ਦੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਦੀ ਹਾਲਤ ਦੇ ਵਿੱਚ ਚੱਲਦੇ ਹਾਂ। ਪ੍ਰਾਰਥਨਾ ਕਰਕੇ ਵਚਨ ਸਟਾਰਟ ਕਰਦੇ ਹਾਂ ਔਰ ਖੁਦਾਵੰਦ ਦਾ ਪਵਿੱਤਰ ਆਤਮਾ ਅਗਵਾਈ ਕਰੇਗਾ। ਆਈਏ ਸਭ ਆਪਣੀ ਅੱਖਾਂ ਨੂੰ ਬੰਦ ਕਰੀਏ। ਸੱਚਾ ਜ਼ਿੰਦਾ ਮਿਹਰਬਾਨ ਖੁਦਾਵੰਦ ਪਿਤਾ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੇ ਜ਼ਿੰਦਾ ਨਾਮ 'ਚ ਤੁਹਾਡਾ ਸ਼ੁਕਰ ਕਰਦੇ ਹਾਂ ਇਸ ਬੜੇ ਹੀ ਆਦਰਯੋਗ ਸਮੇਂ ਦੇ ਲਈ ਜੋ ਸਾਡੀ ਜ਼ਿੰਦਗੀ 'ਚ ਬਖਸ਼ਿਆ। ਸ਼ੁਕਰਗੁਜ਼ਾਰ ਹਾਂ ਮੇਰੇ ਖੁਦਾ ਬਾਪ ਜੀ। ਔਰ ਅਸੀਂ ਪ੍ਰਾਰਥਨਾ ਕਰਦੇ ਹਾਂ ਅੱਜ ਦੇ ਬੜੇ ਹੀ ਆਦਰਯੋਗ ਸਮੇਂ ਦੇ ਲਈ ਜੋ ਸਾਡੀ ਜ਼ਿੰਦਗੀ 'ਚ ਬਖਸ਼ਿਆ। ਔਰ ਇਸ ਸਮੇਂ ਤੁਸੀਂ ਸਾਡੀ ਦੁਆ ਨੂੰ ਸੁਣਦੇ ਪਏ ਹਾਂ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਖੁਦਾ ਬਾਪ ਜੀ। ਔਰ ਅਸੀਂ ਪ੍ਰਾਰਥਨਾ ਕਰਦੇ ਹਾਂ ਜਿੰਨੇ ਲੋਕ ਅੱਜ ਦੀ ਮੀਟਿੰਗ ਨੂੰ ਸੁਣਦੇ ਨੇ ਮੇਰੇ ਪਰਮੇਸ਼ਵਰ, ਉਹ ਆਸ਼ੀਸ਼ ਔਰ ਬਰਕਤ ਨੂੰ ਪ੍ਰਾਪਤ ਕਰਨ, ਆਪਣੀਆਂ ਜ਼ਿੰਦਗੀਆਂ ਨੂੰ ਨਿਹਾਲ ਕਰ ਲੈਣ ਮੇਰੇ ਪ੍ਰਭੂ ਜੀ। ਤੁਹਾਡੇ ਵੱਲੋਂ ਸੁੱਖ ਦੇ ਦਿਨ ਉਹਨਾਂ ਜ਼ਿੰਦਗੀਆਂ ਦੇ ਵਿੱਚ ਆ ਜਾਣ ਮੇਰੇ ਪਰਮੇਸ਼ਵਰ। ਔਰ ਬਹੁਤਾਇਤ ਦੇ ਨਾਲ ਤੁਸੀਂ ਉਹਨਾਂ ਨੂੰ ਆਸ਼ੀਸ਼ ਔਰ ਬਰਕਤ ਦਿਓ, ਉਹਨਾਂ ਦੀਆਂ तमाम ਜ਼ਰੂਰਤਾਂ ਨੂੰ ਪੂਰਾ ਕਰਨਾ। ਖੁਦਾਵੰਦ ਇਹ ਉਹੀ ਲੋਕ ਨੇ ਜੋ ਵਚਨ ਦੇ ਪਿਆਸੇ ਨੇ ਮੇਰੇ ਪਰਮੇਸ਼ਵਰ, ਜੋ ਵਚਨ ਦੀ ਪਿਆਸ ਰੱਖਦੇ ਨੇ ਮੇਰੇ ਖੁਦਾਵੰਦ। ਅਸੀਂ ਦਿਲ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ। ਮੈਂ ਚਾਹੁੰਦਾ ਹਾਂ ਕਿ ਹੁਣ ਤੁਹਾਡਾ ਪਵਿੱਤਰ ਆਤਮਾ ਤੁਹਾਡੇ ਬੰਦੇ ਦੀ ਬੋਲਣ ਦੇ ਵਿੱਚ ਔਰ ਤੁਹਾਡੇ ਲੋਕਾਂ ਦੀ ਸੁਣਨ ਸਮਝਣ ਦੇ ਵਿੱਚ ਮਦਦ ਕਰੇ, ਤਾਂ ਜੋ ਮਕਸਦ ਪੂਰਾ ਹੋ ਜਾਵੇ। ਤੁਹਾਡਾ ਪਵਿੱਤਰ ਆਤਮਾ ਸਾਨੂੰ ਜੋ ਸਿਖਾਉਣਾ ਚਾਹੁੰਦਾ ਉਹ ਅਸੀਂ ਸਭ ਸਿੱਖ ਸਕੀਏ ਔਰ ਉਹਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਚਲਾ ਸਕੀਏ ਔਰ ਤੁਹਾਡੇ ਵੱਲੋਂ ਸੁੱਖ ਦੇ ਦਿਨਾਂ ਨੂੰ, ਆਸ਼ੀਸ਼ ਔਰ ਬਰਕਤ ਦੇ ਦਿਨਾਂ ਨੂੰ ਪ੍ਰਾਪਤ ਕਰ ਸਕੀਏ ਮੇਰੇ ਪਰਮੇਸ਼ਵਰ। ਔਰ ਆਪਣੀ ਜ਼ਿੰਦਗੀ ਤੋਂ ਤੁਹਾਡੇ ਨਾਮ ਨੂੰ ਮੁਬਾਰਕ ਆਖ ਸਕੀਏ ਮੇਰੇ ਖੁਦਾਵੰਦ। ਅਸੀਂ ਦਿਲ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ। ਮੇਰੀ ਪ੍ਰਾਰਥਨਾ ਕਿ ਹੁਣ ਤੁਹਾਡਾ ਰੂਹ ਪਾਕ ਮੇਰੀ ਜ਼ੁਬਾਨ ਦਾ ਜ਼ੁਮਾ ਲਵੇ ਮੇਰੇ ਪਰਮੇਸ਼ਵਰ, ਔਰ ਤੁਸੀਂ ਆਪਣੇ ਲੋਕਾਂ ਦੇ ਨਾਲ ਗੱਲਬਾਤ ਕਰੋ ਪ੍ਰਭੂ। ਵੱਡੀ ਬਰਕਤ ਦਿਓ, ਵੱਡੀ ਆਸ਼ੀਸ਼ ਦਿਓ ਔਰ ਖੁਦਾਵੰਦ ਹਰ ਪੱਖੋਂ ਸੰਭਾਲੋ। ਤੁਹਾਡਾ ਨਾਮ ਮੁਬਾਰਕ ਹੋਵੇ। ਸ਼ੁਕਰਗੁਜ਼ਾਰੀ ਦੇ ਨਾਲ ਪ੍ਰਾਰਥਨਾ ਨੂੰ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਹਾਲੇਲੂਇਆ। ਖੁਦਾਵੰਦ ਤੁਹਾਨੂੰ ਬਹੁਤਾਇਤ ਦੇ ਨਾਲ ਆਸ਼ੀਸ਼ ਔਰ ਬਰਕਤ ਦੇਵੇ ਅੱਜ ਦੇ ਇਸ ਪਵਿੱਤਰ ਸਮੇਂ ਦੇ ਲਈ ਜੋ ਖੁਦਾਵੰਦ ਨੇ ਤੁਹਾਡੀ ਔਰ ਮੇਰੀ ਜ਼ਿੰਦਗੀ ਦੇ ਵਿੱਚ ਬਖਸ਼ਿਆ ਆ। ਪਰਮੇਸ਼ਵਰ ਦਾ ਧੰਨਵਾਦ ਆ। ਔਰ ਸਮਾਂ ਪਹੁੰਚਿਆ ਆ ਖੁਦਾਵੰਦ ਦੇ ਪਵਿੱਤਰ ਕਲਾਮ ਦੇ ਵਿੱਚ ਜਾਣ ਦਾ, ਖੁਦਾਵੰਦ ਦੇ ਪਵਿੱਤਰ ਕਲਾਮ ਦੇ ਵਿੱਚੋਂ ਕੁਝ ਗੱਲਾਂ ਸਿੱਖਣ ਦਾ, ਸਮਝਣ ਦਾ ਔਰ ਉਹਦੇ ਅਨੁਸਾਰ ਚੱਲਣ ਦਾ। ਮੈਂ ਪਹਿਲਾਂ ਵੀ ਦੱਸ ਚੁੱਕਾ ਔਰ ਤੁਹਾਨੂੰ ਮੈਂ ਅੱਜ ਵੀ ਦੱਸਦਾ ਆ ਕਿ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਜੋ ਕੁਛ ਵੀ ਹੁੰਦਾ ਹੈ, ਜੋ ਕੁਛ ਵੀ ਹੁੰਦਾ ਆ ਸਭ ਪਰਮੇਸ਼ਵਰ ਦੇ ਵੱਲੋਂ ਹੁੰਦਾ ਆ। ਐਦਾਂ ਨਹੀਂ ਆ ਕਿ ਕੁਛ ਟ੍ਰੈਜਡੀ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਵੇ ਜਾਂ ਕੁਛ ਅਨੋਖਾ ਤੁਹਾਡੀ ਜ਼ਿੰਦਗੀ ਦੇ ਵਿੱਚ ਹੋ ਜਾਵੇ ਔਰ ਉਹ ਪਰਮੇਸ਼ਵਰ ਦੀ ਵੱਲੋਂ ਨਾ ਹੋਵੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੋ ਕੁਛ ਵੀ ਹੁੰਦਾ ਉਹ ਪਰਮੇਸ਼ਵਰ ਦੇ ਵੱਲੋਂ ਹੁੰਦਾ ਔਰ ਪਰਮੇਸ਼ਵਰ ਦੇ ਨਾਮ ਦੀ ਵਡਿਆਈ ਦੇ ਲਈ ਹੁੰਦਾ। ਬੋਲੋ ਆਮੀਨ, ਹਾਲੇਲੂਇਆ। ਸਾਡੀ ਜ਼ਿੰਦਗੀ ਦੇ ਵਿੱਚ ਅਗਰ ਬਿਮਾਰੀ ਆਉਂਦੀ ਆ, ਅਗਰ ਕੋਈ ਦੁੱਖ ਆਉਂਦਾ ਹੈ, ਅਗਰ ਕੋਈ ਪਰੇਸ਼ਾਨੀ ਆਉਂਦੀ ਆ, ਕੋਈ ਬਲੈਸਿੰਗਸ ਆਉਂਦੀ ਆ, ਕੁਛ ਵੀ ਆਉਂਦਾ ਹੈ ਸਾਡੀ ਜ਼ਿੰਦਗੀ 'ਚ, ਉਹ ਪਰਮੇਸ਼ਵਰ ਦੀ ਮਹਿਮਾ ਦੇ ਲਈ ਹੁੰਦਾ ਆ। ਹਾਲੇਲੂਇਆ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਅਗਰ ਸਾਨੂੰ ਕੋਈ ਬਰਕਤ ਮਿਲਦੀ ਆ, ਅਸੀਂ ਗਵਾਹ ਬਣਦੇ ਹਾਂ ਖੁਦਾ ਦੇ ਕਿ ਪਰਮੇਸ਼ਵਰ ਨੇ ਮੈਨੂੰ ਆਹ ਬਰਕਤ ਦਿੱਤੀ, ਪਰਮੇਸ਼ਵਰ ਨੇ ਮੈਨੂੰ ਉਹ ਬਰਕਤ ਦਿੱਤੀ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅਗਰ ਤੁਹਾਡੀ ਜ਼ਿੰਦਗੀ ਦੇ ਵਿੱਚ ਅਗਰ ਕੋਈ ਦੁੱਖ ਆ ਜਾਂਦਾ, ਪਰੇਸ਼ਾਨੀ ਆ ਜਾਂਦੀ ਆ, ਕੋਈ ਤੰਗੀ ਆ ਜਾਂਦੀ ਆ, ਉਹਦੇ ਵਿੱਚ ਵੀ ਇਸ ਗੱਲ ਨੂੰ ਬਰਕਰਾਰ ਰੱਖਣਾ ਤੁਹਾਡੇ ਲਈ ਬਹੁਤ ਜ਼ਰੂਰੀ ਆ ਕਿ ਇਹ ਸਮਾਂ ਇਸ ਲਈ ਮੇਰੀ ਜ਼ਿੰਦਗੀ 'ਚ ਆਇਆ ਤਾਂ ਜੋ ਇਹ ਸਮਾਂ ਨਿਕਲ ਜਾਵੇ ਔਰ ਉਸ ਸਮੇਂ ਦੇ ਦੌਰਾਨ ਮੈਂ ਮਜ਼ਬੂਤ ਹੋ ਜਾਵਾਂ ਔਰ ਉਹ ਸਮਾਂ ਜਦੋਂ ਕਨਵਰਟ ਹੁੰਦਾ ਅੱਛੇ ਸਮੇਂ ਦੇ ਵਿੱਚ ਤੇ ਮੈਂ ਪਰਮੇਸ਼ਵਰ ਦਾ ਗਵਾਹ ਬਣ ਸਕਾਂ ਕਿ ਪਰਮੇਸ਼ਵਰ ਨੇ ਮੈਨੂੰ ਮਾੜੇ ਸਮੇਂ ਦੇ ਵਿੱਚ ਗਿਰਨ ਨਹੀਂ ਦਿੱਤਾ, ਕਮਜ਼ੋਰ ਨਹੀਂ ਪੈਣ ਦਿੱਤਾ, ਡੋਲਣ ਨਹੀਂ ਦਿੱਤਾ। ਬੋਲੋ ਹਾਲੇਲੂਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੋ ਕੁਝ ਵੀ ਇਨਸਾਨ ਦੀ ਜ਼ਿੰਦਗੀ 'ਚ ਹੁੰਦਾ ਉਹ ਪਰਮੇਸ਼ਵਰ ਦੀ ਮਹਿਮਾ ਦੇ ਲਈ ਹੁੰਦਾ ਆ। ਜੇ ਤੁਸੀਂ ਸੋਚੋ ਜਾਂ ਇਸ ਗੱਲ ਦੇ ਉੱਪਰ ਵਿਚਾਰ ਕਰੋ ਕਿ ਜਦੋਂ ਯੂਸਫ ਸੀਗਾ, ਯੂਸਫ ਜਦੋਂ ਪੋਟੀਫਰ ਦੇ ਘਰ ਦੇ ਵਿੱਚ ਆਇਆ, ਜਦੋਂ ਆਪਣੇ ਭਰਾਵਾਂ ਦੇ ਵੱਲੋਂ ਵੇਚਿਆ ਗਿਆ, ਮਿਸਰ ਦੇ ਵਿੱਚ ਆਇਆ, ਤੇ ਜਦੋਂ ਉਹ ਪੂਰੀ ਗੁਲਾਮੀ ਦੇ ਵਿੱਚ ਗਿਆ, ਜੇਲ੍ਹ ਦੇ ਵਿੱਚ ਗਿਆ, ਔਰ ਇਹ ਸਮਾਂ ਕੋਈ ਸੌਖਾ ਸਮਾਂ ਨਹੀਂ ਸੀਗਾ। ਅਗਰ ਤੁਸੀਂ ਦੇਖੋ
ਗੁਨਾਹਗਾਰ ਨਹੀਂ ਸੀਗਾ, ਉਹ ਬੇਕਸੂਰ ਸੀਗਾ, ਫਿਰ ਵੀ ਜੇਲ੍ਹ ਦੇ ਵਿੱਚ ਸੀਗਾ। ਉਹ ਸਮਾਂ ਜਿਹੜਾ ਕੱਢਣਾ ਬਹੁਤ ਔਖਾ ਸੀਗਾ, ਲੇਕਿਨ ਫਿਰ ਵੀ ਉਸ ਸਮੇਂ ਦੇ ਵਿੱਚ ਵੀ ਪਰਮੇਸ਼ਵਰ ਦੀ ਵਡਿਆਈ ਹੋਈ ਆ ਕਿ ਉਸ ਸਮੇਂ ਦੇ ਵਿੱਚ ਉਹ ਤਿਆਰ ਹੋਇਆ। ਹਾਲੇਲੂਇਆ। ਜੋ ਕੁਝ ਵੀ ਅਗਰ ਇਨਸਾਨ ਦੀ ਜ਼ਿੰਦਗੀ 'ਚ ਹੁੰਦਾ, ਅਗਰ ਯੂਸਫ ਭਰਾਵਾਂ ਦੁਆਰਾ ਵੇਚਿਆ ਨਾ ਜਾਂਦਾ, ਉਹ ਮਿਸਰ 'ਚ ਕਦੀ ਵੀ ਨਾ ਆਉਂਦਾ। ਔਰ ਜਦੋਂ ਕਾਲ ਦਾ ਸਮੇਂ ਪੈਂਦਾ ਤੇ ਉਹਦਾ ਪਰਿਵਾਰ ਪੂਰਾ ਬਚਾਇਆ ਨਾ ਜਾਂਦਾ। ਹਾਲੇਲੂਇਆ। ਸਮਝਣ ਦੀ ਗੱਲ ਹੈ ਕਿ ਪਰਮੇਸ਼ਵਰ ਜੋ ਕੁਝ ਵੀ ਕਰਦੇ ਆ ਸਾਡੀ ਜ਼ਿੰਦਗੀ ਦੇ ਵਿੱਚ ਸਾਡੀ ਭਲਾਈ ਦੇ ਲਈ ਕਰਦੇ ਔਰ ਆਪਣੀ ਵਡਿਆਈ ਦੇ ਲਈ ਕਰਦੇ ਆ। ਹਾਲੇਲੂਇਆ। ਹੁਣ ਜਦੋਂ ਏਲੀਆ ਨੂੰ ਜਦੋਂ ਪਤਾ ਲੱਗਾ ਕਿ ਜਦੋਂ ਸਾਰੇ ਨਬੀਆਂ ਨੂੰ ਮਾਰ ਦਿੱਤਾ ਗਿਆ, ਸਾਰੇ ਨਬੀਆਂ ਨੂੰ ਜਾਨੋਂ ਮਾਰ ਦਿੱਤਾ ਗਿਆ, ਕੁਛ 50 ਨਬੀ ਇੱਕ ਬੰਦੇ ਨੇ ਲੁਕੋ ਕੇ ਰੱਖੇ ਸੀਗੇ, ਉਹਨਾਂ ਨੂੰ ਖਾਣਾ ਮੁਹੱਈਆ ਕਰਵਾਉਂਦਾ ਸੀਗਾ ਕਿ ਉਹ ਪਰਮੇਸ਼ਵਰ ਦੇ ਨਬੀ ਹੈਗੇ ਆ। ਪਰ ਤਕਰੀਬਨ ਉਸ ਸਮੇਂ ਦਾ ਜਿਹੜਾ ਰਾਜਾ ਸੀਗਾ, ਉਹਦੀ ਵਾਈਫ ਸਾਰੇ ਨਬੀਆਂ ਨੂੰ ਘਾਤ ਕਰਦੀ ਸੀਗੀ। ਫਿਰ ਕੀ ਹੁੰਦਾ ਆ, ਪਰਮੇਸ਼ਵਰ ਦੇ ਵੱਲੋਂ ਹੁਕਮ ਪਾ ਕੇ ਨਾਲੇ, ਗੰਦੇ ਨਾਲੇ ਦੇ ਕੋਲ ਜਾਂਦਾ ਆ, ਸ਼ਾਇਦ ਜਿਹੜਾ ਵੀ ਨਾਲਾ ਸੀਗਾ ਉਸ ਸਮੇਂ, ਔਰ ਉੱਥੇ ਜਾ ਕੇ ਪਰਮੇਸ਼ਵਰ ਨੇ ਉਹਨੂੰ ਕਿਹਾ ਕਿ ਮੈਂ ਕਾਂ ਨੂੰ ਹੁਕਮ ਕਰ ਦਿੱਤਾ ਤੇਰੇ ਲਈ ਖਾਣਾ ਲੈ ਕੇ ਆਏਗਾ, ਕਾਲ ਦਾ ਸਮੇਂ ਆ। ਜੋ ਵੀ ਆ, ਵੀ ਕਹਿਣ ਦਾ ਭਾਵ ਆ ਕਿ ਉਹ ਪ੍ਰੋਫਿਟ ਸੀਗਾ, ਇਸ ਗੱਲ ਤੋਂ ਇਨਕਾਰ ਵੀ ਕਰ ਸਕਦਾ ਸੀਗਾ ਕਿ ਮੈਂ ਕਿਉਂ ਛਿਪਾਂ ਜਾਂ ਮੈਂ ਕਿਉਂ ਲੁਕਾਂ ਜਾਂ ਮੈਂ ਕਿਉਂ ਡਰਾਂ, ਪਰ ਉਹਨੇ ਖੁਦਾ ਦੀ ਗੱਲ ਨੂੰ ਮੰਨਿਆ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਪਰਮੇਸ਼ਵਰ ਨੇ ਅਗਰ ਉਹਦੀ ਜ਼ਿੰਦਗੀ ਦੇ ਵਿੱਚ ਐਦਾਂ ਕੀਤਾ, ਉਹਦਾ ਭਲਾ ਹੋਇਆ ਔਰ ਉਹਦੇ ਦੁਆਰਾ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਹੋਈ ਹੈ। ਜਦੋਂ ਉਹਨੇ ਅਸਮਾਨ ਨੂੰ ਬੰਦ ਕਰ ਦਿੱਤਾ, ਅਸਮਾਨ ਨੂੰ ਬੰਦ ਹੋਇਆ। ਜਦੋਂ ਉਹਨੇ ਖੋਲਿਆ ਤੇ ਉਦੋਂ ਅਸਮਾਨ ਖੁੱਲਿਆ। ਜਦੋਂ ਉਹਨੇ ਪੁਜਾਰੀਆਂ ਨੂੰ ਕਤਲੇਆਮ ਕੀਤਾ, ਜਦੋਂ ਉਹਨੇ ਕਿਹਾ ਕਿ ਜਿਹੜਾ ਸੱਚਾ ਰੱਬ ਉਹ ਅੱਗ ਦੇ ਨਾਲ ਉਤਰ ਦਵੇ, ਤੇ ਉੱਥੋਂ ਦੇ ਪੁਜਾਰੀ ਜਿਹੜੇ ਸਵੇਰ ਤੋਂ ਸ਼ਾਮ ਪੈ ਗਈ ਉਹਨਾਂ ਨੂੰ ਆਪਣੇ ਆਪਣੇ ਦੇਵਤਿਆਂ ਦਾ ਨਾਮ ਲੈ ਕੇ ਪੁਕਾਰਦੇ ਰਹੇ, ਪਰ ਅੱਗ ਦੇ ਨਾਲ ਉਤਰ ਨਹੀਂ ਆਇਆ। ਫਿਰ ਏਲੀਆ ਨੇ ਕੁਝ ਅਨੋਖਾ ਕੀਤਾ, ਜਦੋਂ ਜਗਵੇਦੀ ਤੇ ਪਾਣੀ ਜ਼ਿਆਦਾ ਡੋਲ ਦਿੱਤਾ ਉਹਨੇ, ਉਮੀਦ ਤੋਂ ਜ਼ਿਆਦਾ, ਮਤਲਬ ਜਿੱਥੇ ਇਨਸਾਨ ਸੋਚ ਵੀ ਨਹੀਂ ਸਕਦਾ ਵੀ ਇੱਥੇ ਅੱਗ ਲੱਗ ਸਕਦੀ ਹੈ, ਔਰ ਉੱਥੇ ਪਰਮੇਸ਼ਵਰ ਨੇ ਅੱਗ ਦੇ ਦੁਆਰਾ ਉਤਰ ਦਿੱਤਾ। ਬੋਲੋ ਹਾਲੇਲੂਇਆ। ਔਰ ਲੋਕ ਡਰੇ, ਪਰਮੇਸ਼ਵਰ ਦੀ ਵਡਿਆਈ ਕਰਨ ਲੱਗੇ। ਔਰ ਫਿਰ ਏਲੀਆ ਨੇ ਹੁਕਮ ਕੀਤਾ ਕਿ ਇਹਨਾਂ ਸਾਰੇ ਪਖੰਡੀ ਜਿਹੜੇ ਪੁਜਾਰੀ ਆ, ਜੋ ਵੀ ਆ, ਇਹਨਾਂ ਨੂੰ ਘਾਤ ਕਰ ਦਿੱਤਾ ਜਾਓ, ਇਹਨਾਂ ਨੂੰ ਤਲਵਾਰ ਦੇ ਨਾਲ ਮਾਰ ਦਿੱਤੇ ਜਾਣ। ਉਹ ਸਭ ਦੇ ਸਭ ਲਗਭਗ 850 ਸੀਗੇ, ਜਿਹੜੇ ਵੀ ਸੀਗੇ ਉਦੋਂ, ਉਹਨਾਂ ਨੂੰ ਘਾਤ ਕਰ ਦਿੱਤਾ ਗਿਆ। ਹਾਲੇਲੂਇਆ। ਮਾਰ ਦਿੱਤਾ ਗਿਆ। ਮਤਲਬ ਅਗਰ ਏਲੀਆ ਆਪਣੇ ਆਪ ਨੂੰ ਛੁਪਾਉਂਦਾ ਨਾ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ, ਅਗਰ ਉਹ ਲੁਕਾਉਂਦਾ ਨਾ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ, ਤੇ ਉਹ ਇੰਨਾ ਸਾਮਰਥੀ ਨਾ ਬਣ ਪਾਉਂਦਾ। ਉੱਥੇ ਉਹ ਪ੍ਰਾਰਥਨਾ ਕਰਦਾ ਰਿਹਾ, ਪਰਮੇਸ਼ਵਰ ਦੇ ਨਾਲ ਸਮੇਂ ਬਿਤਾਉਂਦਾ ਰਿਹਾ, ਕਿਉਂਕਿ ਉਹ ਹੋਰ ਕੁਝ ਕਰ ਵੀ ਸਕਦਾ, ਪਰਮੇਸ਼ਵਰ ਦਾ ਬੰਦਾ ਹੋਰ ਕੁਝ ਕਰ ਵੀ ਨਹੀਂ ਸਕਦਾ, ਕਿਉਂਕਿ ਅਗਰ ਉਹਨੂੰ ਸਮੇਂ ਮਿਲਦਾ ਉਹ ਪਰਮੇਸ਼ਵਰ ਦੇ ਨਾਲ ਸਮੇਂ ਨੂੰ ਸਪੈਂਡ ਕਰਦਾ, ਪਰਮੇਸ਼ਵਰ ਦੇ ਕੋਲੋਂ ਹੋਰ ਆਸ਼ੀਸ਼ ਲੈਣ ਦੀ ਮੰਗ ਕਰਦਾ, ਹੋਰ ਮਸਾ ਲੈਣ ਦੀ ਮੰਗ ਕਰਦਾ। ਔਰ ਉਸ ਦੌਰਾਨ ਉਹਨੇ ਆਪਣੇ ਆਪ ਨੂੰ ਹੋਰ ਮਜ਼ਬੂਤ ਕੀਤਾ ਹੋਏਗਾ, ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਹੋਰ ਜ਼ਿਆਦਾ ਗਿਆ ਹੋਏਗਾ, ਕਿ ਅਗਰ ਉਹ ਉਸ ਨਾਲੇ ਤੱਕ ਨਾ ਪਹੁੰਚਦਾ, ਉਸ ਤੋਂ ਪਹਿਲਾਂ ਹੋ ਸਕਦਾ ਉਹ ਅੱਗ ਉਤਾਰਨ ਦੇ ਵਿੱਚ ਇੰਨਾ ਕਾਬਿਲ ਨਾ ਹੁੰਦਾ, ਤਾਂ ਹੀ ਪਰਮੇਸ਼ਵਰ ਨੇ ਉਹਨੂੰ ਉਸ ਥਾਂ ਦੇ ਉੱਪਰ ਭੇਜਿਆ, ਨਾਲੇ ਦੇ ਕੋਲ, ਔਰ ਉੱਥੇ ਉਹਦੀ ਪ੍ਰਾਰਥਨਾ ਵਧੀ ਹੋਏਗੀ, ਪਰਮੇਸ਼ਵਰ ਦੇ ਕੋਲੋਂ ਮਸਾ ਮਿਲਿਆ ਹੋਏਗਾ। ਔਰ ਫਿਰ ਉਹਨੇ ਜਦੋਂ ਪ੍ਰਾਰਥਨਾ ਕੀਤੀ ਤੇ ਅੱਗ ਦੇ ਨਾਲ ਉਤਰ ਆਇਆ। ਬੋਲੋ ਹਾਲੇਲੂਇਆ। ਜੋ ਸਿਚੁਏਸ਼ਨ ਖੁਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਕ੍ਰੀਏਟ ਕਰਦੇ ਆ, ਉਹ ਪਰਮੇਸ਼ਵਰ ਦੀ ਵਡਿਆਈ ਦੇ ਲਈ ਆ। ਅਯੂਬ ਦੀ ਜ਼ਿੰਦਗੀ ਦੇ ਵਿੱਚ ਅਗਰ ਦੁੱਖ ਆਇਆ ਤੇ ਬਾਅਦ ਵਿੱਚ ਸੁੱਖ ਵੀ ਆਇਆ, ਔਰ ਪਰਮੇਸ਼ਵਰ ਦੀ ਵਡਿਆਈ ਦੇ ਲਈ ਹੋਇਆ। ਤੁਸੀਂ ਅਗਰ ਪਰਮੇਸ਼ਵਰ ਦੇ ਦਾਸਾਂ ਦੀਆਂ ਜ਼ਿੰਦਗੀਆਂ ਦੇ ਬਾਰੇ ਦੇਖੋ ਤੇ ਉਹ ਦੁੱਖ ਤੁਹਾਨੂੰ ਦੇਖਣਗੇ, ਪਰ ਉਸ ਤੋਂ ਬਾਅਦ ਦੇਖੋ ਪਰਮੇਸ਼ਵਰ ਦੀ ਵਡਿਆਈ ਉਹਨਾਂ ਜ਼ਿੰਦਗੀਆਂ ਦੇ ਵਿੱਚ। ਕਈਆਂ ਨੇ ਦੁੱਖਾਂ ਦੇ ਵਿੱਚ ਵੀ ਪਰਮੇਸ਼ਵਰ ਦੀ ਵਡਿਆਈ ਕੀਤੀ, ਕਈਆਂ ਨੇ ਦੁੱਖਾਂ ਦਾ ਸਮੇਂ ਜਦੋਂ ਨਿਕਲ ਗਿਆ, ਫਿਰ ਸੁੱਖ ਆਇਆ, ਉਦੋਂ ਪਰਮੇਸ਼ਵਰ ਦੀ ਵਡਿਆਈ ਕੀਤੀ। ਜੋ ਕੁਝ ਵੀ ਹੁੰਦਾ ਆ, ਪਰਮੇਸ਼ਵਰ ਆਪਣੀ ਮਹਿਮਾ ਲੈਣ ਦੇ ਲਈ ਕਰਦੇ ਆ। ਹਾਲੇਲੂਇਆ। ਅਗਰ ਕੋਈ ਬਿਮਾਰ ਹੁੰਦਾ ਆ, ਉਹਦੇ ਵਿੱਚ ਵੀ ਪਰਮੇਸ਼ਵਰ ਆਪਣੀ ਮਹਿਮਾ ਲੱਭਦੇ ਆ, ਉਹਦੇ ਵਿੱਚ ਵੀ ਪਰਮੇਸ਼ਵਰ ਆਪਣੀ ਮਹਿਮਾ ਚਾਹੁੰਦੇ ਆ। ਪਰ ਬਹੁਤੇ ਲੋਕ ਕੀ ਕਰਦੇ ਆ, ਜਦੋਂ ਚੰਗਿਆਈ ਪ੍ਰਾਪਤ ਕਰ ਲੈਂਦੇ ਆ ਤਾਂ ਫਿਰ ਬੈਕਸਲਾਈਡ ਹੋ ਜਾਂਦੇ, ਪਿੱਛੇ ਚਲੇ ਜਾਂਦੇ ਆ। ਹਾਲੇਲੂਇਆ। ਪਰਮੇਸ਼ਵਰ ਦੇ ਨਜ਼ਦੀਕ ਆਉਣ ਦੀ ਬਜਾਏ ਉਹ ਆਪਣੀ ਚੰਗਿਆਈ ਨੂੰ ਪ੍ਰਾਪਤ ਕਰਦੇ ਆ, ਆਪਣੀਆਂ ਆਸ਼ੀਸ਼ਾਂ ਨੂੰ ਪ੍ਰਾਪਤ ਕਰਦੇ ਆ, ਫਿਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦੇ, ਪਿੱਛੇ ਜਾਣਾ ਸ਼ੁਰੂ ਹੋ ਜਾਂਦੇ, ਫਿਰ ਆਪਣੀ ਮਨ ਮਸਤੀ ਦੇ ਵਿੱਚ ਜਾਣਾ ਸ਼ੁਰੂ ਕਰ ਦਿੰਦੇ ਆ। ਲੇਕਿਨ ਪਰਮੇਸ਼ਵਰ ਦਾ ਚੰਗਿਆਈ ਦੇਣ ਦਾ ਮਕਸਦ ਜਾਂ ਤੁਹਾਨੂੰ ਆਸ਼ੀਸ਼ ਦੇਣ ਦਾ ਮਕਸਦ ਇਹ ਨਹੀਂ ਸੀਗਾ। ਪਰਮੇਸ਼ਵਰ ਦਾ ਮਕਸਦ ਸੀਗਾ ਕਿ ਤੁਹਾਨੂੰ ਚੰਗਾ ਕਰੇ, ਤੁਹਾਨੂੰ ਆਸ਼ੀਸ਼ ਦੇਵੇ, ਤੁਹਾਨੂੰ ਬਰਕਤ ਦੇਵੇ, ਤਾਂ ਜੋ
ਤੁਸੀਂ ਪਰਮੇਸ਼ਵਰ ਦੇ ਨਜ਼ਦੀਕ ਆਓ, ਪਰਮੇਸ਼ਵਰ ਦੇ ਕੋਲ ਆਓ। 10 ਕੋੜੀ ਪਰਮੇਸ਼ਵਰ ਦੇ ਕੋਲ ਆਏ ਜਦੋਂ ਉਹਨਾਂ ਨੂੰ ਚੰਗਿਆਈ ਦੀ ਜ਼ਰੂਰਤ ਸੀਗੀ। ਉਹਨਾਂ ਨੇ ਪਰਮੇਸ਼ਵਰ ਦੇ ਅੱਗੇ, ਖੁਦਾਵੰਦ ਯਿਸੂ ਮਸੀਹ ਦੇ ਅੱਗੇ ਵਿਨਤੀ ਕੀਤੀ। ਯਿਸੂ ਮਸੀਹ ਨੇ ਕਿਹਾ ਜਾਓ ਆਪਣੇ ਤਾਈ ਜਾਜਕਾਂ ਨੂੰ ਵਿਖਾਓ, ਜੋ ਜਾਜਕਾਂ ਨੇ ਤੁਹਾਡੇ ਲਈ ਭੇਟ ਠਹਿਰਾਈ ਹੈ ਮੂਸਾ ਨੇ, ਉਹ ਲੈ ਕੇ ਰਾਜੇ ਦੇ ਅੱਗੇ ਜਾਓ। ਔਰ ਬਾਈਬਲ ਕਹਿੰਦਾ ਜਾਂਦੇ ਜਾਂਦੇ ਉਹ ਰਸਤੇ ਦੇ ਵਿੱਚ ਹੀ ਸ਼ੁੱਧ ਹੋ ਗਏ। ਔਰ ਇੱਕ ਕੋੜੀ ਵਾਪਸ ਆਇਆ ਖੁਦਾਵੰਦ ਦਾ ਧੰਨਵਾਦ ਕਰਨ ਦੇ ਲਈ। ਤੇ ਯਿਸੂ ਮਸੀਹ ਕਹਿੰਦੇ 9 ਕਿੱਥੇ ਆ? ਕਹਿਣ ਦਾ ਭਾਵ ਆ ਕਿ ਉਹ ਪਰਮੇਸ਼ਵਰ ਦੀ ਵਡਿਆਈ ਕਰਨ ਦੇ ਲਈ ਇੱਕ ਵਾਪਸ ਆਇਆ, ਕਿ ਦੱਸਣ ਔਰ ਪਰਮੇਸ਼ਵਰ ਦਾ ਧੰਨਵਾਦ ਕਰਨ ਕਿ ਮੈਂ ਤੁਹਾਡੇ ਕੀਤੇ ਅਨੁਸਾਰ ਕੀਤਾ ਔਰ ਮੈਂ ਚੰਗਾ ਹੋ ਗਿਆ, ਮੈਂ ਬਰਕਤ ਪਾਈ, ਮੈਂ ਚੰਗਿਆਈ ਪਾਈ। ਔਰ ਉਹ ਪਰਮੇਸ਼ਵਰ ਦੀ ਵਡਿਆਈ ਕਰਦਾ ਹੋਇਆ ਯਿਸੂ ਮਸੀਹ ਦੇ ਕੋਲ ਆਇਆ। ਤੇ ਜਦੋਂ ਯਿਸੂ ਮਸੀਹ ਨੇ ਦੇਖਿਆ ਤੇ ਉਹਨੂੰ ਪੁੱਛਿਆ, ਕਹਿੰਦੇ 9 ਕਿੱਥੇ ਆ? 9 ਕਿੱਥੇ ਚਲੇ ਗਏ? ਕਿਤੇ ਤੁਹਾਡੀ ਗਿਣਤੀ ਉਹਨਾਂ ਨੋਹਾਂ ਦੇ ਵਿੱਚ ਨਾ ਆਂਦੀ ਹੋਵੇ। ਤੁਹਾਡੀ ਗਿਣਤੀ ਉਸ ਇੱਕ ਕੋੜੀ ਦੇ ਵਿੱਚ ਆਣੀ ਚਾਹੀਦੀ ਹੈ ਜਿਹੜਾ ਵਾਪਿਸ ਆਇਆ ਖੁਦਾਵੰਦ ਦੀ ਵਡਿਆਈ ਕਰਨ ਦੇ ਲਈ, ਖੁਦਾਵੰਦ ਦੇ ਨਾਮ ਨੂੰ ਮੁਬਾਰਕ ਆਖਣ ਦੇ ਲਈ। ਸਾਡਾ ਜੀਵਨ ਜਿਹੜਾ ਹੈ ਪਰਮੇਸ਼ਵਰ ਦੀ ਵਡਿਆਈ ਦੇ ਲਈ ਹੈ। ਬੋਲੋ ਆਮੀਨ, ਹਾਲੇਲੂਇਆ। ਸਾਡੀ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਹੋਏਗਾ ਉਹ ਪਰਮੇਸ਼ਵਰ ਦੀ ਵਡਿਆਈ ਦੇ ਲਈ ਹੋਏਗਾ, ਐਵੇਂ ਤੈਵੇਂ ਨਹੀਂ ਹੋ ਜਾਣਾ। ਜੋ ਕੁਝ ਵੀ ਸਾਡੀ ਜ਼ਿੰਦਗੀ ਦੇ ਵਿੱਚ ਹੋ ਰਿਹਾ, ਹਾਲਾਤ ਬਦਲ ਰਹੇ ਨੇ, ਆਦਤਾਂ ਬਦਲ ਰਹੀਆਂ, ਸਿਚੁਏਸ਼ਨਸ ਬਦਲ ਰਹੀਆਂ ਆ, ਔਰ ਫਾਈਨਾਂਸ ਬਦਲ ਰਿਹਾ ਹੈ, ਸਭ ਕੁਝ ਪਰਮੇਸ਼ਵਰ ਦੀ ਵਡਿਆਈ ਦੇ ਲਈ ਹੋ ਰਿਹਾ ਆ। ਸਾਡੀ ਜ਼ਿੰਦਗੀ 'ਚ ਜੋ ਕੁਝ ਵੀ ਹੁੰਦਾ, ਪਲੱਸ ਹੋ ਰਿਹਾ, ਮਾਈਨਸ ਹੋ ਰਿਹਾ, ਜੋ ਕੁਝ ਵੀ ਹੋ ਰਿਹਾ ਉਹ ਪਰਮੇਸ਼ਵਰ ਦੀ ਵਡਿਆਈ ਦੇ ਲਈ ਹੋ ਰਿਹਾ ਆ। ਹਾਲੇਲੂਇਆ। ਜੋ ਕੁਝ ਵੀ ਹੋ ਰਿਹਾ, ਮਤਲਬ ਇਹ ਇਤਫਾਕ ਨਹੀਂ ਹੈ ਜਾਂ ਇਹ ਕੋਈ ਸੋਚੀ ਸਮਝੀ ਸਾਜ਼ਿਸ਼ ਨਹੀਂ ਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਇਦਾਂ ਪਲਾਨ ਕਰਾਂਗੇ ਤਾਂ ਅਸੀਂ ਇਦਾਂ ਹੋ ਜਾਏਗਾ, ਉਦਾਂ ਕਰਾਂਗੇ ਤਾਂ ਇਦਾਂ ਹੋ ਜਾਏਗਾ, ਜਾਂ ਤੁਸੀਂ ਆਪਣੀ ਮਨ ਮਰਜ਼ੀ ਦੇ ਨਾਲ ਸੋਚੋ ਇਦਾਂ ਅਸੀਂ ਕਰਾਂਗੇ ਫਿਰ ਉਦਾਂ ਕਰਾਂਗੇ, ਇਦਾਂ ਕਰਾਂਗੇ। ਨਹੀਂ, ਜੋ ਕੁਝ ਵੀ ਹੋ ਰਿਹਾ ਉਹ ਪਰਮੇਸ਼ਵਰ ਦੀ ਮਹਿਮਾ ਦੇ ਲਈ ਹੋ ਰਿਹਾ ਔਰ ਪਰਮੇਸ਼ਵਰ ਦੀ ਮਰਜ਼ੀ ਦੇ ਅਨੁਸਾਰ ਹੋ ਰਿਹਾ ਹੈ। ਹਾਲੇਲੂਇਆ। ਤੁਸੀਂ ਜਿਸ ਹਾਲਾਤਾਂ ਦੇ ਵਿੱਚ ਆ, ਮੌਜੂਦਾ ਜੋ ਹਾਲਾਤ ਆ ਤੁਹਾਡੇ, ਜਿਨ੍ਹਾਂ ਵੀ ਹਾਲਾਤਾਂ ਦੇ ਵਿੱਚੋਂ ਤੁਸੀਂ ਲੰਘ ਰਹੇ ਆ, ਤੁਸੀਂ ਜਾਣੋ ਕਿ ਇਹ ਪਰਮੇਸ਼ਵਰ ਦੇ ਦੁਆਰਾ ਹੀ ਕੀਤੇ ਗਏ ਨੇ। ਔਰ ਪਰਮੇਸ਼ਵਰ ਇਹਨਾਂ ਹਾਲਾਤਾਂ ਦੇ ਵਿੱਚ ਤੁਹਾਡੇ ਕੋਲੋਂ ਵਡਿਆਈ ਚਾਹੁੰਦਾ ਆ ਕਿ ਤੁਸੀਂ ਪਰਮੇਸ਼ਵਰ ਦੀ ਮਹਿਮਾ ਕਰੋ, ਤੁਸੀਂ ਪਰਮੇਸ਼ਵਰ ਦੀ ਵਡਿਆਈ ਕਰੋ। ਉਹ 10 ਦੇ 10 ਕੋੜੀ ਸੀਗੇ, ਮਤਲਬ ਬਿਮਾਰ ਸੀਗੇ। ਉਹਨਾਂ ਨੂੰ ਯਿਸੂ ਮਸੀਹ ਨੇ ਕਿਹਾ ਆਪਣੇ ਤਾਈ ਜਾਜਕਾਂ ਨੂੰ ਵਿਖਾਓ, ਔਰ ਜੋ ਮੂਸਾ ਨੇ ਭੇਂਟ ਠਹਿਰਾਈ ਹੈ ਔਰ ਉਹਨੂੰ ਤੁਸੀਂ ਚੜਾਵੋ। ਔਰ ਬਾਈਬਲ ਕਹਿੰਦਾ ਰਸਤੇ 'ਚ ਜਾਂਦੇ ਜਾਂਦੇ 10 ਹੀ ਸ਼ੁੱਧ ਹੋ ਗਏ। ਇੰਨੇ ਐਕਸਾਈਟਡ ਹੋ ਗਏ। ਤੁਸੀਂ ਦੇਖੋ ਕਈ ਲੋਕ ਇਦਾਂ ਦੇ ਵੀ ਆ, ਖੁਦਾਵੰਦ ਦੇ ਕੋਲ ਆਉਂਦੇ ਆ, ਬਰਕਤ ਪਾਉਂਦੇ ਆ ਔਰ ਫਿਰ ਆਉਣਾ ਬੰਦ ਕਰ ਦਿੰਦੇ ਆ। ਖੁਦਾਵੰਦ ਦੀ ਹਜ਼ੂਰੀ ਦੇ ਵਿੱਚ ਆਉਣਾ ਬੰਦ ਕਰ ਦਿੰਦੇ, ਚਰਚ ਆਉਣਾ ਬੰਦ ਕਰ ਦਿੰਦੇ, ਬਾਈਬਲ ਪੜ੍ਹਨਾ ਬੰਦ ਕਰ ਦਿੰਦੇ, ਪ੍ਰਾਰਥਨਾ ਕਰਨਾ ਬੰਦ ਕਰ ਦਿੰਦੇ ਆ। ਬਟ ਬਾਈਬਲ ਦੇ ਵਿੱਚ ਲਿਖਿਆ ਇੱਕ ਕੋੜੀ ਵਾਪਸ ਆਇਆ ਖੁਦਾਵੰਦ ਦੀ ਮਹਿਮਾ ਕਰਨ ਦੇ ਲਈ, ਖੁਦਾਵੰਦ ਦੇ ਨਾਮ ਨੂੰ ਵਡਿਆਈ ਦੇਣ ਦੇ ਲਈ ਆਇਆ। ਫਿਰ ਯਿਸੂ ਮਸੀਹ ਨੇ ਕਿਹਾ ਕਿ ਉਹ 9 ਕਿੱਥੇ ਆ? ਉਹ 9 ਕਿੱਥੇ ਆ? ਕਹਿੰਦੇ ਉਹਨਾਂ ਨੂੰ ਨਹੀਂ ਪਤਾ ਪਰਮੇਸ਼ਵਰ ਦੀ ਵਡਿਆਈ ਕਰਨੀ। ਕਿ ਤੁਹਾਨੂੰ ਨਹੀਂ ਪਤਾ ਪਰਮੇਸ਼ਵਰ ਦੀ ਵਡਿਆਈ ਕਰਨ ਦੇ ਲਈ ਪਰਮੇਸ਼ਵਰ ਨੇ ਤੁਹਾਨੂੰ ਚੁਣਿਆ? ਨਹੀਂ ਤਾਂ ਅਸੀਂ ਅੱਜ ਵੀ ਨਸ਼ੇ 'ਚ ਹੁੰਦੇ, ਅਸੀਂ ਅੱਜ ਵੀ ਪਾਪ 'ਚ ਹੁੰਦੇ, ਅਸੀਂ ਅੱਜ ਵੀ ਗਲਤ ਸੋਚ 'ਚ ਹੁੰਦੇ, ਅਸੀਂ ਅੱਜ ਵੀ ਗਲਤ ਵਿਚਾਰਾਂ ਦੇ ਵਿੱਚ ਹੁੰਦੇ। ਪਰਮੇਸ਼ਵਰ ਨੇ ਸਾਨੂੰ ਚੁਣ ਲਿਆ, ਪਰਮੇਸ਼ਵਰ ਨੇ ਸਾਨੂੰ ਆਜ਼ਾਦ ਕਰ ਦਿੱਤਾ, ਪਰਮੇਸ਼ਵਰ ਨੇ ਸਾਨੂੰ ਅਲੱਗ ਕਰ ਦਿੱਤਾ, ਪਰਮੇਸ਼ਵਰ ਨੇ ਸਾਨੂੰ ਪਵਿੱਤਰ ਕਰ ਦਿੱਤਾ। ਕਾਹਦੇ ਲਈ ਕੀਤਾ? ਕਿ ਸਾਡੀ ਜ਼ਿੰਦਗੀ ਤੋਂ ਪਰਮੇਸ਼ਵਰ ਦੇ ਨਾਮ ਨੂੰ ਵਡਿਆਈ ਮਿਲੇ, ਸਾਡੀ ਜ਼ਿੰਦਗੀ ਤੋਂ ਪਰਮੇਸ਼ਵਰ ਦੇ ਨਾਮ ਨੂੰ ਆਨਰ ਮਿਲੇ, ਇੱਜ਼ਤ ਮਿਲੇ। ਪਰ ਅਸੀਂ ਕੀ ਕਰਦੇ ਹਾਂ? ਜਦੋਂ ਸਾਨੂੰ ਜੋ ਚਾਹੀਦਾ ਸਾਨੂੰ ਪਰਮੇਸ਼ਵਰ ਦੇ ਕੋਲੋਂ ਮਿਲ ਜਾਂਦਾ, ਫਿਰ ਸਾਡੇ ਹਾਵ ਭਾਵ ਬਦਲ ਜਾਂਦੇ ਆ, ਫਿਰ ਸਾਡੀ ਲੈਂਗੁਏਜ ਬਦਲ ਜਾਂਦੀ, ਫਿਰ ਸਾਡਾ ਸਮੇਂ ਬਦਲ ਜਾਂਦਾ ਹੈ। ਫਿਰ ਜੋ ਅਸੀਂ ਆਪਣੀ ਜ਼ਿੰਦਗੀ 'ਚ ਪਹਿਲਾ ਸਥਾਨ ਪਰਮੇਸ਼ਵਰ ਨੂੰ ਦਿੰਦੇ ਸੀਗੇ ਪਹਿਲਾਂ, ਫਿਰ ਉਹ ਦੇਣਾ ਅਸੀਂ ਬੰਦ ਕਰ ਦਿੰਦੇ ਹਾਂ। ਫਿਰ ਮੋਬਾਈਲ ਦੀ ਟੈਕਨੋਲੋਜੀ ਦਾ ਜਿਹੜਾ ਸਮੇਂ ਹੈ ਸਾਡੀ ਜ਼ਿੰਦਗੀ 'ਚ ਪਹਿਲਾ ਸਥਾਨ ਪ੍ਰਾਪਤ ਕਰ ਲੈਂਦਾ। ਦੁਨੀਆ ਦੇ ਲੋਕ ਜਿਹੜੇ ਆ, ਸਾਡੇ ਯਾਰ ਦੋਸਤ, ਮਿੱਤਰ, ਭੈਣ ਭਰਾ, ਰਿਸ਼ਤੇਦਾਰ, ਇਹ ਸਾਰੇ ਸਾਡੀ ਜ਼ਿੰਦਗੀ 'ਚ ਪਹਿਲਾ ਸਥਾਨ ਪ੍ਰਾਪਤ ਕਰ ਲੈਂਦੇ ਆ। ਤੇ ਯਿਸੂ ਮਸੀਹ ਕਹਿੰਦੇ ਉਹ 9 ਕਿੱਥੇ ਗਏ ਨੇ? ਉਹਨਾਂ ਨੂੰ ਨਹੀਂ ਪਤਾ ਕਿ ਤੁਹਾਨੂੰ ਚੰਗਿਆਈ ਮਿਲੀ ਆ, ਤੁਹਾਨੂੰ ਬਰਕਤ ਮਿਲੀ ਆ ਜੋ ਇਨਸਾਨ ਨਹੀਂ ਦੇ ਸਕਦਾ। ਤੁਹਾਡੇ ਉੱਪਰ ਖੁਦਾਵੰਦ ਦਾ ਸਪਰਸ਼ ਹੋਇਆ ਆ। ਇਹ ਕਾਹਦੇ ਲਈ ਹੋਇਆ? ਕਿ ਤੁਸੀਂ ਪਰਮੇਸ਼ਵਰ ਦੀ ਵਡਿਆਈ ਕਰੋ, ਪਰਮੇਸ਼ਵਰ ਦੇ ਨਾਮ ਦੀ ਇੱਜ਼ਤ ਕਰੋ, ਦੇ ਨਾਮ ਨੂੰ ਮੁਬਾਰਕ ਆਖੋ। ਇਹ ਇਸੇ ਲਈ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਇਆ। ਹਾਲੇਲੂਇਆ। ਅੱਜ ਦੇ ਇਨਸਾਨ ਦੀ ਅਗਰ ਜ਼ਿੰਦਗੀ ਦੇ ਵਿੱਚ ਕੁਝ ਵੀ ਹੁੰਦਾ ਆ, ਜਿੱਦਾਂ ਦੀ ਵੀ ਸਿਚੁਏਸ਼ਨ ਹੁੰਦੀ ਆ, ਉਹ ਬੰਦਾ ਘਬਰਾ ਜਾਂਦਾ, ਡਰ ਜਾਂਦਾ ਔਰ ਆਪਣੇ ਮੂੰਹ ਤੋਂ ਬੁੜਬੁੜਾਹਟ ਕਰਨੀ ਸ਼ੁਰੂ ਕਰ ਦਿੰਦਾ। ਮੈਂ ਪ੍ਰਭੂ ਦੇ ਵਿੱਚ ਹਾਂ, ਫਿਰ ਮੇਰੀ ਜ਼ਿੰਦਗੀ 'ਚ ਇਦਾਂ ਕਿਉਂ? ਮੈਂ ਮਸੀਹ ਹਾਂ ਬਚਪਨ ਤੋਂ, ਫਿਰ ਮੇਰੀ ਜ਼ਿੰਦਗੀ 'ਚ ਇਦਾਂ ਕਿਉਂ? ਮੈਂ ਇਦਾਂ ਕਿਉਂ? ਮੇਰੇ ਨਾਲ ਇਦਾਂ ਕਿਉਂ? ਮੇਰੇ ਹਾਲਾਤ ਇਦਾਂ ਕਿਉਂ? ਔਰ ਜਿਹੜੇ ਲੋਕ ਪ੍ਰਭੂ ਦੇ ਵਿੱਚ ਸਹੀ ਨਹੀਂ ਚੱਲਦੇ ਆ, ਉਹ ਕਿੱਦਾਂ ਫਲਵੰਤ ਹੋ ਰਹੇ ਆ? ਮੈਂ ਸਹੀ ਚੱਲਦਾ ਜਾਂ ਚੱਲਦੀ ਹਾਂ
ਫਿਰ ਵੀ ਮੈਂ ਇਹਨਾਂ ਚੀਜ਼ਾਂ ਤੋਂ ਵਾਂਝੀ ਕਿਉਂ ਆ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਡਾ ਨਾਮ ਜੀਵਨ ਦੀ ਪੁਸਤਕ ਦੇ ਵਿੱਚ ਆ। ਬੋਲੋ ਆਮੀਨ, ਹਾਲੇਲੂਇਆ। ਧਰਤੀ ਦੇ ਉੱਪਰ ਤੁਹਾਨੂੰ ਕਸ਼ਟ ਹੋ ਸਕਦਾ ਆ, ਪਰ ਸਵਰਗ ਦੇ ਵਿੱਚ ਨਹੀਂ। ਸਵਰਗ 'ਚ ਤੁਸੀਂ ਆਰਾਮ ਪ੍ਰਾਪਤ ਕਰੋਗੇ, ਸਵਰਗ ਦੇ ਵਿੱਚ ਤੁਸੀਂ ਸ਼ਾਂਤੀ ਪ੍ਰਾਪਤ ਕਰੋਗੇ, ਸਵਰਗ ਦੇ ਵਿੱਚ ਤੁਸੀਂ ਖੁਦਾਵੰਦ ਦੇ ਨਾਲ ਰਹਿਣਾ ਆ। ਬੋਲੋ ਹਾਲੇਲੂਇਆ। ਇਸ ਗੱਲ ਦੇ ਉੱਪਰ ਗੌਰ ਕਰਨ ਦੀ ਜ਼ਰੂਰਤ ਆ। ਲਾਜ਼ਰ ਬਿਮਾਰ ਸੀਗਾ, ਧਰਮੀ ਸੀਗਾ, ਪਰ ਬਿਮਾਰੀ ਦੇ ਵਿੱਚ ਹੀ ਮਰਿਆ, ਲੇਕਿਨ ਸਵਰਗ ਦੇ ਵਿੱਚ ਗਿਆ, ਸ਼ਾਂਤੀ ਪਾਈ ਉਹਨੇ, ਤਸੱਲੀ ਪਾਈ ਉਹਨੇ। ਸਵਰਗ ਦੇ ਵਿੱਚ ਉਹਨੂੰ ਮਰਨ ਤੋਂ ਬਾਅਦ ਕੋਈ ਦੁੱਖ ਨਹੀਂ। ਗੱਲ ਇਸ ਉੱਪਰ ਗੌਰ ਕਰਨ ਦੀ ਆ ਕਿ ਅਸੀਂ ਜੇ ਮਰ ਵੀ ਜਾਂਦੇ ਹਾਂ ਤਾਂ ਫਿਰ ਸਾਨੂੰ ਸੁੱਖ ਆ ਕਿ ਦੁੱਖ ਆ। ਮੈਂ ਬਾਈਬਲ ਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪਰਮੇਸ਼ਵਰ ਜੋ ਸਾਡੀ ਜ਼ਿੰਦਗੀ 'ਚ ਕਰਦੇ ਨੇ ਉਹ ਆਪਣੀ ਵਡਿਆਈ ਦੇ ਲਈ, ਮਤਲਬ ਸਾਡਾ ਜੀਵਨ ਆ ਪਰਮੇਸ਼ਵਰ ਦੀ ਵਡਿਆਈ ਦੇ ਲਈ। ਮੈਂ ਪਰਮੇਸ਼ਵਰ ਦੀ ਵਡਿਆਈ ਦਾ ਕਾਰਨ ਬਣਾ। ਦੁਆ ਮੰਗਿਆ ਕਰੋ, ਪਰਮੇਸ਼ਵਰ ਮੈਂ ਤੇਰੀ ਵਡਿਆਈ ਦਾ ਕਾਰਨ ਬਣਾ। ਮੇਰੇ ਜੀਵਨ ਤੋਂ ਤੇਰੇ ਨਾਮ ਨੂੰ ਵਡਿਆਈ ਮਿਲੇ, ਮੇਰੇ ਜੀਵਨ ਤੋਂ ਤੇਰਾ ਨਾਮ ਵਡਿਆਇਆ ਜਾਵੇ। ਅਗਰ ਤੁਸੀਂ ਦੇਖੋ, ਬਾਈਬਲ ਨੂੰ ਪੜ੍ਹੋ, ਜਦੋਂ ਲਾਜ਼ਰ 4 ਦਿਨਾਂ ਦਾ ਮੁਰਦਾ ਜਿਹੜਾ ਉਹਨੂੰ ਯਿਸੂ ਮਸੀਹ ਨੇ ਜਦੋਂ ਜ਼ਿੰਦਾ ਕੀਤਾ, ਬਾਈਬਲ ਕਹਿੰਦਾ ਉੱਥੇ ਜਿਹੜੇ ਯਹੂਦੀ ਲੋਕ ਸੀਗੇ ਉਹਨਾਂ ਨੇ ਜਦੋਂ ਇਹ ਚਮਤਕਾਰ ਦੇਖਿਆ ਤੇ ਪਰਮੇਸ਼ਵਰ ਦੀ ਵਡਿਆਈ ਕਰਨ ਲੱਗ ਗਏ। ਮਤਲਬ ਉਸ ਲਾਜ਼ਰ ਦਾ ਮਰਨਾ 4 ਦਿਨਾਂ ਬਾਅਦ ਜ਼ਿੰਦਾ ਹੋਣ ਦਾ ਕਾਰਨ ਕੀ ਸੀਗਾ ਕਿ ਜਿਹੜੇ ਲੋਕ ਉਸ ਸਮੇਂ ਮੌਜੂਦ ਆ ਉਹ ਪਰਮੇਸ਼ਵਰ ਦੀ ਵਡਿਆਈ ਕਰਨ। ਹਾਲੇਲੂਇਆ। ਲਾਜ਼ਰ ਦਾ ਮਰਨਾ, ਚੌਥੇ ਦਿਨ ਜ਼ਿੰਦਾ ਹੋਣਾ ਯਿਸੂ ਮਸੀਹ ਦੇ ਦੁਆਰਾ ਪਰਮੇਸ਼ਵਰ ਦੀ ਵਡਿਆਈ ਦਾ ਕਾਰਨ ਸੀ। ਔਰ ਤੁਸੀਂ ਬਾਈਬਲ ਦੇ ਵਿੱਚ ਅਗਰ ਹੋਰ ਖੁਦਾਵੰਦ ਦੇ ਚੰਗਿਆਈਆਂ ਦੇਖੋ, ਯਿਸੂ ਮਸੀਹ ਨੇ ਜਿਨ੍ਹਾਂ ਨੂੰ ਚੰਗਾ ਕੀਤਾ, ਜਿਨ੍ਹਾਂ ਨੇ ਯਿਸੂ ਮਸੀਹ ਨੂੰ ਜਿਨ੍ਹਾਂ ਨੇ ਆਜ਼ਾਦ ਕੀਤਾ, ਯਿਸੂ ਮਸੀਹ ਨੇ ਜਿਨ੍ਹਾਂ ਨੂੰ ਆਜ਼ਾਦ ਕੀਤਾ, ਉਹਨਾਂ ਆਲੇ ਦੁਆਲੇ ਜਿਹੜੇ ਲੋਕ ਖੜੇ ਸੀਗੇ ਉਹਨਾਂ ਨੇ ਦੇਖਿਆ ਔਰ ਅਚੰਭਾ ਦੇਖਿਆ ਔਰ ਪਰਮੇਸ਼ਵਰ ਤੋਂ ਡਰੇ ਔਰ ਪਰਮੇਸ਼ਵਰ ਦੀ ਵਡਿਆਈ ਕਰਨ ਲੱਗ ਗਏ। ਹਾਲੇਲੂਇਆ। ਤੁਸੀਂ ਬਾਈਬਲ ਨੂੰ ਪੜ੍ਹੋ ਧਿਆਨ ਦੇ ਨਾਲ ਤੇ ਤੁਹਾਨੂੰ ਇਸ ਗੱਲ ਦਾ ਸਬੂਤ ਮਿਲੇਗਾ ਕਿ ਲੋਕਾਂ ਨੇ ਜਦੋਂ ਕੋਈ ਚਮਤਕਾਰ ਦੇਖਿਆ ਉਸ ਤੋਂ ਬਾਅਦ ਉਹ ਡਰੇ ਵੀ ਔਰ ਪਰਮੇਸ਼ਵਰ ਦੀ ਵਡਿਆਈ ਵੀ ਕੀਤੀ। ਉਹਨਾਂ ਨੇ ਕਹਿੰਦੇ ਇਦਾਂ ਦਾ ਕੰਮ ਅਸੀਂ ਕਦੀ ਦੇਖਿਆ ਨਹੀਂ ਔਰ ਪਿਤਾ ਦੀ ਵਡਿਆਈ ਕਰਨ ਲੱਗ ਗਏ। ਬੋਲੋ ਹਾਲੇਲੂਇਆ। ਜਦੋਂ ਲੰਗੜੇ ਨੂੰ ਚੰਗਾ ਕੀਤਾ, ਜਦੋਂ ਅੰਨੇ ਨੂੰ ਅੱਖਾਂ ਮਿਲੀਆਂ ਔਰ ਲੋਕ ਉਸ ਸਮੇਂ ਮੌਜੂਦ ਔਰ ਹੈਰਾਨ ਹੋ ਗਏ। ਹਾਲੇਲੂਇਆ। ਜਦੋਂ ਵਿਧਵਾ ਦੇ ਬੇਟੇ ਨੂੰ ਜ਼ਿੰਦਾ ਕੀਤਾ, ਯਿਸੂ ਮਸੀਹ ਨੇ ਦੇਖਿਆ ਵਿਧਵਾ ਦਾ ਇਕਲੌਤਾ ਬੇਟਾ ਸੀਗਾ ਉਹ ਵੀ ਮਰ ਗਿਆ ਔਰ ਰਸਤੇ 'ਚ ਜਨਾਜ਼ਾ ਲੈ ਕੇ ਜਾ ਰਹੇ ਆ ਔਰ ਯਿਸੂ ਮਸੀਹ ਨੇ ਉਸ ਸੀੜੀ ਨੂੰ ਛੂਇਆ ਜਿੱਥੇ ਮੁਰਦਾ ਪਿਆ ਸੀਗਾ, ਉਹਨੂੰ ਛੂਇਆ ਤੇ ਉਹ ਮੁਰਦਾ ਜ਼ਿੰਦਾ ਹੋ ਗਿਆ। ਲੋਕ ਡਰੇ ਔਰ ਪਰਮੇਸ਼ਵਰ ਦੀ ਵਡਿਆਈ ਕਰਨ ਲੱਗ ਗਏ। ਹਾਲੇਲੂਇਆ। ਜੋ ਕੁਝ ਵੀ ਸਾਡੀ ਜ਼ਿੰਦਗੀ ਦੇ ਵਿੱਚ ਹੁੰਦਾ ਆ, ਮੌਜੂਦਾ ਹਾਲਾਤਾਂ ਦੇ ਵਿੱਚ ਵੀ ਜਾਂ ਪਹਿਲਾਂ ਹੋ ਚੁੱਕਾ ਜਾਂ ਹੁਣ ਆਉਣ ਵਾਲੇ ਸਮੇਂ 'ਚ ਵੀ ਹੋਏਗਾ, ਮੈਂ ਤੁਹਾਨੂੰ ਰੈਡੀ ਕਰਦਾ ਪਿਆ ਆ। ਕਿਤੇ ਅਸੀਂ ਬੁਖਲਾ ਨਾ ਜਾਈਏ, ਕਿਤੇ ਅਸੀਂ ਆਪਣਾ ਵਿਸ਼ਵਾਸ ਨੂੰ ਖੋ ਨਾ ਬੈਠੀਏ, ਕਿਤੇ ਅਸੀਂ ਆਪਣੀ ਪਵਿੱਤਰਤਾ ਨੂੰ ਖੋ ਨਾ ਬੈਠੀਏ, ਖੁਦਾਵੰਦ ਦੇ ਨਾਲ ਵਫਾਦਾਰੀ ਨੂੰ ਖੋ ਨਾ ਬੈਠੀਏ। ਹੋ ਸਕਦਾ ਤੁਹਾਡੇ ਨਾਲ ਏਦਾਂ ਨਾ ਹੋਇਆ ਹੋਵੇ, ਹਾਲਾਤ ਬਦਲੇ ਨਾ ਹੋਣ, ਮਤਲਬ ਚੰਗੇ ਤੋਂ ਮਾੜੇ ਨਾ ਹੋਏ ਹੋਣ। ਹੋ ਸਕਦਾ ਆਉਣ ਵਾਲੇ ਸਮੇਂ 'ਚ ਏਦਾਂ ਹੋ ਜਾਣ, ਪਰ ਅਸੀਂ ਪ੍ਰੀਪੇਅਰ ਰਹਿਣਾ ਆ, ਅਸੀਂ ਤਿਆਰ ਰਹਿਣਾ ਆ ਕਿ ਅਗਰ ਜੋ ਕੁਝ ਵੀ ਸਾਡੀ ਜ਼ਿੰਦਗੀ 'ਚ ਹੋਏਗਾ ਉਹ ਪਰਮੇਸ਼ਵਰ ਦੀ ਵਡਿਆਈ ਦੇ ਲਈ ਹੋਏਗਾ। ਹੋ ਸਕਦਾ ਪਰਮੇਸ਼ਵਰ ਤੁਹਾਨੂੰ ਬਹੁਤ ਜ਼ਿਆਦਾ ਅਮੀਰ ਕਰ ਦੇਵੇ, ਹੋ ਸਕਦਾ ਪਰਮੇਸ਼ਵਰ ਤੁਹਾਨੂੰ ਲਿਮਟ ਦੇ ਵਿੱਚ ਲਿਆਵੇ, ਹੋ ਸਕਦਾ ਪਰਮੇਸ਼ਵਰ ਤੁਹਾਨੂੰ ਬਹੁਤ ਜ਼ਿਆਦਾ ਅਮੀਰੀ ਤੋਂ ਵਾਂਝਾ ਰੱਖੇ। ਇਹ ਸਾਰੀਆਂ ਗੱਲਾਂ ਦੇ ਪਿੱਛੇ ਇੱਕੋ ਹੀ ਕਾਰਨ ਆ, ਪਰਮੇਸ਼ਵਰ ਦੀ ਵਡਿਆਈ। ਹਾਲੇਲੂਇਆ। ਮੁਰਦੇ ਦਾ ਜ਼ਿੰਦਾ ਹੋਣਾ ਪਰਮੇਸ਼ਵਰ ਦੀ ਵਡਿਆਈ ਦੇ ਲਈ ਆ, ਬਿਮਾਰ ਦਾ ਚੰਗਾ ਹੋਣਾ ਪਰਮੇਸ਼ਵਰ ਦੀ ਵਡਿਆਈ ਦੇ ਲਈ ਆ, ਹਾਲਾਤਾਂ ਦੇ ਵਿੱਚ ਬਦਲਾਵ ਆਣਾ ਪਰਮੇਸ਼ਵਰ ਦੀ ਵਡਿਆਈ ਦੇ ਲਈ ਆ। ਜੋ ਇਨਸਾਨ ਦੇ ਦੁਆਰਾ ਨਹੀਂ ਹੋ ਸਕਦਾ ਉਹਨੂੰ ਪਰਮੇਸ਼ਵਰ ਕਰਦਾ ਆ, ਉਹਦਾ ਕਾਰਨ ਪਰਮੇਸ਼ਵਰ ਦੀ ਵਡਿਆਈ। ਹਾਲੇਲੂਇਆ। ਮੈਂ ਬਾਈਬਲ ਦੇ ਵਿੱਚ ਤੁਹਾਨੂੰ 2 ਰੈਫਰੈਂਸ ਦੇਣੇ ਚਾਹੁੰਦਾ। ਜਦੋਂ ਤੁਸੀਂ ਮੇਰੇ ਨਾਲ ਯਹੂਨਾ ਦਾ ਅੰਜੀਲ ਓਪਨ ਕਰੋ, ਯਹੂਨਾ ਦਾ ਅੰਜੀਲ ਉਹਦਾ 9 ਨੰਬਰ ਅਧਿਆਇ ਉਹਦਾ 1 ਨੰਬਰ ਪੰਕਤੀ ਤੋਂ ਮੈਂ ਤੁਹਾਨੂੰ ਕੰਟੀਨਿਊ ਕਰਦਾ, ਤੁਸੀਂ ਸੁਣਨਾ ਬੜੇ ਧਿਆਨ ਦੇ ਨਾਲ। ਮੈਂ ਫਿਰ ਤੋਂ ਬੋਲਦਾ, ਯਹੂਨਾ ਦਾ ਅੰਜੀਲ ਉਹਦਾ 9 ਨੰਬਰ ਅਧਿਆਇ ਉਹਦਾ 1 ਨੰਬਰ ਪੰਕਤੀ ਤੋਂ ਅਸੀਂ ਪੜ੍ਹਨਾ ਸ਼ੁਰੂ ਕਰਨਾ, ਤੁਸੀਂ ਸੁਣਨਾ ਬੜੇ ਧਿਆਨ ਦੇ ਨਾਲ ਬਾਈਬਲ ਤੁਹਾਨੂੰ ਕੀ ਕਹਿੰਦਾ ਆ। ਇਹ ਉਸ ਸਮੇਂ ਦੀ ਗੱਲ ਆ ਜਦੋਂ ਯਿਸੂ ਮਸੀਹ ਨੇ ਇੱਕ ਅੰਨੇ ਵਿਅਕਤੀ ਨੂੰ ਚੰਗਾ ਕੀਤਾ ਜਿਹੜਾ ਬਚਪਨ ਤੋਂ ਅੰਨਾ ਹੀ ਪੈਦਾ ਹੋਇਆ, ਬਚਪਨ ਤੋਂ।
ਹੁਣ ਤੁਸੀਂ ਦੇਖੋ, ਗੱਲ ਸੋਚਣ ਵਾਲੀ ਹੈ, ਵਿਚਾਰ ਕਰਨ ਵਾਲੀ ਹੈ ਵੀ ਜੇ ਉਹ ਬਚਪਨ ਤੋਂ ਹੀ ਅੰਨਾ ਪੈਦਾ ਹੋਇਆ, ਉਹਦਾ ਕਸੂਰ ਕੀ ਸੀਗਾ? ਉਹਦੇ ਮਾਤਾ ਪਿਤਾ ਦਾ ਕਸੂਰ ਕੀ ਸੀਗਾ? ਕੋਈ ਕਸੂਰ ਨਹੀਂ ਸੀਗਾ, ਕੋਈ ਗਲਤੀ ਨਹੀਂ ਸੀਗੀ, ਨਾ ਬੱਚੇ ਦੀ ਨਾ ਮਾਂ ਬਾਪ ਦੀ। ਫਿਰ ਵੀ ਉੱਥੇ ਖੜੇ ਜਿਹੜੇ ਲੋਕ ਸੀਗੇ ਉਹਨਾਂ ਨੇ ਯਿਸੂ ਮਸੀਹ ਨੂੰ ਇਹ ਸਵਾਲ ਪੁੱਛਿਆ, ਕਹਿੰਦੇ ਇਸ ਬੰਦੇ ਨੇ ਪਾਪ ਕੀਤਾ ਜਾਂ ਇਹਦੇ ਮਾਤਾ ਪਿਤਾ ਨੇ ਪਾਪ ਕੀਤਾ? ਕਿ ਜੇ ਇਹਦੇ ਮਾਤਾ ਪਿਤਾ ਨੇ ਪਾਪ ਕੀਤਾ ਤਾਂ ਇਹਦੇ ਉੱਪਰ ਆ ਗਿਆ ਕਿ ਜੋ ਇਹ ਅੰਨਾ ਪੈਦਾ ਹੋਇਆ। ਹਾਲੇਲੂਇਆ। ਫਿਰ ਯਿਸੂ ਮਸੀਹ ਨੇ ਆਨਸਰ ਕੀ ਦਿੱਤਾ, ਤੁਸੀਂ ਸੁਣਨਾ ਬੜੇ ਧਿਆਨ ਦੇ ਨਾਲ। यूहन्ना दा अंजील ਉਹਦਾ 9 ਨੰਬਰ ਅਧਿਆਇ ਸ਼ੁਰੂ ਤੋਂ ਪੜ੍ਹਦੇ ਹਾਂ। ਕਹਿੰਦੇ ਜਾਂ ਉਹ ਚੱਲਿਆ ਜਾਂਦਾ ਸੀਗਾ ਤਾਂ ਉਸਨੇ ਇੱਕ ਮਨੁੱਖ ਵੇਖਿਆ ਜਿਹੜਾ ਜਮਾਂਦਰੂ ਅੰਨਾ ਸੀਗਾ, ਮਤਲਬ ਜਨਮ ਤੋਂ ਹੀ ਅੰਨਾ ਸੀਗਾ, ਉਹ ਪੈਦਾ ਹੀ ਏਦਾਂ ਹੋਇਆ ਸੀਗਾ। ਔਰ ਉਸਦੇ ਚੇਲਿਆਂ ਨੇ ਉਸ ਨੂੰ ਪੁੱਛਿਆ, स्वामी जी ਕਿਹਨੇ ਪਾਪ ਕੀਤਾ, ਇਸਨੇ ਜਾਂ ਇਹਦੇ ਮਾਪਿਆਂ ਨੇ ਜੋ ਇਹ ਅੰਨਾ ਜੰਮਿਆ ਹੈ? ਹਾਲੇਲੂਇਆ। ਮੈਂ ਤੁਹਾਨੂੰ ਦੱਸਦਾ, ਜੋ ਸਿਚੁਏਸ਼ਨ ਸਾਡੇ ਨਾਲ ਹੋ ਰਿਹਾ, ਜੋ ਮੌਜੂਦਾ ਹਾਲਾਤ ਸਾਡੇ ਹੈ, ਇਹਦੇ ਵਿੱਚ ਕਾਰਨ ਸਿਰਫ ਇੱਕੋ ਹੀ ਆ ਕਿ ਪਰਮੇਸ਼ਵਰ ਦੀ ਵਡਿਆਈ ਹੋਵੇ। ਹਾਲੇਲੂਇਆ। ਬਸ ਆਪਣੇ ਆਪ ਨੂੰ ਦੁਆ ਦੇ ਵਿੱਚ ਇਹੀ ਮੰਗਦੇ ਰਹਿਣਾ, ਪਰਮੇਸ਼ਵਰ ਮੈਂ ਤੇਰੀ ਵਡਿਆਈ ਦਾ ਕਾਰਨ ਬਣਾ। ਵਚਨ ਦਾ ਟਾਈਟਲ ਵੀ ਅੱਜ ਇਹੀ ਆ, ਟੌਪਿਕ ਵੀ ਇਹੀ ਆ ਕਿ ਪਰਮੇਸ਼ਵਰ ਮੈਂ ਤੇਰੀ ਵਡਿਆਈ ਦਾ ਕਾਰਨ ਬਣਾ, ਮੈਨੂੰ ਇਸਤੇਮਾਲ ਕਰ ਆਪਣੇ ਨਾਮ ਦੀ ਵਡਿਆਈ ਦੇ ਲਈ। ਜਿੱਦਾਂ ਖੁਦਾ ਨੇ ਇੱਥੇ ਅੰਨੇ ਨੂੰ ਇਸਤੇਮਾਲ ਕੀਤਾ, ਕਿਤੇ ਲੰਗੜੇ ਨੂੰ ਇਸਤੇਮਾਲ ਕੀਤਾ, ਕਿਤੇ ਮੁਰਦੇ ਨੂੰ ਇਸਤੇਮਾਲ ਕੀਤਾ ਉਹਨੇ। ਬੋਲੋ ਹਾਲੇਲੂਇਆ। ਲਿਖਿਆ ਜਦੋਂ ਉਸ ਅੰਨੇ ਨੂੰ ਮਿਲੇ ਔਰ ਚੇਲਿਆਂ ਨੇ, ਬਾਕੀ ਲੋਕਾਂ ਨੇ ਯਿਸੂ ਮਸੀਹ ਨੂੰ ਸਵਾਲ ਪੈਦਾ ਕਰ ਦਿੱਤਾ, ਕਹਿੰਦੇ ਇਹ ਜਿਹੜਾ ਅੰਨਾ ਪੈਦਾ ਹੋਇਆ ਕਿ ਇਹਨੇ ਪਾਪ ਕੀਤਾ ਜਾਂ ਇਹਦੇ ਮਾਪਿਆਂ ਨੇ ਪਾਪ ਕੀਤਾ ਜੋ ਇਹ ਇਦਾਂ ਪੈਦਾ ਹੋਇਆ, ਮਤਲਬ ਅੰਨਾ ਪੈਦਾ ਹੋਇਆ। ਲਿਖਿਆ ਯਿਸੂ ਨੇ ਉੱਤਰ ਦਿੱਤਾ, ਨਾ ਤਾਂ ਇਸਨੇ ਪਾਪ ਕੀਤਾ ਨਾ ਇਹਦੇ ਮਾਪਿਆਂ ਨੇ, ਪਰ ਇਹ ਇਸ ਲਈ ਹੋਇਆ ਜੋ ਪਰਮੇਸ਼ਵਰ ਦੇ ਕੰਮ ਉਹਦੇ ਵਿੱਚ ਪ੍ਰਗਟ ਕੀਤੇ ਜਾਣ। ਬੋਲੋ ਆਮੀਨ। ਹਾਲੇਲੂਇਆ। ਕਹਿੰਦੇ ਇਸ ਲਈ ਪੈਦਾ ਹੋਇਆ ਆ, ਮਤਲਬ ਨਾ ਇਹਨੇ ਪਾਪ ਕੀਤਾ ਨਾ ਇਹਦੇ ਮਾਤਾ ਪਿਤਾ ਨੇ ਪਾਪ ਕੀਤਾ ਆ। ਇਹ ਪੈਦਾ ਅੰਨਾ ਇਸ ਲਈ ਹੋਇਆ ਆ ਕਿ ਅੱਜ ਦੇ ਦਿਨ, ਮਤਲਬ ਉਸ ਸਮੇਂ ਜੋ ਦਿਨ ਸੀਗਾ ਜਦੋਂ ਯਿਸੂ ਮਸੀਹ ਦੇ ਨਾਲ ਉਹਦੀ ਮੁਲਾਕਾਤ ਹੋਣੀ ਸੀਗੀ, ਫਿਰ ਯਿਸੂ ਮਸੀਹ ਨੇ ਉਹਦੇ ਤੇ ਦੁਆ ਕਰਨੀ ਸੀਗੀ, ਜ਼ਮੀਨ ਤੇ ਥੁੱਕਣਾ ਸੀਗਾ ਯਿਸੂ ਮਸੀਹ ਨੇ, ਉਹ ਮਿੱਟੀ ਗੁੰਨਣੀ ਸੀਗੀ, ਗਿੱਲੀ ਕਰਨੀ ਸੀਗੀ, ਫਿਰ ਉਹਦੀ ਅੱਖਾਂ ਤੇ ਲਾਉਣੀ ਸੀ, ਸ਼ਿਲੋਆਮ ਦੇ ਕੁੰਡ ਦੇ ਵਿੱਚ ਜਾ ਕੇ ਉਹਨੂੰ ਧੋਣ ਦੇ ਲਈ ਕਹਿਣਾ ਸੀਗਾ, ਫਿਰ ਉਹਨੇ ਧੋਣਾ ਸੀਗਾ ਤੇ ਫਿਰ ਉਹਦੀ ਨਜ਼ਰ ਆਈਸਾਈਟ ਜਿਹੜੀ ਆ ਠੀਕ ਹੋ ਜਾਣੀ ਸੀ, ਅੱਖਾਂ ਠੀਕ ਹੋ ਜਾਣੀਆਂ ਸੀਗੀਆਂ। ਇਹ ਸਾਰਾ ਅੱਜ ਦੇ ਦਿਨ ਦੇ ਲਈ ਇਹ ਸਾਰਾ ਠਹਿਰਾਇਆ ਹੋਇਆ ਸੀਗਾ ਕਿ ਉਹ ਬੱਚਾ ਜਿਹੜਾ ਜਨਮ ਤੋਂ ਅੰਨਾ ਪੈਦਾ ਹੋਵੇ, ਫਿਰ ਜਿੰਨਾ ਸਾਲ ਵੀ ਨਿਕਲਦੇ ਆ ਨਿਕਲਣ, ਫਿਰ ਯਿਸੂ ਮਸੀਹ ਆਣ ਧਰਤੀ ਦੇ ਉੱਪਰ, ਉਹ ਵੱਡੇ ਹੋਣ ਪਰਮੇਸ਼ਵਰ ਦੀ ਵਡਿਆਈ ਦੇ ਲਈ। ਅੱਜ ਦਾ ਦਿਨ ਮੁਕਰਰ ਸੀਗਾ ਕਿ ਉਸ ਅੰਨੇ ਵਿਅਕਤੀ ਦੀ ਜ਼ਿੰਦਗੀ ਤੋਂ ਅੱਜ ਦੇ ਦਿਨ ਪਰਮੇਸ਼ਵਰ ਦੀ ਵਡਿਆਈ ਹੋਵੇ। ਹਾਲੇਲੂਇਆ। ਤੁਹਾਡੇ ਦੁੱਖਾਂ ਦਾ ਵੀ ਇੱਕ ਆਖਰੀ ਦਿਨ ਹੈਗਾ ਆ, ਤੁਹਾਡੇ ਕਸ਼ਟ ਦਾ ਵੀ ਇੱਕ ਆਖਰੀ ਦਿਨ ਹੈਗਾ, ਤੁਹਾਡੇ ਰੋਣ ਤੋਂ ਹੱਸਣ ਦੇ ਵਿੱਚ ਤਬਦੀਲ ਹੋਣ ਦੇ ਵਿੱਚ ਇੱਕ ਦਿਨ ਹੈਗਾ ਆ। ਬੋਲੋ ਹਾਲੇਲੂਇਆ। ਕਮਜ਼ੋਰੀ ਤੋਂ ਤਾਕਤ ਦੇ ਵਿੱਚ ਜਿਹੜਾ ਫਾਸਲਾ ਆ ਉਹ ਇੱਕ ਦਿਨ ਦਾ ਆ, ਉਹ ਕਿਸੇ ਇੱਕ ਦਿਨ ਚੇਂਜਸ ਆ ਜਾਣੀਆਂ। ਖੁਦਾ ਦੇ ਵਿੱਚ ਤੁਸੀਂ ਵਫਾਦਾਰ ਰਹੋ। ਬੋਲੋ ਹਾਲੇਲੂਇਆ। ਮੈਂ ਉਮੀਦ ਕਰਦਾ ਤੁਸੀਂ ਸਮਝ ਪਾ ਰਹੇ। ਤੁਹਾਡਾ ਕੰਮ ਆ ਪ੍ਰਾਰਥਨਾ ਕਰਨਾ, ਤੁਹਾਡਾ ਕੰਮ ਆ ਬਾਈਬਲ ਪੜ੍ਹਨਾ, ਤੁਹਾਡਾ ਕੰਮ ਆ ਪਰਮੇਸ਼ਵਰ ਦੇ ਨਾਲ ਸੰਬੰਧਾਂ ਨੂੰ ਮਜ਼ਬੂਤ ਕਰਨਾ। ਮਾੜੇ ਨੂੰ ਚੰਗੇ ਦੇ ਵਿੱਚ ਤਬਦੀਲ ਉਹਨੇ ਇੱਕ ਦਿਨ 'ਚ ਕਰ ਦੇਣਾ ਆ। ਉਹ ਇੱਕ ਦਿਨ ਕਿਸੇ ਨੂੰ ਵੀ ਨਹੀਂ ਪਤਾ, ਸਿਰਫ ਖੁਦਾ ਨੂੰ ਪਤਾ। ਔਰ ਤੁਹਾਡਾ ਵਿਸ਼ਵਾਸ ਦੇ ਨਾਲ ਉਹ ਦਿਨ ਬਹੁਤ ਜਲਦੀ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਰਿਲੀਜ਼ ਹੋਵੇ ਯਿਸੂ ਮਸੀਹ ਦੇ ਨਾਮ 'ਚ। ਬੋਲੋ ਆਮੀਨ। ਹਾਲੇਲੂਇਆ। ਜਿਹਦੇ ਵਿੱਚ ਬਹੁਤ ਵੱਡਾ ਚੇਂਜਸ ਆਵੇ, ਜਿੱਦਾਂ ਚਾਨਣ ਤੋਂ ਹਨੇਰਾ ਹੋ ਜਾਵੇ, ਹਨੇਰੇ ਤੋਂ ਚਾਨਣ ਹੋ ਜਾਵੇ, ਇਸ ਤਰ੍ਹਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਆ ਉਹ ਦਿਨ ਆ ਜਾਵੇ। ਹਾਲੇਲੂਇਆ। ਜਿੱਦਾਂ ਇਸ ਅੰਨੇ ਦੀ ਜ਼ਿੰਦਗੀ ਦੇ ਵਿੱਚ ਅੱਜ ਦਾ ਦਿਨ, ਮਤਲਬ ਉਸ ਸਮੇਂ ਜਿੱਦਣ ਉਹਦੀਆਂ ਅੱਖਾਂ ਆਉਣੀਆਂ ਸੀਗੀ, ਯਿਸੂ ਮਸੀਹ ਦੇ ਨਾਲ ਮੁਲਾਕਾਤ ਹੋਣੀ ਸੀਗੀ, ਉਹ ਦਿਨ ਉਹਦੀ ਜ਼ਿੰਦਗੀ 'ਚ ਆ ਗਿਆ। ਹਾਲੇਲੂਇਆ। ਉਹਦੀ ਜ਼ਿੰਦਗੀ 'ਚ ਹਨੇਰਾ ਖਤਮ ਹੋਣ ਦਾ ਇੱਕ ਦਿਨ ਆ ਗਿਆ। ਉਹਦੀ ਉਮਰ ਜਿੰਨੀ ਵੀ ਹੋਏਗੀ, 20 ਸਾਲਾਂ ਦਾ ਹੋਏਗਾ, 25 ਸਾਲਾਂ ਦਾ ਹੋਏਗਾ, ਜਿੰਨੇ ਵੀ ਸਾਲ ਦਾ ਉਹ ਹੋਏਗਾ, ਮਤਲਬ ਇਹ ਤੋਂ ਪਹਿਲਾਂ ਜਿਹੜੇ ਉਹਨੇ ਸਾਲ ਗੁਜ਼ਾਰ ਦਿੱਤੇ ਹਨੇਰੇ ਦੇ ਵਿੱਚ, ਕਿਉਂਕਿ ਉਹਨੂੰ ਦਿਖਦਾ ਕੁਛ ਨਹੀਂ ਸੀਗਾ, ਬਚਪਨ ਤੋਂ ਅੰਨਾ ਸੀਗਾ।
मतलब एक दिन ਉਹਦੀ ਜ਼ਿੰਦਗੀ ਦੇ ਵਿੱਚ ਆ ਗਿਆ ਚਾਨਣ ਬਣ ਕੇ। ਬੋਲੋ ਆਮੀਨ, ਹਾਲੇਲੂਇਆ। ਹਨੇਰਾ ਖਤਮ ਹੋ ਕਰਨ ਦੇ ਲਈ ਇੱਕ ਦਿਨ ਤੁਹਾਡੀ ਜ਼ਿੰਦਗੀ 'ਚ ਉਹਨੇ ਲੈ ਕੇ ਆਉਣਾ ਆ। ਤੁਹਾਡੇ ਹਾਲਾਤਾਂ ਨੂੰ ਚੇਂਜ ਕਰਨ ਦੇ ਲਈ ਉਹਨੇ ਇੱਕ ਦਿਨ ਤੁਹਾਡੀ ਜ਼ਿੰਦਗੀ 'ਚ ਲੈ ਕੇ ਆਣਾ। ਤੁਹਾਡੇ ਦੁੱਖ ਨੂੰ ਸੁੱਖ ਦੇ ਵਿੱਚ ਤਬਦੀਲ ਕਰਨ ਦੇ ਲਈ ਉਹਨੇ ਇੱਕ ਦਿਨ ਲੈ ਕੇ ਆਣਾ ਆ। ਉਸ ਇੱਕ ਦਿਨ ਦੇ ਲਈ ਆਪਣੀ ਤਿਆਰੀ ਖਿੱਚਣੀ ਸ਼ੁਰੂ ਕਰੋ ਯਿਸੂ ਮਸੀਹ ਦੇ ਨਾਮ 'ਚ। ਬੋਲੋ ਆਮੀਨ, ਹਾਲੇਲੂਇਆ। ਬੋਲੋ ਮੈਂ ਤਿਆਰ ਹਾਂ ਉਸ ਇੱਕ ਦਿਨ ਦੇ ਲਈ। ਬੋਲੋ ਪ੍ਰਭੂ ਮੈਂ ਤਿਆਰ ਹਾਂ ਉਸ ਇੱਕ ਦਿਨ ਦੇ ਲਈ ਜਿਹਦੇ ਵਿੱਚ ਤੁਸੀਂ ਮੇਰੀ ਜ਼ਿੰਦਗੀ 'ਚ ਵੱਡਾ ਕੰਮ ਕਰੋਗੇ ਔਰ ਮੇਰੀ ਜ਼ਿੰਦਗੀ 'ਚੋਂ ਪਰਮੇਸ਼ਵਰ ਦੇ ਨਾਮ ਦੀ ਵਡਿਆਈ ਹੋਏਗੀ। ਬੋਲੋ ਹਾਲੇਲੂਇਆ। ਕਿਉਂਕਿ ਮੇਰੀ ਜ਼ਿੰਦਗੀ ਦੇ ਵੱਲ ਜੋ ਦੇਖੇਗਾ ਉਹ ਪਿਤਾ ਦੀ ਵਡਿਆਈ ਕਰੇਗਾ। ਕਿਉਂਕਿ ਮੈਨੂੰ ਦੇਖਣ ਵਾਲਿਆਂ ਨੇ ਪਹਿਲਾਂ ਤਾਨੇ ਮਾਰੇ ਆ, ਮੈਨੂੰ ਗੱਲਾਂ ਸੁਣਾਈਆਂ ਆ, ਪਰ ਅੱਜ ਇੱਕ ਦਿਨ ਤੋਂ ਬਾਅਦ ਜਦੋਂ ਕੋਈ ਮੈਨੂੰ ਮਿਲੇਗਾ, ਜਦੋਂ ਮੇਰੀ ਗਵਾਹੀ ਸੁਣੇਗਾ, ਜਦੋਂ ਮੇਰੇ ਜੀਵਨ ਨੂੰ ਦੇਖੇਗਾ, ਜਦੋਂ ਮੇਰੇ ਹਾਲਾਤਾਂ 'ਚ ਬਦਲਾਵ ਨੂੰ ਦੇਖੇਗਾ, ਜਦੋਂ ਮੇਰੇ ਦੁੱਖ ਨੂੰ ਸੁੱਖ 'ਚ, ਗਰੀਬੀ ਨੂੰ ਅਮੀਰੀ ਦੇ ਵਿੱਚ, ਪਰੇਸ਼ਾਨੀ ਨੂੰ ਖੁਸ਼ੀ ਦੇ ਵਿੱਚ, ਹੰਝੂਆਂ ਨੂੰ ਉਹ ਖੁਸ਼ੀ ਦੇ ਵਿੱਚ ਜਾਂ ਜੈਕਾਰਿਆਂ ਦੇ ਵਿੱਚ ਤਬਦੀਲ ਹੁੰਦਾ ਵੇਖੇਗਾ ਤੇ ਕੀ ਕਰੇਗਾ? ਉਹ ਪਰਮੇਸ਼ਵਰ ਦੀ ਵਡਿਆਈ ਕਰੇਗਾ। ਇਸੇ ਦਿਨ ਦੇ ਲਈ ਪਰਮੇਸ਼ਵਰ ਨੇ ਤੁਹਾਨੂੰ ਚੁਣਿਆ, ਇਸੇ ਲਈ ਪਰਮੇਸ਼ਵਰ ਨੇ ਤੁਹਾਨੂੰ ਉਹਨਾਂ ਹਾਲਾਤਾਂ ਦੇ ਵਿੱਚੋਂ ਲੰਘਾਇਆ। ਬੋਲੋ ਹਾਲੇਲੂਇਆ। ਜਿੱਦਾਂ ਮੈਂ ਆਪਣਾ ਐਗਜ਼ਾਮਪਲ ਦੇ ਰਿਹਾ ਤੁਹਾਨੂੰ, ਜਿੱਦਾਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਦੁੱਖਾਂ ਦਾ ਪਹਾੜ ਆ ਗਿਆ ਸੀਗਾ। ਮਤਲਬ ਬਹੁਤ ਸਾਲ ਪਹਿਲਾਂ ਦੀ ਗੱਲ ਤੁਹਾਨੂੰ ਦੱਸਦਾ, ਮਤਲਬ ਮਿਨਿਸਟਰੀ ਦੇ ਵਿੱਚ ਆਉਣ ਤੋਂ ਪਹਿਲਾਂ ਦੀ ਔਰ ਪ੍ਰਭੂ ਨੂੰ ਅੱਛੇ ਰੀਤੀ ਤੋਂ ਗ੍ਰਹਿਣ ਕਰਨ ਤੋਂ ਵੀ ਪਹਿਲਾਂ ਦੀ ਗੱਲ ਹੈ। ਬਹੁਤ ਦੁੱਖਾਂ ਦੇ ਵਿੱਚੋਂ ਲੰਘੇ, ਬਹੁਤ ਤਕਲੀਫਾਂ ਚੋਂ ਲੰਘੇ, ਬਹੁਤ ਪਰੇਸ਼ਾਨੀਆਂ ਦੇ ਵਿੱਚੋਂ ਲੰਘੇ ਆ ਔਰ ਉਹਨਾਂ ਹਾਲਾਤਾਂ ਦੇ ਵਿੱਚੋਂ ਵੀ ਲੰਘਣਾ। ਔਰ ਇੱਕ ਦਿਨ ਆਇਆ ਇਸ ਤਰੀਕੇ ਦਾ ਕਿ ਖੁਦਾਵੰਦ ਨੂੰ ਜਾਣਿਆ, ਸੱਚਾਈ ਨੂੰ ਜਾਣਿਆ ਔਰ ਸੱਚਾਈ ਨੂੰ ਹੋਰ ਕਰੀਬੀ ਤੋਂ ਜਾਣਨ ਦੀ ਕੋਸ਼ਿਸ਼ ਕੀਤੀ, ਮਤਲਬ ਯਿਸੂ ਮਸੀਹ ਨੂੰ, ਕਿਉਂਕਿ ਯਿਸੂ ਮਸੀਹ ਹੀ ਸੱਚਾਈ ਆ। ਕਹਿੰਦੇ ਰਾਹ, ਸੱਚਾਈ ਤੇ ਜੀਵਨ ਮੈਂ ਆ। ਜਦੋਂ ਯਿਸੂ ਮਸੀਹ ਨੂੰ ਜਾਣਿਆ ਉਦੋਂ ਹੌਲੀ ਹੌਲੀ ਹਾਲਾਤ ਬਦਲਣੇ ਸ਼ੁਰੂ ਹੋ ਗਏ। ਅੱਜ ਉਹ ਕੰਮ ਹੋ ਰਹੇ ਆ ਸਾਡੀਆਂ ਜ਼ਿੰਦਗੀਆਂ 'ਚ, ਸਾਡੀ ਫੈਮਿਲੀ ਦੀ ਜ਼ਿੰਦਗੀ ਦੇ ਵਿੱਚ, ਜੋ ਇਨਸਾਨ ਦੀ ਸੋਚ ਤੋਂ ਕਿਤੇ ਪਰੇ ਆ, ਜੋ ਸਰਕਾਰ ਦੇ ਰੂਲ ਵੀ ਨਹੀਂ ਆ, ਉਹ ਵੀ ਸਾਡੀ ਜ਼ਿੰਦਗੀ ਦੇ ਵਿੱਚ ਖੁਦਾਵੰਦ ਨੇ ਰੂਲ ਪੈਦਾ ਕਰਕੇ ਸਾਨੂੰ ਬਰਕਤ ਦਿੱਤੀ ਹੈ। ਬੋਲੋ ਹਾਲੇਲੂਇਆ। ਇੱਕ ਗਵਰਨਮੈਂਟ ਦਾ ਰੂਲ ਇਹ ਨਹੀਂ ਆ ਕਿ ਅਗਰ ਬਾਪ ਗਵਰਨਮੈਂਟ EMPLOYE ਹੈਗਾ ਆ ਔਰ ਉਹ ਕਿਸੇ ਪ੍ਰੋਬਲਮ ਦੇ ਕਰਕੇ ਜਾਂ ਬਿਮਾਰੀ ਦੇ ਕਰਕੇ ਜਾਂ ਕਿਸੇ ਵੀ ਪਰੇਸ਼ਾਨੀ ਦੇ ਕਰਕੇ ਉਹ ਜੌਬ ਨਹੀਂ ਜਾ ਰਿਹਾ ਜਾਂ ਨਹੀਂ ਕਰ ਰਿਹਾ, ਉਹਦੀ ਜੌਬ ਉਹਦੇ ਬੱਚੇ ਨੂੰ ਮਿਲ ਨਹੀਂ ਸਕਦੀ ਆ। ਉਹਦੀ ਜਿਹੜੀ ਜੌਬ ਆ ਉਹਦੇ ਬੱਚੇ ਨੂੰ ਮਿਲ ਨਹੀਂ ਸਕਦੀ ਹੈ। ਪਰ ਉਹ ਜਿਹੜਾ ਸਮੇਂ ਹੈ ਨਾ, ਮੇਰੇ ਫਾਦਰ ਸਾਹਿਬ ਦਾ ਜਦੋਂ ਐਕਸੀਡੈਂਟ ਹੋਇਆ, ਮੈਂ ਤੁਹਾਨੂੰ ਟੈਸਟੀਮਨੀ ਦੇ ਰਿਹਾ, ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਉਹਨਾਂ ਦੀ ਬ੍ਰੇਨ ਦੇ ਵਿੱਚ ਸੱਟ ਲੱਗੀ ਔਰ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਬਹੁਤ ਕੋਸਟਲੀ ਹੋਇਆ। ਮੈਂ 2005 ਦੀ ਤੁਹਾਨੂੰ ਗੱਲ ਦੱਸਦਾ ਪਿਆ ਆ। ਔਰ ਇਹ ਉਹ ਜਿਹੜੇ ਦਿਨ ਸੀਗੇ, ਉਹ ਜਿਹੜਾ ਸਮੇਂ ਸੀਗਾ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਇੱਕ ਭੁਚਾਲ ਦੀ ਤਰ੍ਹਾਂ ਸੀਗਾ, ਕਿਉਂਕਿ ਇੱਕੋ ਹੀ ਇਨਕਮ ਸੋਰਸ ਸੀਗਾ। ਫਾਦਰ ਸਾਹਿਬ ਗਵਰਨਮੈਂਟ EMPLOYE ਸੀਗੇ ਔਰ ਪਰਮੇਸ਼ਵਰ ਨੇ ਕਿੱਦਾਂ ਉਹ ਜਿਹੜਾ ਹਾਲਾਤ ਸਾਡੀ ਜ਼ਿੰਦਗੀ 'ਚ ਲੈ ਕੇ ਆਂਦੇ, ਉਹਦਾ ਕਾਰਨ ਇਹੀ ਸੀਗਾ ਕਿ ਪਰਮੇਸ਼ਵਰ ਦੇ ਨਾਮ ਨੂੰ ਵਡਿਆਈ ਮਿਲੇ। ਹਾਲੇਲੂਇਆ। ਪਰਮੇਸ਼ਵਰ ਦੇ ਨਾਮ ਨੂੰ ਵਡਿਆਈ ਮਿਲੇ, ਸਾਰੀਆਂ ਗੱਲਾਂ ਦੇ ਵਿੱਚ ਉਹਦੇ ਨਾਮ ਨੂੰ ਵਡਿਆਈ ਮਿਲੇ। ਫਾਦਰ ਸਾਹਿਬ ਦਾ ਟ੍ਰੀਟਮੈਂਟ ਚੱਲਿਆ, ਬ੍ਰੇਨ ਦਾ ਆਪਰੇਟ ਹੋਇਆ। ਅੱਜ ਖੁਦਾਵੰਦ ਦਾ ਸ਼ੁਕਰ ਹੈ ਸਾਡੇ ਵਿੱਚ ਤੰਦਰੁਸਤ ਆ। ਪਰ ਮੈਂ ਤੁਹਾਨੂੰ ਜਿਹੜੀ ਗਵਾਹੀ ਦੱਸਣਾ ਚਾਹੁੰਦਾ ਆ, ਗਵਰਨਮੈਂਟ ਦਾ ਰੂਲ ਨਹੀਂ ਹੈ ਕਿ ਬੱਚੇ ਨੂੰ ਨੌਕਰੀ ਮਿਲ ਜਾਵੇ। ਬਾਪ ਦੇ ਜ਼ਿੰਦੇ ਜਿਉਂਦੇ ਜੀ। ਔਰ ਤੁਸੀਂ ਦੇਖੋ ਪ੍ਰਾਰਥਨਾਵਾਂ ਦੇ ਨਾਲ, ਖੁਦਾਵੰਦ ਦੇ ਦਾਸਾਂ ਦੀਆਂ ਪ੍ਰਾਰਥਨਾਵਾਂ ਦੇ ਨਾਲ ਪੰਜਾਬ ਸਰਕਾਰ ਦਾ ਇੱਕ ਰੂਲ ਨਿਕਲ ਆਇਆ। ਪਹਿਲਾਂ ਰੂਲ ਨਹੀਂ ਸੀਗਾ ਇਹ, ਫਿਰ ਇੱਕ ਰੂਲ ਨਿਕਲ ਆਇਆ ਜਦੋਂ ਅਸੀਂ ਫਾਸਟਿੰਗ ਦੇ ਵਿੱਚ ਗਏ, ਜਦੋਂ ਅਸੀਂ ਪ੍ਰਾਰਥਨਾਵਾਂ ਕਰਨੀਆਂ ਸ਼ੁਰੂ ਕੀਤੀਆਂ ਇਸ ਮੈਟਰ ਦੇ ਲਈ। ਔਰ ਫਿਰ ਅਖਬਾਰ ਦੇ ਵਿੱਚ ਇੱਕ ਨਿਊਜ਼ ਆਈ, ਉਹ ਨਿਊਜ਼ ਵੀ ਮੈਨੂੰ ਇੱਕ ਪਾਸਟਰ ਜੀ ਨੇ ਭੇਜੀ ਸੀਗੀ। ਕਹਿੰਦੇ ਆ ਦੇਖੋ ਪੰਜਾਬ ਸਰਕਾਰ ਦਾ ਇਹ ਰੂਲ ਨਿਕਲ ਆਇਆ ਆ ਕਿ ਅਗਰ ਮੁਲਾਜ਼ਮ ਡਿਊਟੀ ਦੇ ਦੌਰਾਨ ਕਿਤੇ ਉਹਨੂੰ ਸੱਟ ਲੱਗ ਜਾਂਦੀ ਹੈ ਜਾਂ ਕੁਝ ਵੀ ਹੁੰਦਾ ਤੇ ਉਹਦੇ ਜਿਹੜੇ ਵਾਰਸਾਂ ਨੂੰ ਉਹਦੇ ਜਿਹੜਾ ਫਾਇਦੇ ਜਿਹੜੇ ਆ ਦਿੱਤੇ ਜਾਣ। ਫਿਰ ਉਹਦੀਆਂ ਹਾਰਡ ਕਾਪੀਆਂ ਕਢਵਾਈਆਂ ਵਕੀਲ ਕਰਕੇ, ਉਹਦੀਆਂ ਹਾਰਡ ਕਾਪੀਆਂ ਸਾਡੇ ਕੋਲੋਂ ਪਹੁੰਚੀਆਂ, ਵਕੀਲ ਨੂੰ ਫੀਸ ਦਿੱਤੀ ਔਰ ਫਿਰ ਉਹ ਹਾਰਡ ਕਾਪੀਆਂ ਦੇ ਬਿਹਾਫ ਤੇ ਅਸੀਂ ਫਿਰ ਫਾਈਲ ਲਗਾਈ। ਔਰ ਫਿਰ ਤੁਸੀਂ ਦੇਖੋ ਆਲਮੋਸਟ 14 ਜਾਂ 15 ਸਾਲ ਬਾਅਦ ਵੱਡੇ ਭਾਜੀ ਨੂੰ ਜੌਬ ਮਿਲੀ ਆ, ਗਵਰਨਮੈਂਟ EMPLOYE ਬਣੇ ਆ। ਪ੍ਰੇਜ਼ ਦੀ ਲਾਰਡ। ਖੁਦਾਵੰਦ ਦੇ ਨਾਮ ਨੂੰ ਮਹਿਮਾ ਮਿਲੇ। ਅੱਜ ਫਾਦਰ ਸਾਹਿਬ ਵੀ ਸਾਡੇ ਵਿੱਚ ਆ ਔਰ ਵੱਡੇ ਭਾਜੀ ਨੂੰ ਜੌਬ ਵੀ ਗਵਰਨਮੈਂਟ ਸੇਲਸ ਇੰਚਾਰਜ ਆ ਉਹ, ਔਰ ਇੱਕ ਆਫੀਸਰ ਰੈਂਕ ਦੇ ਉੱਪਰ ਉਹਨਾਂ ਨੂੰ ਜੌਬ ਮਿਲੀ ਹੈ ਔਰ ਗਵਰਨਮੈਂਟ EMPLOYE। ਪਰਮੇਸ਼ਵਰ ਦਾ ਧੰਨਵਾਦ। ਕਹਿਣ ਦਾ ਭਾਵ
ਜੋ ਕੁਝ ਵੀ ਪਰਮੇਸ਼ਵਰ ਕਰਦਾ, ਪਰ ਉਹਨਾਂ ਹਾਲਾਤਾਂ ਚੋਂ ਲੰਘਣਾ ਸੌਖਾ ਨਹੀਂ ਹੁੰਦਾ। ਅੱਗ ਦੀ ਭੱਠੀ ਦੇ ਵਿੱਚੋਂ ਲੰਘਣ ਦੇ ਬਰਾਬਰ ਹੈ, ਕੰਢਿਆਂ ਦੇ ਉੱਪਰ ਤੁਰਨ ਦੇ ਬਰਾਬਰ ਹੈ, ਪਾਣੀ ਦੇ ਵਿੱਚੋਂ ਲੰਘਣ ਦੇ ਬਰਾਬਰ ਆ, ਜਿੱਥੋਂ ਕਿ ਲੰਘਣਾ ਬਹੁਤ ਔਖਾ ਹੈ। ਹਾਲੇਲੂਇਆ। ਮਤਲਬ ਜੂਨ ਜੁਲਾਈ ਦੇ ਵਿੱਚ ਧੁੱਪੇ ਬੈਠਣ ਵਾਲਾ ਕੰਮ ਆ, ਪਰ ਮੁਬਾਰਕ ਉਹ ਲੋਕ ਆ ਜਿਨ੍ਹਾਂ ਨੂੰ ਪਰਮੇਸ਼ਵਰ ਆਪਣੀ ਵਡਿਆਈ ਦੇ ਲਈ ਇਸਤੇਮਾਲ ਕਰਦਾ। ਹਾਲੇਲੂਇਆ। ਫਿਰ ਉਸ ਤੋਂ ਬਾਅਦ ਫਾਦਰ ਸਾਹਿਬ ਦੀ ਰਿਟਾਇਰਮੈਂਟ ਹੋਈ, ਫਿਰ ਵੱਡੇ ਭਾਜੀ ਦੀ ਨਿਊ ਜੁਆਇਨਿੰਗ ਹੋਈ, ਔਰ ਪਰਮੇਸ਼ਵਰ ਨੇ ਹਾਲਾਤਾਂ ਨੂੰ ਬਦਲ ਦਿੱਤਾ। ਪਰਮੇਸ਼ਵਰ ਨੇ ਬਹੁਤ ਆਪਣੀ ਵਡਿਆਈ ਲਈ ਆਪਣੀ ਜ਼ਿੰਦਗੀ, ਸਾਡੀਆਂ ਜ਼ਿੰਦਗੀਆਂ ਤੋਂ, ਔਰ ਲੈ ਵੀ ਰਹੇ ਆ। ਹਾਲੇਲੂਇਆ। ਕਹਿੰਦੇ ਅੰਨਾ ਬੰਦਾ, ਚੇਲੇ ਕਹਿੰਦੇ ਅੰਨਾ ਬੰਦਾ ਕਿੱਦਾਂ ਪੈਦਾ ਹੋਇਆ? ਇਹਨੇ ਪਾਪ ਕੀਤਾ ਸੀਗਾ ਜਾਂ ਇਹਦੇ ਮਾਤਾ ਪਿਤਾ ਨੇ ਪਾਪ ਕੀਤਾ ਸੀ? ਯਿਸੂ ਮਸੀਹ ਕਹਿੰਦੇ ਏਦਾਂ ਨਹੀਂ, ਕਿਸੇ ਨੇ ਵੀ ਨਹੀਂ ਪਾਪ ਕੀਤਾ, ਨਾ ਇਹਨੇ ਤੇ ਨਾ ਇਹਦੇ ਮਾਤਾ ਪਿਤਾ ਨੇ। ਇਹ ਇਸ ਲਈ ਏਦਾਂ ਪੈਦਾ ਹੋਇਆ ਤਾਂ ਜੋ ਪਰਮੇਸ਼ਵਰ ਦੀ ਜਿਹੜੀ ਵਡਿਆਈ ਇਹਦੀ ਜ਼ਿੰਦਗੀ ਚ ਹੋਵੇ। ਕਿੱਦਾਂ? ਕਿ ਕੋਈ ਅੰਨੇ ਨੂੰ ਦੇਖੂਗਾ ਤੇ ਉਹ ਕੀ ਕਹੂਗਾ? ਪਰਮੇਸ਼ਵਰ ਤੇਰਾ ਧੰਨਵਾਦ, ਇਹ ਅੰਨਾ ਪੈਦਾ ਹੋਇਆ। ਕਿੱਦਾਂ ਪਰਮੇਸ਼ਵਰ ਦੀ ਵਡਿਆਈ ਉਹਦੇ ਤੋਂ ਹੋਗੀ? ਸੁਣੋ ਬੜੇ ਧਿਆਨ ਦੇ ਨਾਲ। ਲਿਖਿਆ, ਕਹਿੰਦੇ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਨਾ ਤਾਂ ਇਹਨੇ ਪਾਪ ਕੀਤਾ ਨਾ ਇਹਦੇ ਮਾਪਿਆਂ ਨੇ, ਪਰ ਇਹ ਇਸ ਲਈ ਹੋਇਆ ਜੋ ਪਰਮੇਸ਼ਵਰ ਦੇ ਕੰਮ ਉਸ ਦੇ ਵਿੱਚ ਪ੍ਰਗਟ ਕੀਤੇ ਜਾਣ। ਮਤਲਬ ਪਰਮੇਸ਼ਵਰ ਆਪਣਾ ਆਪ ਉਹਦੀ ਜ਼ਿੰਦਗੀ 'ਚ ਜ਼ਾਹਿਰ ਕਰੇ, ਪਰਮੇਸ਼ਵਰ ਆਪਣਾ ਆਪ ਪ੍ਰਗਟ ਕਰੇ ਉਹਦੇ ਉੱਪਰ ਆਪਣੇ ਆਪ ਨੂੰ। ਬੋਲੋ ਹਾਲੇਲੂਇਆ। ਹੁਣ ਪਰਮੇਸ਼ਵਰ ਦੀ ਵਡਿਆਈ ਕਿੱਦਾਂ ਹੋਈ ਉਹਦੀ ਜ਼ਿੰਦਗੀ ਦੇ ਵਿੱਚ? ਕਿ ਉਹ ਅੰਨਾ ਪੈਦਾ ਹੋਇਆ ਕਿ ਲੋਕ ਦੇਖਣਗੇ ਕਿ ਇਹ ਇੱਕ ਸਪੈਸ਼ਲ ਚਾਈਲਡ ਆ, ਜਿਹਦੇ ਬਚਪਨ ਤੋਂ ਹੀ ਅੱਖਾਂ ਨਹੀਂ ਆ, ਜਿਹੜਾ ਬਚਪਨ ਤੋਂ ਹੀ ਅੰਨਾ ਆ, ਜਿਹੜਾ ਬਚਪਨ ਤੋਂ ਹੀ ਚੱਲ ਨਹੀਂ ਪਾ ਰਿਹਾ, ਇਹ ਸਪੈਸ਼ਲ ਚਾਈਲਡ ਆ। ਇਦਾਂ ਕਰਕੇ ਪਰਮੇਸ਼ਵਰ ਦੀ ਵਡਿਆਈ ਕਰਨਗੇ ਲੋਕ ਕਿ ਵਾਕਈ ਪਰਮੇਸ਼ਵਰ ਨੇ ਇੱਕ ਅਲੱਗ ਤਾਈ ਦਾ ਬੰਦਾ ਜਾਂ ਅਲੱਗ ਤਾਈ ਦਾ ਬੱਚਾ ਧਰਤੀ ਦੇ ਉੱਤੇ ਭੇਜ ਦਿੱਤਾ। ਨਹੀਂ, ਏਦਾਂ ਨਹੀਂ। ਜਦੋਂ ਬਿਮਾਰ ਚੰਗਾ ਹੋਏਗਾ, ਜਦੋਂ ਅੰਨੇ ਨੂੰ ਅੱਖਾਂ ਮਿਲੂਗੀਆਂ, ਜਦੋਂ ਬੋਲੇ ਨੂੰ ਸੁਣਾਈ ਦੇਗਾ, ਜਦੋਂ ਲੰਗੜੇ ਨੂੰ ਚੱਲਣ ਦੀ ਸਾਮਰਥ ਮਿਲੇਗੀ, ਬੋਲੋ ਹਾਲੇਲੂਇਆ, ਉਦੋਂ ਪਰਮੇਸ਼ਵਰ ਦੀ ਵਡਿਆਈ ਹੋਏਗੀ। ਪਰ ਤੁਹਾਨੂੰ ਮੈਂ ਦੱਸਿਆ ਉਹ ਸਮਾਂ ਜਿਹੜਾ, ਜਿਸ ਸਮੇਂ ਦੇ ਵਿੱਚ ਉਹ ਖੁਦਾਵੰਦ ਨੇ ਲੰਘਾਉਣਾ ਆ, ਉਹ ਸਮਾਂ ਕੰਢਿਆਂ ਦੇ ਉੱਪਰ ਤੁਰਨ ਵਾਲਾ, ਅੱਗ ਦੀ ਭੱਠੀ ਦੇ ਵਿੱਚੋਂ ਲੰਘਣ ਵਾਲਾ ਹੈ, ਮਤਲਬ ਦੁੱਖਾਂ ਦੇ ਵਿੱਚੋਂ ਲੰਘਣ ਵਾਲਾ ਹੈ। ਹਾਲੇਲੂਇਆ। ਫਿਰ ਪਰਮੇਸ਼ਵਰ ਉਸ ਜ਼ਿੰਦਗੀ ਚੋਂ, ਉਸ ਪਰਿਵਾਰ ਦੀ ਜ਼ਿੰਦਗੀ ਤੋਂ, ਉਸ ਫੈਮਿਲੀ ਦੀ ਜ਼ਿੰਦਗੀ ਤੋਂ ਆਪਣੇ ਨਾਮ ਦੀ ਮਹਿਮਾ ਲੈਂਦਾ ਹੈ। ਹਾਲੇਲੂਇਆ। ਮੁਬਾਰਕ ਉਹ ਲੋਗ ਆ, ਬਲੈਸਡ ਉਹ ਲੋਗ ਆ, ਯੂਨੀਕ ਉਹ ਲੋਗ ਆ ਜਿਨ੍ਹਾਂ ਨੂੰ ਪਰਮੇਸ਼ਵਰ ਏਦਾਂ ਕਰਕੇ ਇਸਤੇਮਾਲ ਕਰਦਾ, ਆਪਣੀ ਵਡਿਆਈ ਦੇ ਲਈ ਇਸਤੇਮਾਲ ਕਰਦਾ। ਤੁਹਾਨੂੰ ਪਤਾ ਮੋਜ਼ਿਸ ਨੂੰ ਜਦੋਂ ਖੁਦਾ ਨੇ ਚੁਣਿਆ, ਕਿੱਦਾਂ ਚੁਣਿਆ, ਕਾਹਦੇ ਲਈ ਚੁਣਿਆ? ਆਪਣੇ ਨਾਮ ਦੀ ਵਡਿਆਈ ਦੇ ਲਈ। ਕਿ ਜਦੋਂ ਮਿਸਰ ਦੀ ਗੁਲਾਮੀ ਦੇ ਵਿੱਚ ਖੁਦਾ ਆਪਣੇ ਲੋਕਾਂ ਨੂੰ ਛੁਟਕਾਰਾ ਦਿਲਾਏਗਾ, ਫਿਰ ਲੋਕ ਕੀ ਕਰਨਗੇ? ਪਰਮੇਸ਼ਵਰ ਦੀ ਵਡਿਆਈ ਕਰਨਗੇ। ਹਾਲੇਲੂਇਆ। ਪਰਮੇਸ਼ਵਰ ਦਾ ਇਹ ਕੰਮ ਆ ਜਾਂ ਕਾਰਨ ਆ ਆਪਣੇ ਨਾਮ ਦੀ ਵਡਿਆਈ ਲੈਣ ਦਾ। ਹਾਲੇਲੂਇਆ। ਮਿਸਰ ਦੀ ਗੁਲਾਮੀ ਦੇ ਵਿੱਚ ਲੋਕਾਂ ਨੂੰ ਕਿਉਂ ਭੇਜਿਆ? ਜਦੋਂ ਕਾਲ ਪੈ ਗਿਆ, ਕਨਾਨ ਦੇਸ਼ ਆਲੇ ਦੁਆਲੇ ਦੇ ਦੇਸ਼ਾਂ ਦੇ ਵਿੱਚ ਕਾਲ ਪੈ ਗਿਆ, ਫਿਰ ਮਿਸਰ ਦੇ ਵਿੱਚ ਲੋਕ ਆਏ, ਫਿਰ ਯੂਸਫ ਉੱਥੇ ਮਰ ਗਿਆ, ਔਰ ਫਿਰੌਨ ਤੋਂ ਬਾਅਦ ਜਿਹੜੀ ਪੀੜ੍ਹੀ ਉੱਠੀ ਰਾਜਿਆਂ ਦੀ, ਉਹ ਯੂਸਫ ਨੂੰ ਜਾਣਦੇ ਨਹੀਂ ਸੀਗੇ ਕਿ ਯੂਸਫ ਨੇ ਮਿਸਰ ਦੇ ਲਈ ਕੀ ਕੀਤਾ। ਹਾਲੇਲੂਇਆ। ਫਿਰ ਉਹਨਾਂ ਨੇ ਮਿਸਰ ਦੇ ਵਿੱਚ ਜਿਹੜੇ ਇਜ਼ਰਾਈਲੀ ਲੋਕ ਸੀਗੇ ਜਾਂ ਜਿਹੜੇ ਵੀ ਲੋਕ ਸੀਗੇ, ਉਹਨਾਂ ਨੂੰ ਫਿਰ ਗੁਲਾਮ ਬਣਾ ਲਿਆ, ਔਰ ਉਹਨਾਂ ਨੂੰ ਬਹੁਤ ਜ਼ਿਆਦਾ ਕੜਰਾਈ ਦੇ ਨਾਲ, ਬੜੀ ਸਖਤੀ ਦੇ ਨਾਲ ਉਹਨਾਂ ਦੇ ਕੋਲੋਂ ਕੰਮ ਕਰਾਉਣਾ ਸ਼ੁਰੂ ਕਰ ਦਿੱਤਾ, ਕਿਉਂਕਿ ਉਹ ਬਹੁਤ ਜ਼ਿਆਦਾ ਸੀਗੇ। ਹਾਲੇਲੂਇਆ। ਮੈਂ ਉਮੀਦ ਕਰਦਾ ਤੁਹਾਨੂੰ ਸਮਝ ਆ ਰਹੀ ਹੈ। ਇਹ ਸਾਰਾ ਕੁਝ ਪਰਮੇਸ਼ਵਰ ਨੇ ਆਪਣੀ ਵਡਿਆਈ ਦੇ ਲਈ ਕੀਤਾ ਕਿ ਲੋਕ ਜਦੋਂ ਇਸ ਕੜਰੀ ਗੁਲਾਮੀ ਤੋਂ ਨਿਕਲਣਗੇ ਤਾਂ ਕੀ ਕਰਨਗੇ? ਪਰਮੇਸ਼ਵਰ ਦੀ ਵਡਿਆਈ ਕਰਨਗੇ। ਹਾਲੇਲੂਇਆ। ਅੱਜ ਸਾਡਾ ਕਸ਼ਟ ਮਿਸਰ ਦੀ ਗੁਲਾਮੀ ਵਰਗਾ ਹੋ ਸਕਦਾ। ਅੱਜ ਸਾਡਾ ਕਸ਼ਟ ਦੁੱਖਾਂ ਦੇ ਵਿੱਚੋਂ ਲੰਘਣ ਵਾਲਾ, ਕੰਢਿਆਂ ਦੇ ਉੱਪਰੋਂ ਦੀ ਤੁਰਨ ਵਾਲਾ, ਔਰ ਭੀੜੇ ਰਸਤੇ ਦੇ ਵਿੱਚੋਂ ਦੀ ਜਾਣ ਵਾਲਾ ਹੋ ਸਕਦਾ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਇਸੇ ਲਈ ਆ ਕਿ ਪਰਮੇਸ਼ਵਰ ਦੀ ਵਡਿਆਈ ਹੋਵੇ। ਔਰ ਇਹ ਕਾਹਦੇ ਲਈ ਆ, ਕਿਸ ਲਈ ਆ? ਕਿਉਂਕਿ ਤੁਸੀਂ ਸਪੈਸ਼ਲ ਆ, ਕਿਉਂਕਿ ਪਰਮੇਸ਼ਵਰ ਦੀ ਨਜ਼ਰ ਤੁਹਾਡੇ ਉੱਪਰ ਪਈ ਆ ਕਿ ਤੁਸੀਂ ਉਸ ਟਾਈਮ ਪੀਰੀਅਡ ਦੇ ਵਿੱਚੋਂ ਨਿਕਲ ਸਕਦੇ ਆ ਬਿਨਾਂ ਬੁੜਬੁੜਾਹਟ ਦੇ। ਤਾਂ ਪਰਮੇਸ਼ਵਰ ਨੇ ਤੁਹਾਨੂੰ ਚੁਣਿਆ ਔਰ ਤੁਹਾਡੇ ਉੱਪਰ ਆਪਣਾ ਆਪ ਜ਼ਾਹਿਰ ਕੀਤਾ। ਉਸ ਅੰਨੇ ਨੂੰ ਇਦਾਂ ਹੀ ਪੈਦਾ ਨਹੀਂ ਕਰ ਦਿੱਤਾ ਖੁਦਾਵੰਦ ਨੇ, ਇਸ ਲਈ ਕੀਤਾ ਕਿ ਪਰਮੇਸ਼ਵਰ ਦੇ ਜਿਹੜੇ ਕੰਮ ਆ ਉਹਦੇ ਉੱਪਰ ਪ੍ਰਗਟ ਕੀਤੇ ਜਾਣ, ਉਹਦੀ ਜ਼ਿੰਦਗੀ 'ਚ ਪ੍ਰਗਟ ਕੀਤੇ ਜਾਣ। ਹਾਲੇਲੂਇਆ। ਉਸ ਤੋਂ ਬਾਅਦ ਕੀ ਹੋਇਆ? ਸੁਣੋ ਬੜੇ ਧਿਆਨ ਦੇ ਨਾਲ। ਲਿਖਿਆ, ਯਿਸੂ ਮਸੀਹ ਨੇ ਕਿਹਾ ਸਾਨੂੰ ਚਾਹੀਦਾ ਹੈ ਕਿ ਦਿਨ ਹੁੰਦੇ ਹੁੰਦੇ ਉਹਦੇ ਕੰਮ ਕਰੀਏ ਜਿਹਨੇ ਮੈਨੂੰ ਘੱਲਿਆ ਆ। ਰਾਤ ਚਲੀ ਆਉਂਦੀ ਆ ਜਦੋਂ ਕੋਈ ਨਹੀਂ ਕੰਮ ਕਰ ਸਕਦਾ। ਜਦ ਤੀਕਰ ਮੈਂ ਜਗਤ ਦੇ ਵਿੱਚ ਆ, ਮੈਂ ਜਗਤ ਦਾ ਚਾਨਣ ਆ।
ਬੋਲੋ ਹਾਲੇਲੂਇਆ। ਕਹਿੰਦੇ ਜਦ ਤੱਕ ਮੈਂ ਜਗਤ ਦੇ ਵਿੱਚ ਆ, ਮੈਂ ਜਗਤ ਦਾ ਚਾਨਣ ਆ। ਉਸਨੇ ਇਹ ਗੱਲਾਂ ਕਹਿ ਕੇ ਧਰਤੀ ਦੇ ਉੱਪਰ ਥੁੱਕਿਆ ਔਰ ਥੁੱਕ ਦੇ ਨਾਲ ਮਿੱਟੀ ਗੋਈ। ਯਿਸੂ ਮਸੀਹ ਨੇ ਗੱਲਾਂ ਦੱਸਣ ਤੋਂ ਬਾਅਦ ਜ਼ਮੀਨ ਦੇ ਉੱਪਰ ਥੁੱਕਿਆ ਔਰ ਮਿੱਟੀ ਨੂੰ ਗੁੰਨਿਆ ਔਰ ਲਿਖਿਆ ਥੁੱਕ ਦੇ ਨਾਲ ਮਿੱਟੀ ਗੋਈ ਔਰ ਉਹ ਮਿੱਟੀ ਉਹਦੀਆਂ ਅੱਖਾਂ ਉੱਤੇ ਮਲੀ ਔਰ ਉਸ ਨੂੰ ਆਖਿਆ ਜਾ ਸ਼ਿਲੋਆਮ ਦੇ ਕੁੰਡ ਦੇ ਵਿੱਚ, ਜਿਹਦਾ ਅਰਥ ਆ ਭੇਜਿਆ ਹੋਇਆ, ਧੋ ਸੁੱਟ। ਲਿਖਿਆ ਸੋ ਉਹਨੇ ਜਾ ਕੇ ਆਪਣੀਆਂ ਅੱਖੀਆਂ ਧੋਤੀਆਂ ਅਤੇ ਉਹ ਸੁਜਾਖਾ ਹੋ ਕੇ ਚੱਲਿਆ ਆਇਆ। ਬੋਲੋ ਆਮੀਨ ਹਾਲੇਲੂਇਆ। ਪਰ ਉਹਨੂੰ ਅੱਜ ਅੱਖਾਂ ਮਿਲੀਆਂ, ਮਤਲਬ 15 ਸਾਲ ਬਾਅਦ, 20 ਸਾਲ ਬਾਅਦ, ਜਾਂ ਜਦੋਂ ਵੀ, ਕਿਉਂਕਿ ਭੀਖ ਮੰਗਦਾ ਹੁੰਦਾ ਸੀਗਾ, ਜਵਾਨ ਬੱਚਾ ਸੀਗਾ। ਅਗਰ ਤੁਸੀਂ ਇਹਦੀ ਸਟੋਰੀ ਨੂੰ ਪੜ੍ਹੋ ਤੇ ਉਹ ਸਿਆਣਾ ਕਿਹਾ ਗਿਆ। ਸਿਆਣਾ ਮਤਲਬ ਟੀਨੇਜਰ ਨੂੰ ਸਿਆਣਾ ਨਹੀਂ ਕਿਹਾ ਜਾਂਦਾ। ਮਤਲਬ ਅਗਰ ਤੁਸੀਂ 20 ਸਾਲ ਤੋਂ ਉੱਪਰ ਦੇ ਆ ਜਾਂ 25 ਸਾਲਾਂ ਦੇ ਆ ਜਾਂ 30 ਸਾਲ ਦੇ, ਫਿਰ ਤਾਂ ਤੁਸੀਂ ਸਿਆਣੇ, ਤੁਹਾਨੂੰ ਕੋਈ ਸਮਝ ਵਾਲਾ ਬੰਦਾ ਕਹਿ ਸਕਦਾ ਕਿ ਇਹ ਸਮਝਦਾਰ ਆ। ਹਾਲੇਲੂਇਆ। ਉਹ ਭੀਖ ਮੰਗਦਾ ਹੁੰਦਾ ਸੀਗਾ। ਹਾਲੇਲੂਇਆ। ਤੁਸੀਂ ਦੇਖੋ ਉਹ ਜਿਹੜਾ ਉਸ ਤੋਂ ਪਹਿਲਾਂ ਦਾ ਸਮੇਂ, ਅੱਜ ਚੰਗਿਆਈ ਮਿਲ ਗਈ, ਅੱਜ ਅੱਖਾਂ ਆ ਗਈਆਂ, ਅੱਜ ਰੋਸ਼ਨੀ ਆ ਗਈ, ਅੱਜ ਰੰਗ ਦੇਖਣੇ ਸ਼ੁਰੂ ਹੋ ਗਿਆ, ਅੱਜ ਦੁਨੀਆ ਦੇਖਣੇ, ਇਨਸਾਨ ਦੇਖਣੇ ਸ਼ੁਰੂ ਹੋ ਗਏ। ਹਾਲੇਲੂਇਆ। ਇਸ ਤੋਂ ਪਹਿਲਾਂ ਹਨੇਰਾ ਹੀ ਹਨੇਰਾ ਸੀਗਾ। ਅੱਖਾਂ ਬੰਦ ਕਰਕੇ ਦੇਖੋ, ਹਨੇਰਾ ਹੀ ਹਨੇਰਾ ਸੀਗਾ। ਉਹਨੇ ਕਿੱਦਾਂ 30 ਸਾਲ ਕੱਢੀ, ਉਹਨੇ ਕਿੱਦਾਂ 20 ਸਾਲ ਕੱਢੇ। ਹਾਲੇਲੂਇਆ। ਪਰਮੇਸ਼ਵਰ ਦੀ ਵਡਿਆਈ ਦੇ ਲਈ ਕਿ ਇੱਕ ਦਿਨ ਮੇਰੀ ਜ਼ਿੰਦਗੀ ਤੋਂ ਪਰਮੇਸ਼ਵਰ ਦੀ ਵਡਿਆਈ ਹੋਣੀ ਆ। ਬੋਲੋ ਪਰਮੇਸ਼ਵਰ, ਮੇਰੇ ਜੀਵਨ ਤੋਂ ਤੇਰੇ ਨਾਮ ਨੂੰ ਵਡਿਆਈ ਮਿਲੇ। ਪਰਮੇਸ਼ਵਰ, ਮੇਰੇ ਜੀਵਨ ਤੋਂ ਤੇਰੇ ਨਾਮ ਨੂੰ ਮਹਿਮਾ ਮਿਲੇ। ਮੈਨੂੰ ਇਸਤੇਮਾਲ ਕਰ, ਮੈਂ ਹਾਜ਼ਰ ਹਾਂ। ਅਗਰ ਤੁਸੀਂ ਖੁਦਾਵੰਦ ਦੇ ਦਾਸਾਂ ਦੀ ਜ਼ਿੰਦਗੀਆਂ ਦੇ ਬਾਰੇ ਦੇਖੋ ਬਾਈਬਲ ਦੇ ਵਿੱਚ, ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਕੋਈ ਛੋਟੇ ਦੁੱਖ ਨਹੀਂ ਸੀਗੇ ਜਿਨ੍ਹਾਂ ਦੇ ਵਿੱਚ ਉਹ ਲੰਘੇ ਆ, ਔਰ ਲੰਘਣ ਤੋਂ ਬਾਅਦ ਉਹਨਾਂ ਨੂੰ ਸੁੱਖ ਮਿਲਿਆ, ਅਮੀਰੀ ਮਿਲੀ ਆ, ਪਬਲਿਸਿਟੀ ਮਿਲੀ ਆ। ਹਾਲੇਲੂਇਆ। ਉਹਦਾ ਕਾਰਨ ਪਰਮੇਸ਼ਵਰ ਦੀ ਵਡਿਆਈ ਆ। ਹਾਲੇਲੂਇਆ। ਉਹਦਾ ਕਾਰਨ ਪਰਮੇਸ਼ਵਰ ਦੀ ਵਡਿਆਈ। ਤੁਸੀਂ ਬਾਈਬਲ ਨਵੇਂ ਨਿਯਮ ਨੂੰ ਪੜ੍ਹੋ ਜਰਾ, ਪਹਿਲੀਆਂ 4 ਜਿਹੜੀਆਂ ਕਿਤਾਬਾਂ ਉਹਨਾਂ ਨੂੰ, ਇੰਜੀਲਾਂ ਪੜ੍ਹੋ, ਤੁਹਾਨੂੰ ਪਤਾ ਲੱਗੇ ਜਦੋਂ ਲੋਕ ਚੰਗੇ ਹੋਏ ਜਾਂ ਅਦਭੁਤ ਕੰਮ ਦੇਖਿਆ, ਕਹਿੰਦੇ ਇਸ ਤੋਂ ਪਹਿਲਾਂ ਅਸੀਂ ਏਦਾਂ ਕਦੀ ਨਹੀਂ ਦੇਖਿਆ ਕਿ ਕਿਸੇ ਚੋਂ ਏਦਾਂ ਭੂਤ ਨਿਕਲੇ, ਜਾਂ ਅੰਨੇ ਨੂੰ ਅੱਖਾਂ ਮਿਲੀਆਂ, ਜਾਂ ਬੋਲੇ ਨੂੰ ਸੁਣਨ ਦੀ ਸ਼ਕਤੀ ਮਿਲੀ, ਜਾਂ ਲੰਗੜੇ ਨੂੰ ਆਵਾਜ਼ ਦਿੱਤੀ ਤੁਰ ਪਿਆ, ਜਾਂ ਮੁਰਦੇ ਨੂੰ ਕਿਹਾ ਉੱਠ ਤੇ ਉਹ ਉੱਠ ਖੜਾ ਹੋਇਆ। ਇਹ ਗੱਲਾਂ ਦੇਖਣ ਤੋਂ ਬਾਅਦ, ਇਹ ਸੁਣਨ ਤੋਂ ਬਾਅਦ ਲੋਕਾਂ ਨੇ ਖੁਦਾ ਦੀ, ਮਤਲਬ ਪਰਮੇਸ਼ਵਰ ਦੀ ਵਡਿਆਈ ਕਰਨਾ ਸ਼ੁਰੂ ਕੀਤਾ। ਹਾਲੇਲੂਇਆ। ਅੱਜ ਸਾਡੀ ਜ਼ਿੰਦਗੀ ਦੇ ਵਿੱਚ ਮੌਜੂਦਾ ਹਾਲਾਤ ਜਿੱਦਾਂ ਦੇ ਵੀ ਹੋਣ, ਚਾਹੇ ਤੰਗੀ ਦੇ ਵਿੱਚ ਹੋਈਏ, ਚਾਹੇ ਦੁੱਖ ਦੇ ਵਿੱਚ ਹੋਈਏ, ਚਾਹੇ ਬਿਮਾਰੀ ਦੇ ਵਿੱਚ ਹੋਈਏ, ਹਾਲੇਲੂਇਆ, ਉਹਦਾ ਕਾਰਨ ਇਹ ਆ ਸਾਡੀ ਜ਼ਿੰਦਗੀ 'ਚ ਆਉਣ ਦਾ ਕਿ ਇੱਕ ਦਿਨ ਅਸੀਂ ਪਰਮੇਸ਼ਵਰ ਦੀ ਵਡਿਆਈ ਦੇ ਲਈ ਇਸਤੇਮਾਲ ਕੀਤੇ ਜਾਵਾਂਗੇ। ਹਾਲੇਲੂਇਆ। ਇੱਕ ਦਿਨ ਮੇਰੇ ਜੀਵਨ ਤੋਂ ਪਰਮੇਸ਼ਵਰ ਦੇ ਨਾਮ ਨੂੰ ਵਡਿਆਈ ਮਿਲੇਗੀ। ਲੋਕ ਮੇਰੇ ਵੱਲ ਦੇਖਣਗੇ, ਮੇਰੇ ਹਾਲਾਤਾਂ ਦੇ ਵੱਲ ਦੇਖਣਗੇ ਔਰ ਪਿਤਾ ਦੀ ਵਡਿਆਈ ਕਰਨਗੇ ਕਿ ਵਾਕਈ ਖੁਦਾ ਨੇ ਆਪਣਾ ਆਪ ਇਹਦੇ ਉੱਪਰ ਪ੍ਰਗਟ ਕੀਤਾ ਹੈ, ਆਪਣਾ ਆਪ ਇਹਦੇ ਉੱਪਰ ਜ਼ਾਹਿਰ ਕੀਤਾ, ਇਹਦੇ ਪਰਿਵਾਰ ਦੇ ਉੱਪਰ ਖੁਦਾ ਨੇ ਆਪਣਾ ਆਪ ਜ਼ਾਹਿਰ ਕੀਤਾ। ਬੋਲੋ ਆਮੀਨ ਹਾਲੇਲੂਇਆ। ਉਮੀਦ ਕਰਦਾ ਤੁਸੀਂ ਸਮਝ ਪਾ ਰਹੇ। ਪੜੋ ਜ਼ਰਾ ਮੇਰੇ ਨਾਲ, ਜਦੋਂ ਮਰਕੁਸ ਦਾ ਅੰਜੀਲ, ਮਰਕੁਸ ਦਾ ਅੰਜੀਲ ਉਹਦਾ 10 ਨੰਬਰ ਅਧਿਆਇ, ਮਰਕੁਸ ਦਾ ਅੰਜੀਲ ਉਹਦਾ 10 ਨੰਬਰ ਅਧਿਆਇ, ਉਹਦਾ 46 ਨੰਬਰ ਪੰਕਤੀ ਤੋਂ 52 ਨੰਬਰ ਪੰਕਤੀ ਤੱਕ ਅਸੀਂ ਪੜ੍ਹਨਾ। ਸੁਣਨਾ ਬੜੇ ਧਿਆਨ ਦੇ ਨਾਲ। ਲਿਖਿਆ ਉਹ ਯਰੀਹੋ ਵਿੱਚ ਆਏ, ਔਰ ਜਦ ਉਹ ਅਤੇ ਉਹਦੇ ਚੇਲੇ ਅਤੇ ਬਹੁਤ ਲੋਕ ਯਰੀਹੋ ਤੋਂ ਨਿਕਲ ਰਹੇ ਸਨ। ਇਹ ਉਸ ਸਮੇਂ ਦੀ ਗੱਲ ਆ ਜਦੋਂ ਇੱਕ ਅੰਨਾ ਵਿਅਕਤੀ, ਅੰਨਾ ਮੰਗਤਾ ਜਿਹੜਾ ਸੜਕ ਦੇ ਉੱਪਰ ਭੀਖ ਮੰਗਦਾ ਆ। ਤੁਸੀਂ ਸੁਣਨਾ, ਗੌਰ ਕਰਨਾ ਵਚਨ ਦੇ ਉੱਪਰ, ਤੁਹਾਨੂੰ ਫਿਰ ਸਮਝ ਆਏਗੀ। ਯਿਸੂ ਮਸੀਹ ਔਰ ਚੇਲੇ ਔਰ ਭੀੜ ਯਰੀਹੋ ਤੋਂ ਲੰਘਦੇ ਪਏ ਆ। ਇੱਕ ਅੰਨਾ ਬੰਦਾ ਜਿਹਦਾ ਨਾਮ ਬਰਤੀਮਈ ਹੈ, ਤਿਮਈ ਦਾ ਪੁੱਤਰ ਬਰਤੀਮਈ, ਔਰ ਉਹ ਸਿਰਫ ਸੁਣਦਾ ਆ ਕਿ ਯਿਸੂ ਮਸੀਹ ਇਸ ਥਾਂ ਤੋਂ ਲੰਘਦੇ ਪਏ ਆ। ਮਤਲਬ ਜਿੱਥੇ ਮੈਂ ਖੜਾ ਭੀਖ ਮੰਗਦਾ ਪਿਆ, ਇੱਥੋਂ ਲੰਘਦੇ ਪਏ ਆ।
सुनना बड़े ध्यान दे नाल। लिखिया जदों यीशु मसीह चेले और उथों दे लोग जिहड़े यरीहो तो निकल रहे सन, तिमेई दा पुत्र बरतिमेई एक अन्ना मंगता सड़क दे कंढे बैठा सी। और फिर की होया, कहंदे अते ये सुन के जो यीशु नासरी है उच्ची दे के कहन लगा, तुहानू की लगदा इदां कोई लंघेगा ते कोई रौला पाना शुरू कर देगा? नहीं, सब तो पहला उन्हें यीशु मसीह द्वारा होए चमत्कारां नू सुनिया। देखिया तो नहीं होएगा क्योंकि अन्ना है। उन्हें सुनिया लंगड़ा चंगा होया, उन्हें सुनिया अन्ना चंगा होया, उन्हें सुनिया लोकां दे कोलों भूत निकलदे आ कि एक यीशु नाम दा प्रॉफिट आया है, यीशु नाम दा एक बंदा आया है, यीशु नाम दा एक परमेश्वर दा बेटा आया है, संसार दा उद्धार करता आया है, जेड़ा हुक्म करदा आ पौना ठहर जांदियां, थम जांदियां आ, जेड़ा बोलदा आ भूत निकल जांदे आ, जेड़ा अखां नूं छूंदा आ अखां आ जांदियां, कन्नां दे विच उंगलां पा के बोलदा आ कि तैनूं सुणन दी ताकत मिले, ओ सुणदा आ, मुर्दियां नूं आवाज दिंदा उठ खड़दे आ। ये सारे चमत्कार बरतिमेई ने अपनी कन्नां दे नाल सुने, देखे नहीं क्योंकि अन्ना है। हुण तुसीं देखो सुनना कितना जरूरी आ वचन नूं। चर्च दे विच गवाहियां नूं सुनना कितना जरूरी है, चर्च दे विच बैठ के वचन नूं सुनना कितना जरूरी आ, क्योंकि सुनना परमेश्वर दे वचन तो आउंदा है। तुहाडा विश्वास तद तक वध नहीं सकदा जद तक तुसी वचन नूं सीरियसली सुनदे नहीं। चर्च दे विच या किसी भी खुदावंद दे दास दे कोलों या किसी भी आत्मिक भैन भरा दे कोलों तुसी जद तक सीरियसली वचन नूं सुनदे नहीं तद तक तुहाडा विश्वास वध नहीं सकदा। और बिना विश्वास के तुसी रब नूं खुश नहीं कर सकते और ना ही बरकतां लै सकते, ना ही हालातां नूं बदलवा सकते हैं, मतलब अपनी हालातां नूं चेंज नहीं कर सकते तुसी। हालेलुया। ये सिर्फ अन्ने बंदे ने सुनिया कि यीशु लंघदा पिया इस थां तो या इस गली चों या इस सड़क तो जिथे मैं बैठा, बीमार आ, अन्ना आ, लाचार आ, हेल्पलैस आ, और उन्होंने पता इथों यीशु लंघदा पिया। केड़ा यीशु? जिहदे बारे उन्हें सुनिया कि वह लंगड़ियां नूं चलाउंदा, मुर्दियां नूं जिंदा करदा, अन्नियां नूं अखां दिंदा, बोलियां नूं सुणन दी शक्ति दिंदा है। भूत जिहदी आवाज सुन के कंबदे, चीका मारदे और निकल जांदे आ, ਉਹ ਯीशु कहंदा इथों लंघदे पे। इदां उन्हें सुनिया। सुनन तो बाद फिर की करदा? और असीं सुनन तो बाद की करदे? उन्हें जदों सुनिया ते लिखिया, कहंदे कहण लगा, हे दाऊद दे पुत्र, हे यीशु मेरे उत्ते दया कर। और असी वचन सुनन तो बाद की करदे? असी फैमिली दे विच जांदे हां, चर्च दी मीटिंग तो बाद असी गल्लां गप्पां हासा ठट्ठा ये शुरू कर दिंदे। वचन किदां साडे अंदर जड़ फड़ेगा, वचन साडे अंदर किदां थां प्राप्त करेगा, किदां जड़ फड़ेगा, किदां वो बी फुटेगा, किदां वो एक कुम्मल निकलेगी, किदां वो एक पेड़ बनेगा, दरखत बनेगा, किदां। उन्हें सुनन तो बाद की कीता? कहंदा बोलिया, हे दाऊद दे पुत्र, हे यीशु मेरे उत्ते दया कर। कहंदे बहुतियां ने उन्होंने झिड़किया भई चुप रह, बहुतियां ने उन्होंने रोकिया। तुहाडे हालात तुहानूं रोक सकदे आ चर्च आउण तो, तुहाडे हालात तुहानूं रोक सकदे आ प्रभु दे विच अगे वधन तो। लिखिया बहुतियां ने यीशु दे नेड़े आउण तो उन्होंने रोकिया। जदों ने उच्ची आवाज दे नाल बोलिया, हे दाऊद दे पुत्र, हे यीशु महाराज मेरे ऊपर की करो, दया कर दियो। कहंदे बहुतियां ने उन्होंने झिड़किया भई चुप रह, पर कहंदे वो होर भी उच्ची दे के बोलिया, ओनू पता है मेरी आशीष अज मेरे कोल आई है, ओनू पता मेरा छुटकारा अज मेरे कोल आया, ओनू पता अज वो एक दिन आ गया जिहदे विच पिता दी वडियाई होनी मेरे जीवन तो। बोलो आमीन, हालेलुया। उहदे विच फिर चुप रहन दी जरूरत नहीं है। अज की माहौल आ? अज पास्टर नूं बार-बार कहना पैंदा उच्ची दुआ करो, परमेश्वर दे कोलों मंगो, फायर प्रेयर करो, अपने बंधनां नूं तोड़ो, दुआ मंगो। लोकां दे मूंह नहीं खुलदे, लोकां दे मूंह चों दुआ नहीं निकलदी। तुसीं देखो उहनूं चुप कराया गया, उहनूं झिड़किया गया और लिखिया वो होर भी उच्ची दे के बोलण लग गया। चुप नहीं होया। तुहाडे हालात तुहानूं चुप करा दिंदे आ, तुहाडी शर्माहट तुहानूं चुप करा दिंदी आ। तुहानूं लगदा तुहानूं देख रहा कोई तो तुहाडा मजाक उड़ाएगा, तुहानूं वो एक गल ही तुहानूं चुप करा दिंदी आ। पर उस
ਬਰਤੀਮਈ ਨੂੰ ਜਦੋਂ ਲੋਕਾਂ ਨੇ ਝਿੜਕਿਆ ਔਰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ, ਬਾਈਬਲ ਕਹਿੰਦਾ ਉਹ ਹੋਰ ਵੀ ਉੱਚੀ ਦੇ ਕੇ ਬੋਲਿਆ, ਹੇ ਦਾਊਦ ਦੇ ਪੁੱਤਰ, ਮੇਰੇ ਉੱਤੇ ਦਇਆ ਕਰ। ਹਾਲੇਲੂਇਆ। ਮੌਜੂਦਾ ਹਾਲਾਤ ਯਿਸੂ ਤੱਕ ਤੁਹਾਡੀ ਆਵਾਜ਼ ਨਹੀਂ ਪਹੁੰਚਣ ਦੇਣਗੇ। ਮੌਜੂਦਾ ਹਾਲਾਤ ਜੋ ਦੁੱਖ, ਪਰੇਸ਼ਾਨੀ, ਗਰੀਬੀ, ਬਿਮਾਰੀ ਨਾਲ ਭਰੇ ਪਏ ਨੇ, ਇਹ ਜਿਹੜੇ ਮੌਜੂਦਾ ਹਾਲਾਤ ਆ ਤੁਹਾਨੂੰ ਝਿੜਕਦੇ ਆ, ਤੁਹਾਨੂੰ ਚੁੱਪ ਕਰਾਉਂਦੇ ਆ, ਤੁਹਾਨੂੰ ਰੋਕਦੇ ਆ, ਤੁਹਾਨੂੰ ਸਾਇਲੈਂਟ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਤੁਹਾਡੇ ਜਿਹੜੇ ਹਾਲਾਤ ਆ ਯਿਸੂ ਮਸੀਹ ਤੱਕ ਨਾ ਪਹੁੰਚ ਜਾਣ, ਜਾਂ ਤੁਸੀਂ ਯਿਸੂ ਮਸੀਹ ਤੱਕ ਨਾ ਪਹੁੰਚ ਜਾਓ, ਜਾਂ ਯਿਸੂ ਤੁਹਾਡੇ ਤੱਕ ਨਾ ਪਹੁੰਚ ਜਾਏ। ਬਸ ਉਸ ਅੰਨੇ ਬਰਤੀਮਈ ਨੂੰ ਪਤਾ ਸੀ ਅੱਜ ਉਹ ਇੱਕ ਦਿਨ ਆ ਗਿਆ ਜਿਹਦੇ ਕਰਕੇ ਮੈਨੂੰ ਇਸ ਸਿਚੁਏਸ਼ਨ ਦੇ ਵਿੱਚੋਂ ਲੰਘਣਾ ਪਿਆ। ਉਹਨੇ ਸੋਚ ਲਿਆ ਇੱਕ ਦਿਨ ਆ ਗਿਆ, ਔਰ ਉਹਨੇ ਉਸ ਦਿਨ ਦੀ ਕਦਰ ਕੀਤੀ, ਉਸ ਦਿਨ ਨੂੰ ਆਪਣੇ ਲਈ ਲਾਹੇਵੰਦ ਬਣਾਇਆ। ਬਾਈਬਲ ਕਹਿੰਦਾ ਹੋਰ ਉੱਚੀ ਦੇ ਕੇ ਬੋਲਣ ਲੱਗ ਗਿਆ, ਔਰ ਯਿਸੂ ਮਸੀਹ ਦੇ ਕੰਨਾਂ ਤੱਕ ਆਵਾਜ਼ ਚਲੀ ਗਈ। ਆਮੀਨ, ਹਾਲੇਲੂਇਆ। ਔਰ ਯਿਸੂ ਮਸੀਹ ਦੇ ਕੰਨਾਂ ਤੱਕ ਆਵਾਜ਼ ਪਹੁੰਚ ਗਈ ਤੇ ਲਿਖਿਆ, ਤਦ ਯਿਸੂ ਨੇ ਖੜੋ ਕੇ ਕਿਹਾ। ਮਤਲਬ ਯਿਸੂ ਮਸੀਹ ਰੁਕ ਗਏ। ਕਿਉਂ ਰੁਕੇ? ਐਵੇਂ ਨਹੀਂ ਰੁਕ ਗਏ, ਜਾ ਰਹੇ ਆ। ਰੁਕ ਐਵੇਂ ਨਹੀਂ ਗਏ ਕਿਉਂਕਿ ਕੰਨਾਂ ਤੱਕ ਆਵਾਜ਼ ਪਹੁੰਚ ਗਈ। ਉਸ ਅੰਨੇ ਬੰਦੇ ਦੀ ਆਵਾਜ਼ ਯਿਸੂ ਮਸੀਹ ਦੇ ਕੰਨਾਂ ਤੱਕ ਪਹੁੰਚ ਗਈ। ਕਿੱਦਾਂ ਪਹੁੰਚੀ? ਕਿੱਦਾਂ ਪਹੁੰਚੀ? ਜਦੋਂ ਹਾਲਾਤਾਂ ਦੇ ਨਾਲ ਲੜ ਕੇ ਉਹ ਬੋਲਿਆ। ਚੁੱਪ ਕਰਾਉਣ ਤੇ ਵੀ ਨਾ ਚੁੱਪ ਕੀਤਾ। ਚੇਲਿਆਂ ਨੇ, ਲੋਕਾਂ ਨੇ ਉੱਥੇ ਚੁੱਪ ਕਰਾਇਆ, ਉਹਨੂੰ ਝਿੜਕਿਆ। ਚੁੱਪ ਕਰ ਕਹਿੰਦੇ ਨਾ ਬੋਲ। ਲਿਖਿਆ ਹੋਰ ਵੀ ਉੱਚੀ ਦੇ ਕੇ ਬੋਲਣ ਲੱਗਾ, ਹੇ ਦਾਊਦ ਦੇ ਪੁੱਤਰ, ਹੇ ਯਿਸੂ ਨਾਸਰੀ, ਮੇਰੇ ਉੱਪਰ ਦਇਆ ਕਰ। ਇਹ ਆਵਾਜ਼ ਯਿਸੂ ਮਸੀਹ ਤੱਕ ਪਹੁੰਚ ਗਈ। ਮੈਂ ਤੁਹਾਨੂੰ ਦੱਸਦਾ, ਤੁਹਾਡੇ ਹਾਲਾਤ, ਤੁਹਾਡੀ ਸਿਚੁਏਸ਼ਨ, ਤੁਹਾਡੀ ਬਿਮਾਰੀ, ਤੁਹਾਡਾ ਦੁੱਖ, ਤੁਹਾਡਾ ਕਰਜ਼ਾ, ਤੁਹਾਡਾ ਜਿਹੜਾ ਤੰਗੀ ਆ, ਇਹ ਤੁਹਾਡੀ ਆਵਾਜ਼ ਨੂੰ ਦਬਾ ਦੇਣਗੇ, ਦਬਾਉਣ ਦੀ ਕੋਸ਼ਿਸ਼ ਕਰਨਗੇ, ਪਰ ਤੁਸੀਂ ਆਪਣੀ ਆਵਾਜ਼ ਨੂੰ ਹੋਰ ਬੁਲੰਦ ਕਰਨਾ ਬਰਤੀਮਈ ਦੀ ਤਰ੍ਹਾਂ। ਲਿਖਿਆ ਤਦ ਯਿਸੂ ਖੜੋ ਗਿਆ। ਯਿਸੂ ਮਸੀਹ ਰੁਕ ਗਏ, ਔਰ ਰੁਕਣ ਤੋਂ ਬਾਅਦ ਕਹਿੰਦੇ ਉਹਨੂੰ ਸੱਦ ਲਿਆਓ। ਬੋਲੋ ਹਾਲੇਲੂਇਆ। ਕਹਿੰਦੇ ਉਹਨੂੰ ਮੇਰੇ ਕੋਲ ਸੱਦ ਲਿਆਓ। ਮਤਲਬ ਤੁਸੀਂ ਦੇਖੋ ਕਾਫੀ ਅੱਗੇ ਚਲੇ ਗਏ ਹੋਣਗੇ, ਕਿੰਨਾ ਅੱਗੇ ਨਿਕਲ ਗਏ ਹੋਣਗੇ ਬਰਤੀਮਈ ਤੋਂ, ਜਿਹੜਾ ਉਹਨੇ ਇੰਨੀ ਉੱਚੀ ਆਵਾਜ਼ ਦੇ ਨਾਲ ਬੋਲਿਆ ਔਰ ਯਿਸੂ ਮਸੀਹ ਦੇ ਕੰਨਾਂ ਤੱਕ ਆਵਾਜ਼ ਪਹੁੰਚੀ। ਔਰ ਫਿਰ ਯਿਸੂ ਮਸੀਹ ਨੇ ਕਿਹਾ ਉਹਨੂੰ ਮੇਰੇ ਕੋਲ ਸੱਦ ਲਿਆਓ। ਮਤਲਬ ਡਿਸਟੈਂਸ ਜ਼ਿਆਦਾ ਹੋ ਗਿਆ ਹੋਏਗਾ, ਕਿਉਂਕਿ ਜੇ ਕੋਲ ਹੁੰਦੇ ਤਾਂ ਫਿਰ ਇਹ ਸ਼ਬਦ ਨਹੀਂ ਬੋਲਣਾ ਸੀ ਕਿ ਉਹਨੂੰ ਸੱਦ ਲਿਆਓ। ਹਾਲੇਲੂਇਆ। ਬਾਈਬਲ ਦੀ ਗਹਿਰਾਈ ਦੇ ਵਿੱਚ ਜਾਓ, ਤੁਹਾਨੂੰ ਪਤਾ ਲੱਗੇ। ਸਟੋਰੀ ਵਾਈਜ਼ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਯਿਸੂ ਮਸੀਹ ਅੱਗੇ ਚਲੇ ਗਏ ਆ, ਤਾਂ ਹੀ ਇਹ ਸ਼ਬਦ ਇੱਥੇ ਆਇਆ ਕਿ ਉਹਨੂੰ ਮੇਰੇ ਕੋਲ ਸੱਦ ਲਿਆਓ। ਉਸ ਤੋਂ ਬਾਅਦ ਕੀ ਹੋਇਆ? ਲਿਖਿਆ, ਸੋ ਉਹਨਾਂ ਉਸ ਅੰਨੇ ਨੂੰ ਇਹ ਕਹਿ ਕੇ ਸੱਦਿਆ, ਭਈ ਹੌਸਲਾ ਰੱਖ, ਉੱਠ, ਉਹ ਤੈਨੂੰ ਬੁਲਾਉਂਦਾ ਆ। ਲੋਕਾਂ ਨੇ ਉਸ ਅੰਨੇ ਬਰਤੀਮਈ ਨੂੰ ਆਖਿਆ, ਕਹਿੰਦੇ ਉੱਠ, ਹੌਸਲਾ ਰੱਖ, ਯਿਸੂ ਤੈਨੂੰ ਬੁਲਾਉਂਦਾ ਆ, ਜਿਹਨੂੰ ਤੂੰ ਆਵਾਜ਼ਾਂ ਮਾਰਦਾ ਆ। ਹਾਲੇਲੂਇਆ। ਲਿਖਿਆ, ਤਾਂ ਉਹ ਆਪਣਾ ਲੀੜਾ ਸੁੱਟ ਕੇ ਉੱਠ ਖੜਾ ਹੋਇਆ। ਔਰ ਲਿਖਿਆ ਤਾਂ ਯਿਸੂ ਦੇ ਕੋਲ ਆਇਆ। ਲਿਖਿਆ, ਜਦੋਂ ਮੈਂ ਫਿਰ ਤੋਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ, ਕਹਿੰਦੇ ਉਹਨਾਂ ਉਸ ਅੰਨੇ ਨੂੰ ਇਹ ਕਹਿ ਕੇ ਸੱਦਿਆ, ਭਈ ਹੌਸਲਾ ਰੱਖ, ਉੱਠ, ਉਹ ਤੈਨੂੰ ਬੁਲਾਉਂਦਾ ਆ। ਤਾਂ ਉਹ ਆਪਣਾ ਲੀੜਾ ਸੁੱਟ ਕੇ ਉੱਠ ਖੜਾ ਹੋਇਆ। ਲੀੜਾ ਮਤਲਬ ਸਮਝਦੇ? ਪਰਨਾ ਨਹੀਂ, ਰੁਮਾਲ ਨਹੀਂ, ਉਹ ਇੱਕ ਕੱਪੜਾ ਜਿਹਦੇ ਵਿੱਚ ਉਹ ਭੀਖ ਮੰਗਦਾ ਹੁੰਦਾ ਸੀਗਾ, ਜਿਹੜਾ ਉਹਦਾ ਸਰਟੀਫਿਕੇਟ ਸੀਗਾ ਕਿ ਇਹ ਭਿਖਾਰੀ ਆ। ਵਿਸ਼ਵਾਸ ਦੇ ਨਾਲ ਉੱਠਿਆ, ਐਵੇਂ ਨਹੀਂ ਉੱਠ ਗਿਆ। ਤੁਹਾਨੂੰ ਕਿਤੇ ਇਦਾਂ ਨਾ ਲੱਗੇ ਕਿ ਉਹ ਉੱਠਿਆ ਤੇ ਉਹਦਾ ਕੱਪੜਾ ਡਿੱਗ ਗਿਆ ਭੀਖ ਮੰਗਣ ਵਾਲਾ, ਨਹੀਂ। ਬਾਈਬਲ ਨੂੰ ਪੜ੍ਹੋ। ਲਿਖਿਆ, ਉਹ ਆਪਣਾ ਲੀੜਾ ਸੁੱਟ ਕੇ ਉੱਠ ਖੜਾ ਹੋਇਆ। ਵਿਸ਼ਵਾਸ ਵੀ ਹੁਣ ਮੈਨੂੰ ਭੀਖ ਮੰਗਣ ਦੀ ਲੋੜ ਨਹੀਂ, ਹੁਣ ਮੈਨੂੰ ਅੰਨਾ ਰਹਿਣ ਦੀ ਲੋੜ ਨਹੀਂ, ਹੁਣ ਮੈਨੂੰ ਲੋਕਾਂ ਦੇ ਮੁਹਤਾਜ ਹੋਣ ਦੀ ਲੋੜ ਨਹੀਂ, ਹੁਣ ਮੈਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ, ਕਿਉਂਕਿ ਹੁਣ ਯਿਸੂ ਮੇਰਾ ਸਹਾਰਾ ਬਣਨ ਲੱਗਾ। ਬੋਲੋ ਆਮੀਨ, ਹਾਲੇਲੂਇਆ। ਲਿਖਿਆ, ਲੋਕਾਂ ਨੇ ਉਹਨੂੰ ਕਿਹਾ ਉੱਠ ਖੜਾ ਹੋ, ਹੌਸਲਾ ਰੱਖ, ਯਿਸੂ ਤੈਨੂੰ ਬੁਲਾਉਂਦਾ ਆ। ਉਹਦਾ ਵਿਸ਼ਵਾਸ ਦੇਖੋ। ਬਾਈਬਲ ਕਹਿੰਦਾ ਉਹਨੇ ਆਪਣਾ ਕੱਪੜਾ ਸੁੱਟਿਆ, ਜਿਹੜਾ ਕਿ ਉਹਦੀ ਉਸ ਸਮੇਂ ਨਿਸ਼ਾਨੀ ਹੋਏਗੀ ਭਿਖਾਰੀ ਦੀ, ਜਾਂ ਉਹਦਾ ਲਾਇਸੈਂਸ ਹੋਏਗਾ, ਜਾਂ ਉਹਦਾ ਸਰਟੀਫਿਕੇਟ ਹੋਏਗਾ, ਜੋ ਵੀ ਕੱਪੜਾ ਹੋਏਗਾ ਉਸ ਸਮੇਂ ਦਾ, ਉਹਨੇ ਸੁੱਟ ਦਿੱਤਾ ਕਿ ਹੁਣ ਨਹੀਂ ਮੈਂ ਇਹਨੂੰ ਚੱਕਣਾ। ਉੱਠ ਖੜਾ ਹੋਇਆ ਔਰ ਯਿਸੂ ਦੇ ਕੋਲ ਚਲਾ ਗਿਆ। ਬੋਲੋ ਹਾਲੇਲੂਇਆ। ਵਿਸ਼ਵਾਸ ਦੇ ਨਾਲ ਉਹਨੇ ਕੱਪੜਾ ਸੁੱਟ ਦਿੱਤਾ ਕਿ ਹੁਣ ਮੈਨੂੰ ਇਹਦੀ ਜ਼ਰੂਰਤ ਨਹੀਂ ਆ, ਹੁਣ ਮੈਨੂੰ ਪੁਰਾਣੇ ਹਾਲਾਤਾਂ ਦੀ ਜ਼ਰੂਰਤ ਨਹੀਂ ਆ, ਹੁਣ ਮੈਨੂੰ ਪੁਰਾਣੇ ਹਾਲਾਤ ਛੱਡ ਕੇ ਜਾਣਗੇ, ਪੁਰਾਣੀ ਸਿਚੁਏਸ਼ਨ ਜਾਏਗੀ, ਅੰਨਾਪਨ ਜਾਏਗਾ, ਹਨੇਰਾ ਮੇਰੇ ਜੀਵਨ ਚੋਂ ਜਾਏਗਾ, ਦੁੱਖ ਮੇਰੀ ਜ਼ਿੰਦਗੀ ਚੋਂ ਜਾਏਗਾ, ਔਰ ਲਾਚਾਰੀ ਮੇਰੇ ਜੀਵਨ ਚੋਂ ਜਾਏਗਾ, ਸਭ ਚਲਾ ਜਾਏਗਾ ਮੇਰੀ ਜ਼ਿੰਦਗੀ ਦੇ ਵਿੱਚੋਂ।
इस विश्वास के नाल उठिया और अपना जिहड़ा लीड़ा उन्हें सुट दिता, कपड़ा जिहड़ा सुट दिता। हालेलुया। और यीशु दे कोल गया और लिखिया तां यीशु ने अगों उहनूं आख्या, तू की चाहुंदा है जो मैं तेरे लिए करा? अन्य ने उहनूं कहा, प्रभु जी मैं सुजाखा हो जावां। यीशु ने उहनूं कहा, जा तेरी निश्चा ने तैनूं बचाया। गल फिर गहराई दी। यीशु मसीह नूं किद्दां पता लगा कि ਉਹ ਨਿਸ਼ਚਾ ਦੇ ਵਿੱਚ ਤੁਹਾਨੂੰ ਪਤਾ ਉਹਦਾ ਉੱਚੀ ਆਵਾਜ਼ 'ਚ ਬੋਲਣਾ, ਉਹਦਾ ਕੱਪੜਾ ਸੁੱਟਣਾ, ਇਹ ਸਿੰਪਟਮ ਆ ਵਿਸ਼ਵਾਸ ਦੇ, ਇਹ ਨਿਸ਼ਾਨੀਆਂ ਆ ਨਿਸ਼ਚਾ ਦੀਆਂ। ਯीशु मसीह ਕਹਿੰਦੇ ਤੂੰ ਕੀ ਚਾਹੁੰਦਾ ਮੈਂ ਤੇਰੇ ਲਈ ਕਰਾਂ? ਕਹਿੰਦਾ ਮੈਂ ਸੁਜਾਖਾ ਹੋ ਜਾਵਾਂ। ਯीशु मसीह ਕਹਿੰਦੇ ਜਾ ਤੇਰੀ ਨਿਸ਼ਚਾ ਨੇ ਤੈਨੂੰ ਬਚਾਇਆ। ਅਤੇ ਉਵੇਂ ਹੀ ਉਹ ਸੁਜਾਖਾ ਹੋ ਗਿਆ ਅਤੇ ਉਸ ਰਾਹ ਵਿੱਚ ਉਹਦੇ ਮਗਰ ਤੁਰ ਪਿਆ। ਹਾਲੇਲੂਇਆ। अगर तुसी डीप जाओ इहदे वचन दे विच बहुत गहराई आ। कहते तेरी निश्चा ने तेनू बचा लिया, तेरी निश्चा ने तेनू चंगा कर दिता। ओदा कपड़ा सुटना ये निश्चा नू जाहिर करदा, ओदा चुप कराउण दे बावजूद भी चुप ना करना ये निश्चा नू जाहिर करदा है। हालेलुया। क्योंकि जे उन्हें सुनिया ना हुंदा यीशु मसीह दे बारे तां इन्नी उच्ची आवाज दे के ना बोलदा। चुप कराउण दे बावजूद भी वो बोलदा रहा। ਉਹਦਾ ਕਾਰਨ ਇਹ ਸੀਗਾ ਕਿ ਉਹਦਾ ਵਿਸ਼ਵਾਸ ਵਧਿਆ ਹੋਇਆ ਸੀਗਾ ਸੁਣਨ ਦੇ ਦੁਆਰਾ। ਤੇ ਸੁਣਨਾ ਕਿੰਨਾ ਜ਼ਰੂਰੀ ਆ ਖੁਦਾਵੰਦ ਦੇ ਵਚਨ ਨੂੰ, ਖੁਦਾਵੰਦ ਦੀਆਂ ਗੱਲਾਂ ਨੂੰ। ਯਿਸੂ ਮਸੀਹ ਦੀਆਂ ਗੱਲਾਂ ਨੂੰ ਤੁਹਾਨੂੰ ਕਿਤੇ ਨੇ ਕਿਸੇ ਨੇ ਸਵਰਗ ਚੋਂ ਨਹੀਂ ਬੋਲ ਕੇ ਦੱਸਣਾ ਕਿ ਤੁਹਾਨੂੰ ਲੱਗੇ ਕਿ ਜਿੱਦਾਂ ਬੱਦਲ ਗਰਜਦੇ ਆ ਇਦਾਂ ਯਿਸੂ ਮਸੀਹ ਨੇ ਤੁਹਾਡੇ ਨਾਲ ਗੱਲ ਕਰਨੀ, ਫੇਰ ਹੀ ਤੁਸੀਂ ਧਿਆਨ ਨਾਲ ਸੁਣਨਾ। ਯਿਸੂ ਮਸੀਹ ਨੇ ਪਾਦਰੀਆਂ ਨੂੰ ਇਸਤੇਮਾਲ ਕਰਨਾ, ਪਾਸਟਰਾਂ ਦੇ ਦੁਆਰਾ ਤੁਹਾਡੇ ਨਾਲ ਗੱਲ ਕਰਨੀ ਆ। ਅੱਜ ਪਾਸਟਰ ਵਚਨ ਕਰਦਾ ਹੁੰਦਾ ਤੇ ਖੱਪੀ ਜਿਹੜੇ ਮਖੌਲੀਆਂ ਦੀ ਝੁੰਡੀ ਹੁੰਦੀ ਆ ਉਹ ਆਪਸ ਦੇ ਵਿੱਚ ਗੱਲਾਂ ਕਰਦੇ ਹੁੰਦੇ। ਚਰਚ ਦੇ ਵਿੱਚ ਬੈਠ ਕੇ ਕਈ ਮੰਦਬੁੱਧੀ ਲੋਕ ਇਦਾਂ ਦੇ ਵੀ ਹੈਗੇ ਆ, ਸ਼ੈਤਾਨ ਦੇ ਗੁਲਾਮ ਇਦਾਂ ਦੇ ਵੀ ਹੈਗੇ ਆ ਜਿਹੜੇ ਉਸ ਸਮੇਂ ਆਪਣੀਆਂ ਗੱਲਾਂ ਦੇ ਵਿੱਚ ਮਸਤ ਹੋਏ ਹੁੰਦੇ ਆ। ਹਾਲੇਲੂਇਆ। ਕਿੰਨਾ ਜ਼ਰੂਰੀ ਆ ਖੁਦਾਵੰਦ ਦੇ ਵਚਨ ਨੂੰ ਸੁਣਨਾ, ਖੁਦਾਵੰਦ ਦੀਆਂ ਗੱਲਾਂ ਨੂੰ ਸੁਣਨਾ। मैं तुहानू पहला भी दसिया हुण भी दसदा, बरतिमे ने एवें नहीं रुला पाया, बरतिमे ने एवें नहीं चीका मारिया, एवें नहीं बोलिया है यीशु महाराज मेरे ते दया कर। उन्हें सुनिया यीशु मसीह दे बारे कि तुसी भी अन्ने होना चाहते हैं, फिर बरतिमे दी तरह ध्यान नाल सुनना चाहते हैं, फिर विश्वास नूं वधाउणा चाहते हैं। मैं कहना मुबारक तुसी आ कि तुहाडे अंग पैर सब सही सलामत आ। और फिर भी मंदभागी गल यह आ कि तुसी विश्वास तो कोई दूर है, खुदावंद दी वडियाई तो कोई दूर है। कितनी मंदभागी गल आ, एक मसीह होने के नाते तुहाडी जिंदगी च वो एक दिन आ नहीं रहा जे तो परमेश्वर दी वडियाई होनी है। हालेलुया। लिखिया जदां ही यीशु ने उन्होंने कहा जा तेरी निश्चा ने तेनू बचाया, लिखिया उदां ही वो सुजाखा हो गया अते ओदे राह तुर पिया, ओ यीशु मसीह दे मगर तुर पिया। लिखिया उस राह विच ओदे मगर तुर पिया। हालेलुया। मगर तुरन दा मतलब पता परमेश्वर दी वडियाई करदा होया, एवें नहीं गवाह बनदा होया, थां थां जाके दसेगा, गवाही नाल खड़ी होएगी। जदों यूहन्ना ते पतरस दे द्वारा, पतरस ते यूहन्ना दे द्वारा एक जमांदरू लंगड़ा जिहड़ा हैकल दे बाहर बैठा भीख मंगदा हुंदा सीगा, जदों पतरस ने दुआ की एक मन हो के यूहन्ना दे नाल और उन्होंने उठाया, उहदे गोडे गिट्टियां च ताकत आई, पवित्र आत्मा दे द्वारा शक्ति आई, उठ खड़ा होया, छाला मारन लग गया। वो गवाही उन्हां दे नाल खड़ी सीगी और उन्हां दे विरोधी उन्हां दे उपर कोई एक्शन नहीं लै सके। हालेलुया। मैं उम्मीद करदा तुहानूं समझ आ रही है वचन दी कि परमेश्वर जो कुछ भी तुहाडी जिंदगी च करदे पे आ वो परमेश्वर दी वडियाई दे लई है। मतलब हुण ये ना होवे कि तुसी खुद नशा करो, खुद बीड़ी पीवो तो कहो कि परमेश्वर दी योजना है, ऐदा नहीं। ये तुहाडी योजना और तुसी नरक वाल नूं चले जाओगे और तुसी होर बुरी सिचुएशन दे विच फस जाओगे। मतलब हुण तुसी कुड़ियां दे चक्करां च पै जाओ या कुड़ियां मुंडियां दे चक्करां च पै जाओ ते सोचो या बोलो कि ये परमेश्वर ने एक दिन ठहराया अपनी वडियाई दे लई। हाँ नहीं, इन्हां कामां चों निकलना बहुत औखा है। अज जो समा चलदा, अज जो मौजूदा हालात आ, इन्हां हालातां दे विचों लंघना बहुत मुश्किल है, निकलना बहुत मुश्किल है। आ कुड़ियां चिड़ियां दे चक्करां दे विचों माफ करना, इन्हां दे विचों लंघना निकलना बहुत औखा, नशे दे विचों निकलना बहुत औखा। मतलब मैं ये नहीं कहना कि ये बड़े पाप आ ते कुछ छोटे आ, छोटियां च पाप जेड़ा भी आ
ਬਾਈਬਲ ਤੋਂ ਬਾਹਰ ਜੋ ਵੀ ਕੁਝ ਗੱਲ ਆ ਉਹ ਚੋਂ ਨਿਕਲਣਾ ਬਹੁਤ ਔਖਾ, ਸੌਖਾ ਨਹੀਂ ਆ। ਮਤਲਬ ਜੇ ਤੁਸੀਂ ਕਹੋ ਕਿ ਚਿੱਟੇ ਦਾ ਕੋਈ ਨਸ਼ਾ ਲਾਂਦਾ ਹੈ ਤਾਂ ਉਹਦਾ ਛੁਟਕਾਰਾ ਪਾਉਣਾ ਬਹੁਤ ਔਖਾ ਆ, ਕੋਈ ਬੀੜੀ ਪੀ ਰਿਹਾ ਤੇ ਉਹ ਜਲਦੀ ਛੁਟਕਾਰਾ ਪਾ ਲੇਗਾ, ਨਹੀਂ। ਸੇਮ ਹੀ ਆ, ਸੇਮ ਹੀ ਆ। ਛੁਟਕਾਰਾ ਲੈਣਾ, ਛੁਟਕਾਰਾ ਪਾਉਣਾ ਪਾਪ ਤੋਂ ਜਾਂ ਨਸ਼ੇ ਤੋਂ ਬਹੁਤ ਔਖਾ ਆ। ਪਰਮੇਸ਼ਵਰ ਦੀ ਕਿਰਪਾ ਚਾਹੀਦੀ ਆ। ਅਗਰ ਤੁਹਾਡਾ ਛੁਟਕਾਰਾ ਹੱਲੇ ਵੀ ਨਹੀਂ ਹੋਇਆ, ਅੱਜ ਵੀ ਨਹੀਂ ਹੋਇਆ, ਤਾਂ ਇਟ ਮੀਨਸ ਹੱਲੇ ਪਰਮੇਸ਼ਵਰ ਦੀ ਨਿਗਾਹ ਤੁਹਾਡੇ ਉੱਪਰ ਪਈ ਨਹੀਂ ਆ ਔਰ ਤੁਹਾਨੂੰ ਸੁਣਨਾ ਨਹੀਂ ਆਇਆ ਹੱਲੇ ਤੱਕ। ਅਗਰ ਤੁਸੀਂ ਦੁਖੀ ਆ ਹੱਲੇ ਵੀ, ਪਰੇਸ਼ਾਨ ਆ ਹੱਲੇ ਵੀ, ਗਰੀਬ ਆ ਹੱਲੇ ਵੀ, ਬਿਮਾਰ ਆ, ਕਰਜ਼ੇ ਦੇ ਵਿੱਚ ਆ ਹੱਲੇ ਵੀ, ਇਹਦਾ ਮਤਲਬ ਤੁਹਾਨੂੰ ਹੱਲੇ ਤੱਕ ਸੁਣਨਾ ਨਹੀਂ ਆਇਆ ਸਹੀ ਰੀਤੀ ਦੇ ਨਾਲ। ਕਿ ਜਿੱਦਾਂ ਬਰਤੀਮਈ ਨੇ ਸੁਣਿਆ ਉਦਾਂ ਤੁਸੀਂ ਵੀ ਸੁਣਨਾ ਸ਼ੁਰੂ ਕਰੋ, ਤਾਂ ਜੋ ਤੁਹਾਡਾ ਵਿਸ਼ਵਾਸ ਵਧੇ ਔਰ ਤੁਸੀਂ ਖੁਦਾਵੰਦ ਦੇ ਵੱਲੋਂ ਉਹ ਇੱਕ ਦਿਨ ਪ੍ਰਾਪਤ ਕਰੋ ਜਿਹਦੇ ਵਿੱਚ ਪਰਮੇਸ਼ਵਰ ਦੀ ਵਡਿਆਈ ਹੋਣੀ ਹੈ। ਬੋਲੋ ਆਮੀਨ, ਹਾਲੇਲੂਇਆ। ਉਮੀਦ ਕਰਦਾ ਤੁਹਾਡੀ ਸਮਝ ਦੇ ਵਿੱਚ ਅੱਜ ਦਾ ਵਚਨ ਪਵਿੱਤਰ ਆਤਮਾ ਅੱਛੇ ਰੀਤੀ ਦੇ ਨਾਲ ਪਾਵੇ, ਤੁਹਾਨੂੰ ਸਮਝਾਵੇ, ਤਾਂ ਜੋ ਤੁਹਾਡਾ ਵਿਸ਼ਵਾਸ ਵਧੇ ਔਰ ਤੁਹਾਨੂੰ ਖੁਦਾਵੰਦ ਦੀ ਹਜ਼ੂਰੀ ਦੀ ਵੈਲਿਊ ਪਤਾ ਲੱਗੇ। ਔਰ ਸੁਣਨਾ ਕਿੰਨਾ ਜ਼ਰੂਰੀ ਆ ਵਚਨ ਨੂੰ, ਚਰਚ ਦੇ ਵਿੱਚ ਬੈਠ ਕੇ ਜਾਂ ਆਤਮਿਕ ਭੈਣ ਭਰਾਵਾਂ ਦੇ ਕੋਲ ਬੈਠ ਕੇ ਸੁਣਨਾ ਕਿੰਨਾ ਜ਼ਰੂਰੀ ਆ, ਤੁਹਾਨੂੰ ਅੱਜ ਉਹਦੀ ਵੈਲਿਊ ਪਤਾ ਲੱਗੇ। ਹਾਲੇਲੂਇਆ। ਅੱਜ ਤੋਂ ਬਾਅਦ ਇੱਕ ਗੱਲ ਦਾ ਅੰਗੀਕਾਰ ਕਰਨਾ ਸ਼ੁਰੂ ਕਰਨਾ ਜਦੋਂ ਪ੍ਰਾਰਥਨਾ ਕਰਨੀ ਕਿ ਪਰਮੇਸ਼ਵਰ ਮੇਰੇ ਜੀਵਨ ਤੋਂ ਤੁਹਾਡੇ ਨਾਮ ਨੂੰ ਵਡਿਆਈ ਮਿਲੇ। ਮੇਰੇ ਵਚਨ ਦਾ ਅੱਜ ਦਾ ਟਾਈਟਲ ਇਹੀ ਆ, ਮੈਂ ਪਰਮੇਸ਼ਵਰ ਦੀ ਵਡਿਆਈ ਦਾ ਕਾਰਨ ਬਣਾ। ਹਾਲੇਲੂਇਆ। ਮੈਂ ਪਰਮੇਸ਼ਵਰ ਦੀ ਵਡਿਆਈ ਦਾ ਕਾਰਨ ਬਣਾ। ਜਿੱਦਾਂ ਉਹ ਜਮਾਂਦਰੂ ਅੰਨਾ ਬਣਿਆ, ਜਿੱਦਾਂ ਬਰਤੀਮਈ ਬਣਿਆ, ਜਿੱਦਾਂ ਕੋਈ ਮੁਰਦਾ ਜ਼ਿੰਦਾ ਹੋਇਆ ਉਹ ਬਣਿਆ, ਜਿੱਦਾਂ ਲਾਜ਼ਰ ਕਾਰਨ ਬਣਿਆ ਪਰਮੇਸ਼ਵਰ ਦੀ ਵਡਿਆਈ ਦਾ। ਲਾਜ਼ਰ ਜਦੋਂ ਮੁਰਦਿਆਂ ਦੇ ਵਿੱਚੋਂ ਖੁਦਾ ਨੇ ਆਵਾਜ਼ ਮਾਰੀ, ਲਾਜ਼ਰ ਬਾਹਰ ਆ, ਜਦੋਂ ਬਾਹਰ ਆਇਆ ਉੱਥੇ ਖੜੇ ਯਹੂਦੀ ਲੋਕਾਂ ਨੇ ਦੇਖਿਆ ਔਰ ਡਰੇ ਔਰ ਲਿਖਿਆ ਪਰਮੇਸ਼ਵਰ ਦੀ ਵਡਿਆਈ ਕਰਨ ਲੱਗੇ। ਬੋਲੋ ਹਾਲੇਲੂਇਆ, ਹਾਲੇਲੂਇਆ। ਸਾਡੀ ਜ਼ਿੰਦਗੀ 'ਚ ਜੋ ਕੁਝ ਵੀ ਹੋਏਗਾ ਉਹ ਪਰਮੇਸ਼ਵਰ ਦੀ ਵਡਿਆਈ ਦੇ ਲਈ ਹੋਏਗਾ। ਕਦੋਂ ਹੋਏਗਾ? ਜਦੋਂ ਲੋਕ ਮੇਰੀ ਜ਼ਿੰਦਗੀ ਨੂੰ ਦੇਖਣਗੇ, ਜਦੋਂ ਲੋਕ ਮੇਰੇ ਚਾਲ ਚੱਲਣ ਨੂੰ ਦੇਖਣਗੇ, ਜਦੋਂ ਮੇਰੇ ਰਿਸ਼ਤੇਦਾਰ, ਮੇਰੇ ਭੈਣ ਭਰਾ, ਮੇਰੇ ਯਾਰ ਦੋਸਤ ਮਿੱਤਰ ਜਦੋਂ ਮੇਰੀ ਜ਼ਿੰਦਗੀ ਦੇ ਵੱਲ ਦੇਖਣਗੇ। ਹਾਲੇਲੂਇਆ। ਉਹ ਕੀ ਕਰਨਗੇ? ਕਿਹਨੂੰ ਮੰਨਦਾ, ਕਿੱਥੇ ਜਾਣਾ ਸ਼ੁਰੂ ਕੀਤਾ, ਕੀ ਕਰਦਾ? ਹਾਲੇਲੂਇਆ। ਏਦਾਂ ਦੇ ਸਵਾਲ ਤੁਹਾਡੇ ਅੱਗੇ ਆਉਣੇ ਆ। ਫਿਰ ਤੁਸੀਂ ਪਰਮੇਸ਼ਵਰ ਦੀ ਵਡਿਆਈ ਕਰਨੀ ਆ। ਮੇਰੇ ਯਿਸੂ ਨੇ ਮੇਰੇ ਜੀਵਨ ਨੂੰ ਬਦਲ ਦਿੱਤਾ, ਮੇਰੇ ਯਿਸੂ ਨੇ ਮੈਨੂੰ ਚੰਗਾ ਕਰ ਦਿੱਤਾ, ਮੇਰੇ ਯਿਸੂ ਨੇ ਮੈਨੂੰ ਛੁਟਕਾਰਾ ਦੇ ਦਿੱਤਾ। ਇਹਦੇ ਵਿੱਚ ਹੀ ਪਰਮੇਸ਼ਵਰ ਦੀ ਵਡਿਆਈ ਆ। ਹਾਲੇਲੂਇਆ। ਉਮੀਦ ਕਰਦਾ ਤੁਸੀਂ ਸਮਝ ਪਾਏ। ਮੇਰਾ ਜੀਵਨ ਪਰਮੇਸ਼ਵਰ ਦੀ ਵਡਿਆਈ ਦਾ ਕਾਰਨ ਬਣੇ, ਪਰਮੇਸ਼ਵਰ ਦੀ ਮਹਿਮਾ ਦਾ ਕਾਰਨ ਬਣੇ। ਉਹਨੇ ਸਾਨੂੰ ਚੁਣਿਆ ਹੀ ਇਸ ਲਈ ਆ, ਉਹਨੇ ਸਾਨੂੰ ਬਣਾਇਆ ਹੀ ਇਸ ਲਈ ਆ। ਹਾਲੇਲੂਇਆ। ਉਮੀਦ ਕਰਦਾ ਤੁਸੀਂ ਸਮਝ ਪਾਏ ਅੱਜ ਦੇ ਵਚਨ ਨੂੰ। ਔਰ ਅਗਰ ਤੁਹਾਡਾ ਪ੍ਰਾਰਥਨਾ ਨਿਵੇਦਨ, ਅਗਰ ਕੋਈ ਪ੍ਰਾਰਥਨਾ ਕਰਵਾਉਣਾ ਚਾਹੁੰਦਾ ਤੇ ਉਹ ਆਪਣਾ ਪ੍ਰਾਰਥਨਾ ਨਿਵੇਦਨ ਭੇਜ ਸਕਦਾ ਹੈ। ਚਰਚ ਦੀ ਈਮੇਲ ਐਡਰੈਸ ਤੇ ਭੇਜ ਸਕਦਾ ਆ, ਕਮੈਂਟ ਬਾਕਸ ਦੇ ਵਿੱਚ ਭੇਜ ਸਕਦਾ ਆ। ਔਰ ਤੁਹਾਡਾ ਜਿਹੜਾ, ਅਗਰ ਤੁਸੀਂ YouTube ਤੇ ਸੁਣ ਰਹੇ ਆ, ਤੁਸੀਂ YouTube ਤੇ ਕਮੈਂਟ ਬਾਕਸ 'ਚ ਆਪਣਾ ਪ੍ਰੇਅਰ ਰਿਕੁਐਸਟ ਭੇਜ ਸਕਦੇ ਆ। ਅਗਰ Facebook ਤੇ ਤੁਸੀਂ ਸੁਣ ਰਹੇ ਆ ਤੇ Facebook ਦੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣਾ ਪ੍ਰੇਅਰ ਰਿਕੁਐਸਟ ਭੇਜ ਸਕਦੇ ਆ। ਅਗਰ ਪਰਸਨਲ ਤੁਸੀਂ ਕੁਝ ਮੈਟਰ ਹੈ ਤੁਹਾਡੇ ਔਰ ਤੁਸੀਂ ਉਹ ਚਰਚ ਦੀ ਈਮੇਲ ਐਡਰੈਸ ਦੇ ਉੱਪਰ ਈਮੇਲ ਕਰ ਸਕਦੇ ਆ, ਉਹ ਮੇਰੇ ਤੱਕ ਪਹੁੰਚ ਜਾਏਗਾ ਔਰ ਮੈਂ ਪਰਮੇਸ਼ਵਰ ਦਾ ਦਾਸ ਉਹਦੇ ਦੁਆਰਾ ਲਗਾਈ ਡਿਊਟੀ ਨੂੰ ਪੂਰਾ ਕਰਾਂਗਾ, ਤੁਹਾਡੇ ਲਈ ਪ੍ਰਾਰਥਨਾ ਕਰਾਂਗਾ ਔਰ ਪਰਮੇਸ਼ਵਰ ਡੈਫੀਨੇਟਲੀ ਤੁਹਾਨੂੰ ਫ੍ਰੀ ਕਰੇਗਾ। ਉਹ ਇੱਕ ਦਿਨ ਤੁਹਾਡੀ ਜ਼ਿੰਦਗੀ 'ਚ ਲੈ ਕੇ ਆਏਗਾ, ਇੱਕ ਦਿਨ ਜਿਹਦੇ ਵਿੱਚ ਪਰਮੇਸ਼ਵਰ ਦੀ ਵਡਿਆਈ ਲਿਖੀ ਹੋਈ ਆ ਜਾਂ ਪੂਰੀ ਹੋਣੀ ਆ। ਹਾਲੇਲੂਇਆ। ਉਮੀਦ ਕਰਦਾ ਸਮਝ ਪਾਏ। 10 ਕੋੜੀ ਯਿਸੂ ਮਸੀਹ ਦੇ ਕੋਲ ਆਏ। ਯਿਸੂ ਮਸੀਹ ਕਹਿੰਦੇ ਜਾਓ, ਰਸਤੇ 'ਚ ਜਾਂਦੇ ਜਾਂਦੇ ਹੀ ਤੁਸੀਂ ਕੀ ਕਰੋ, ਜਾਜਕਾਂ ਨੂੰ ਮਿਲੋ ਜਾ ਕੇ। ਔਰ ਜਿਹੜੀ ਮੂਸਾ ਨੇ ਭੇਂਟ ਠਹਿਰਾਈ ਆ ਚੰਗਿਆਈ ਹੋਣ ਦੀ, ਕੋੜ ਜਦੋਂ ਸ਼ੁੱਧ ਹੁੰਦਾ ਉਦੋਂ ਜਿਹੜੀ ਭੇਂਟ ਠਹਿਰਾਈ ਆ ਤੁਸੀਂ ਉਹ ਭੇਂਟ ਚੜਾਓ। ਔਰ ਬਾਈਬਲ ਕਹਿੰਦਾ ਰਸਤੇ 'ਚ ਜਾਂਦੇ ਜਾਂਦੇ ਉਹ ਸ਼ੁੱਧ ਹੋ ਗਏ। ਇੱਕ ਮੁੜ ਕੇ ਆਇਆ, ਇੱਕ ਜਦੋਂ ਮੁੜਿਆ 9 ਨੂੰ ਦਿਖਿਆ ਨਹੀਂ, 9 ਜਿਹੜੇ ਸੀਗੇ ਕੋੜੀ ਦਿਖਿਆ ਹੋਏਗਾ, ਪਰ ਉਹੀ ਚੰਗਿਆਈ ਲੈਣ ਤੋਂ ਬਾਅਦ ਬਦਲ ਜਾਣਾ। ਚੰਗਿਆਈ ਲੈਣ ਤੋਂ ਬਾਅਦ ਉਹ ਖੁਦਾ ਨੂੰ ਵਡਿਆਈ ਨਹੀਂ ਦੇਣੀ, ਫਿਰ ਦੁਆ ਪ੍ਰਾਰਥਨਾ ਨਹੀਂ ਕਰਨੀ। ਫਿਰ ਇਹਦਾ ਮਤਲਬ ਬਿਮਾਰ ਚੰਗਾ ਸੀ ਬੰਦਾ। ਲਿਖਿਆ ਇੱਕ ਕੋੜੀ ਵਾਪਸ ਆਇਆ ਖੁਦਾਵੰਦ ਯਿਸੂ ਮਸੀਹ ਦੇ ਕੋਲ ਔਰ ਆ ਕੇ ਪਰਮੇਸ਼ਵਰ ਦੀ ਵਡਿਆਈ ਕੀਤੀ, ਕਿ ਦੱਸਿਆ ਕਿ ਮੈਂ ਚੰਗਾ ਹੋ ਗਿਆ। ਤੇ ਯਿਸੂ ਮਸੀਹ ਨੇ ਕੀ ਕਿਹਾ ਫਿਰ? ਕਹਿੰਦੇ 9 ਕਿੱਥੇ ਚਲੇ ਗਏ? 9 ਨੂੰ ਨਹੀਂ ਪਤਾ ਲੱਗਾ ਕਿ ਉਹ ਚੰਗੇ ਹੋ ਗਏ ਆ? ਉਹ ਕਿਉਂ ਨਹੀਂ ਆਏ ਪਿਤਾ ਦੀ ਵਡਿਆਈ ਕਰਨ ਦੇ ਲਈ?
ਉਹ ਕਿਉਂ ਨਹੀਂ ਆਏ? ਪਰਮੇਸ਼ਵਰ ਦੀ ਮਹਿਮਾ ਕਰਨ ਦੇ ਲਈ। ਇਸ ਕਰਕੇ ਤੁਸੀਂ ਉਹ 9 ਕੋੜੀਆਂ ਦੀ ਤਰ੍ਹਾਂ ਨਾ ਬਣੋ, ਉਸ ਇੱਕ ਕੋੜੀ ਦੀ ਤਰ੍ਹਾਂ ਬਣੋ ਜਿਹੜਾ ਪਿਤਾ ਦੀ ਵਡਿਆਈ ਕਰਨ ਦੇ ਲਈ ਖੁਦਾ ਦੇ ਕੋਲ ਆਇਆ। ਹਾਲੇਲੂਇਆ, ਆਮੀਨ। ਗॉड ਬlesਸ। ਖੁਦਾਵੰਦ ਤੁਹਾਨੂੰ ਬਹੁਤਾਈ ਦੇ ਨਾਲ ਆਸ਼ੀਸ਼ ਔਰ ਬਰਕਤ ਦੇਵੇ। ਜਿੰਨੇ ਤੁਸੀਂ ਸੁਣ ਰਹੇ ਅੱਜ ਦੀ ਮੀਟਿੰਗ ਨੂੰ, ਮੈਂ ਤੁਹਾਡੇ ਲਈ ਦੁਆ ਕਰਦਾ, ਪਰਮੇਸ਼ਵਰ ਤੁਹਾਨੂੰ ਬlesਸ ਕਰੇਗਾ। ਆਈਏ ਆਪਣੀ ਅੱਖਾਂ ਨੂੰ ਬੰਦ ਕਰੀਏ, ਪ੍ਰਾਰਥਨਾ ਦੀ ਹਾਲਤ ਦੇ ਵਿੱਚ ਚੱਲਦੇ ਹਾਂ। ਸੱਚਾ ਜ਼ਿੰਦਾ ਮਿਹਰਬਾਨ ਖੁਦਾਵੰਦ ਪਿਤਾ ਪਰਮੇਸ਼ਵਰ, ਪ੍ਰਭੂ ਯਿਸੂ ਮਸੀਹ ਦੇ ਜ਼ਿੰਦਾ ਨਾਮ 'ਚ ਤੁਹਾਡਾ ਸ਼ੁਕਰ ਕਰਦੇ ਇਸ ਬੜੇ ਹੀ ਆਦਰਯੋਗ ਸਮੇਂ ਦੇ ਲਈ ਜੋ ਸਾਡੀ ਜ਼ਿੰਦਗੀ 'ਚ ਤੁਸੀਂ ਬਖਸ਼ ਦਿੱਤਾ। ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ। ਸੁਣਨ ਵਾਲੀਆਂ ਜ਼ਿੰਦਗੀਆਂ ਨੇ ਹਾਲ ਹੋਣ ਮੇਰੇ ਪਰਮੇਸ਼ਵਰ। ਘੱਟ ਵਿਸ਼ਵਾਸ ਦਾ ਉਪਾਅ ਕਰ ਦਿਓ ਮੇਰੇ ਪ੍ਰਭੂ ਜੀ, ਔਰ ਵੱਧਦਾ ਵਿਸ਼ਵਾਸ ਸਾਡੇ ਅੰਦਰ, ਸਾਡੀ ਜ਼ਿੰਦਗੀ ਦੇ ਅੰਦਰ ਉਹ ਇੱਕ ਦਿਨ ਨੂੰ ਉਤਪੰਨ ਕਰੇ ਪ੍ਰਭੂ, ਜਿਹਦੇ ਵਿੱਚ ਸਾਡੀ ਜ਼ਿੰਦਗੀ ਤੋਂ ਤੁਹਾਡੇ ਨਾਮ ਨੂੰ ਵਡਿਆਈ ਮਿਲਣੀ ਆ ਮੇਰੇ ਪਰਮੇਸ਼ਵਰ ਪਿਤਾ ਜੀ। ਤਾਰੀਫ ਕਰਦੇ, ਤੁਹਾਡੇ ਨਾਮ ਦੀ ਵਡਿਆਈ ਕਰਦੇ ਹਾਂ ਪ੍ਰਭੂ। ਤੁਹਾਡੇ ਲੋਕਾਂ ਦੇ ਲਈ ਮੈਂ ਬੇਨਤੀ ਕਰਦਾ ਜਿਨ੍ਹਾਂ ਨੇ ਅੱਜ ਦੀ ਮੀਟਿੰਗ ਨੂੰ ਜੁਆਇਨ ਕੀਤਾ, ਵਚਨ ਨੂੰ ਸੁਣਿਆ ਔਰ ਆਪਣੀ ਜ਼ਿੰਦਗੀ ਨੂੰ ਬਰਕਤ ਦਾ ਕਾਰਨ ਬਣਾਇਆ ਪ੍ਰਭੂ, ਤੁਹਾਡੇ ਨਾਮ ਦੀ ਵਡਿਆਈ ਦਾ ਕਾਰਨ ਬਣਾਇਆ। ਇਹਨਾਂ ਨੂੰ ਆਸ਼ੀਸ਼ ਔਰ ਵੱਡੀ ਬਰਕਤ ਦੇਣਾ। ਅਗਰ ਕੋਈ ਬਿਮਾਰ ਮੀਟਿੰਗ ਨੂੰ ਦੇਖ ਰਿਹਾ, ਵਚਨ ਸੁਣਦਾ ਚੰਗਾ ਹੋ ਜਾਵੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪ੍ਰਭੂ। ਤੁਹਾਡੇ ਲੋਕ ਤਰੱਕੀ ਦੇ ਰਾਹਾਂ ਵੱਲ ਨੂੰ ਜਾਣ, ਗਰੀਬੀ ਦੇ ਸ਼ਰਾਬ ਟੁੱਟਣ, ਕਰਜ਼ੇ ਦੇ ਸ਼ਰਾਬ ਟੁੱਟਣ, ਪਰੇਸ਼ਾਨੀਆਂ ਦੇ ਸ਼ਰਾਬ ਟੁੱਟਣ ਯਿਸੂ ਮਸੀਹ ਦੇ ਨਾਮ। ਕਰਜ਼ਾ ਛੱਡ ਕੇ ਜਾਏ, ਨਸ਼ਾ ਛੱਡ ਕੇ ਜਾਏ, ਗਲਤ ਸੋਚ, ਗਲਤ ਵਿਚਾਰ, ਗਲਤ ਕੰਮ, ਸੰਸਾਰ ਦੀਆਂ ਅਭਿਲਾਸ਼ਾਵਾਂ, ਸਰੀਰ ਦੀਆਂ ਅਭਿਲਾਸ਼ਾਵਾਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਡੇ ਲੋਕਾਂ ਨੂੰ ਛੱਡ ਕੇ ਚਲੀਆਂ ਜਾਣ। ਤੁਹਾਡੇ ਲੋਕ ਫ੍ਰੀ ਹੋਣ ਮੇਰੇ ਪਰਮੇਸ਼ਵਰ। ਤੁਹਾਡਾ ਧੰਨਵਾਦ ਕਰਦੇ ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਲਈ। ਮੁਬਾਰਕ ਉਹ ਲੋਕ ਆ ਖੁਦਾਵੰਦ ਜੋ ਤੁਹਾਡੇ ਉੱਪਰ ਭਰੋਸਾ ਰੱਖਦੇ ਆ, ਔਰ ਮੈਂ ਧੰਨਵਾਦ ਕਰਦਾ ਹਾਂ ਸਾਰੀ ਗੱਲਾਂ ਬਾਤਾਂ ਦੇ ਲਈ। ਸ਼ੁਕਰਗੁਜ਼ਾਰ ਹਾਂ ਅੱਜ ਦੀ ਮੀਟਿੰਗ ਦੇ ਲਈ ਪ੍ਰਭੂ ਜੀ ਨੂੰ ਤੁਸੀਂ ਬਾਹਿਫਾਜ਼ਤ ਬਹੁਤ ਅੱਛੀ ਰੀਤੀ ਦੇ ਨਾਲ ਖੁਦਾਵੰਦ ਕੰਪਲੀਟ ਹੋਣ 'ਚ ਮਦਦ ਕੀਤੀ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਔਰ ਪ੍ਰਾਰਥਨਾ ਨੂੰ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਗॉड ਬlesਸ। ਖੁਦਾਵੰਦ ਤੁਹਾਨੂੰ ਬਹੁਤ ਆਸ਼ੀਸ਼ ਔਰ ਬਰਕਤ ਦੇਵੇ। ਪਰਮੇਸ਼ਵਰ ਨੇ ਚਾਹਿਆ ਤਾਂ ਬਹੁਤ ਜਲਦ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਔਰ ਇਸ ਸੰਡੇ ਦੇ ਲਈ ਆਲਮੋਸਟ 7 ਸੰਡੇ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਅਸੀਂ ਪ੍ਰਭੂ ਭੋਜ ਦੀ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਾ ਆ। ਔਰ ਅਗਰ ਤੁਸੀਂ ਦੂਰ ਆ, ਚਰਚ ਨਹੀਂ ਆ ਸਕਦੇ, ਤੁਸੀਂ ਆਪਣੇ ਘਰ ਦੇ ਵਿੱਚ ਪ੍ਰਭੂ ਭੋਜ ਦੀ ਮੀਟਿੰਗ ਦੇ ਵਿੱਚ ਸਾਡੇ ਨਾਲ ਸ਼ਾਮਿਲ ਹੋ ਸਕਦੇ ਆ ਜੂਸ ਔਰ ਰੋਟੀ ਨੂੰ ਲੈ ਕੇ। ਔਰ ਜਦੋਂ ਪ੍ਰਾਰਥਨਾ ਹੋਏਗੀ ਉਦੋਂ ਤੁਸੀਂ ਉਹਨੂੰ ਪ੍ਰਾਰਥਨਾ ਦੇ ਵਿੱਚ ਰੱਖਣਾ ਔਰ ਫਿਰ ਖੁਦਾਵੰਦ ਯਿਸੂ ਮਸੀਹ ਦੇ ਲਹੂ ਤੇ ਬਦਨ ਦੇ ਵਿੱਚ ਸ਼ਾਮਿਲ ਹੋਣਾ। ਪਰਮੇਸ਼ਵਰ ਤੁਹਾਨੂੰ ਬlesਸ ਕਰੇਗਾ। ਔਰ 7 ਹਫ਼ਤੇ ਅਸੀਂ ਪ੍ਰਭੂ ਭੋਜ ਦੀ ਮੀਟਿੰਗ ਦੇ ਵਿੱਚ ਰਹਿਣਾ ਆ ਔਰ ਉਹਦੇ ਲਈ ਆਪਣੇ ਆਪ ਨੂੰ ਤਿਆਰ ਕਰਨਾ। ਇਹਨਾਂ 7 ਹਫ਼ਤਿਆਂ ਦੇ ਵਿੱਚ ਪਰਮੇਸ਼ਵਰ ਤੁਹਾਨੂੰ ਬਿਗ ਜਿਹੜੀ ਗੁੱਡ ਨਿਊਜ਼ ਦੇਗਾ। ਬਹੁਤ ਵੱਡਾ ਦਿਨ ਤੁਹਾਡੀ ਜ਼ਿੰਦਗੀ 'ਚੋਂ ਆਉਣ ਵਾਲਾ ਆ ਇਹਨਾਂ ਹਫ਼ਤਿਆਂ ਦੇ ਵਿੱਚ ਹੀ, ਕਿ ਜਿਸ ਦਿਨਾਂ ਦਾ, ਜਿਸ ਸਮੇਂ ਦਾ, ਜਿਸ ਸਿਚੁਏਸ਼ਨ ਦਾ ਤੁਸੀਂ ਇੰਤਜ਼ਾਰ ਕਰਦੇ ਜਾਂ ਜੋ ਤੁਸੀਂ ਇਮੈਜੀਨੇਸ਼ਨ ਦੇ ਵਿੱਚ ਸੋਚਿਆ, ਜਾਂ ਤੁਸੀਂ ਇਮੈਜਿਨ ਕਰ ਰਹੇ ਜਾਂ ਆਪਣੀ ਸੋਚ ਦੇ ਵਿੱਚ ਹਲੇ ਸੋਚਿਆ ਆ, ਜਾਂ ਕੁਛ ਵੀ ਆ, ਉਹ ਤੁਸੀਂ ਆਪਣੀ ਅੱਖਾਂ ਦੇ ਨਾਲ ਦੇਖਣ ਵਾਲੇ ਆ ਯਿਸੂ ਮਸੀਹ ਦੇ ਨਾਮ 'ਚ ਬੋਲੋ ਆਮੀਨ, ਹਾਲੇਲੂਇਆ। ਵਿਸ਼ਵਾਸ ਕਰੋ ਖੁਦਾਵੰਦ ਤੁਹਾਡੀ ਜ਼ਿੰਦਗੀ 'ਚੋਂ ਦਿਨ ਨੂੰ ਬਹੁਤ ਜਲਦ ਲੈ ਕੇ ਆਵੇ ਇਹਨਾਂ ਪ੍ਰਭੂ ਭੋਜ ਦੇ ਦਿਨਾਂ ਦੇ ਵਿੱਚ। ਖੁਦਾਵੰਦ ਤੁਹਾਨੂੰ ਆਸ਼ੀਸ਼ ਔਰ ਬਰਕਤ ਦੇਵੇ। ਮੈਂ ਪਾਸਟਰ ਆਸਟਿਨ ਸੈਮੂਅਲ ਖੁਦਾਵੰਦ ਯਿਸੂ ਮਸੀਹ ਦੇ ਨਾਮ 'ਚ ਤੁਹਾਡੀ ਜ਼ਿੰਦਗੀਆਂ ਦੇ ਵਿੱਚ, ਤੁਹਾਡੇ ਪਰਿਵਾਰਾਂ ਦੇ ਵਿੱਚ ਸ਼ਾਂਤੀ ਨੂੰ ਭੇਜਦਾ ਹਾਂ। ਕਬੂਲ ਕਰੋ, ਆਮੀਨ। ਗॉड ਬlesਸ।